ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ। ਤੇ ਕੰਪਿਊਟਰ ਜੀਕੇ ਦੀ ਕਲਾਸ ਆਪਾਂ ਨੇ ਸ਼ੁਰੂ ਕਰੀ ਹੋਈ ਹੈ ਬਈ। 7 ਕਲਾਸਾਂ ਆਪਣੀ ਆਲਰੇਡੀ ਹੋ ਚੁੱਕੀਆਂ ਨੇ ਤੇ ਅੱਜ ਵਾਰੀ ਹੈ 8ਵੀਂ ਕਲਾਸ ਕਰਨ ਦੀ। ਅੱਜ ਆਪਣੀ ਕੰਪਿਊਟਰ ਦੀ 8ਵੀਂ ਕਲਾਸ ਹੈ ਤੇ ਟੌਪਿਕ ਕਿਹੜਾ ਅੱਜ? ਟੌਪਿਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਅੱਜ ਆਪਣਾ ਹੈਗਾ ਬਈ, ਕੰਪਿਊਟਰ ਮੈਮੋਰੀ ਜਾਂ ਕੰਪਿਊਟਰ ਮੈਮਰੀ ਜਿਹਨੂੰ ਆਪਾਂ ਬੋਲ ਦਿੰਦੇ ਆ। ਉਹ ਆਪਾਂ ਨੇ ਪੜ੍ਹਨਾ। ਤੁਸੀਂ ਸਾਰਿਆਂ ਨੇ ਇਹ ਵਰਡ ਸੁਣੇ ਹੋਣੇ, ਪ੍ਰਾਇਮਰੀ ਮੈਮਰੀ, ਸੈਕੰਡਰੀ, ਵੋਲਾਟਾਈਲ, ਨੋਨ ਵੋਲਾਟਾਈਲ, ਇਦਾਂ ਦੇ ਇਹ ਸਾਰੇ ਵਰਡ ਤੁਸੀਂ ਸੁਣੇ ਹੋਣੇ। ਕੰਪਿਊਟਰ ਮੈਮਰੀ ਦੇ ਉੱਤੇ ਡੈਫੀਨੇਟਲੀ ਇੱਕ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲਦਾ ਹੈ। ਠੀਕ ਹੈ, ਤੇ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੋਣੀ ਹੈ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ। ਵੈਸੇ ਤਾਂ ਸਾਰੀ ਕਲਾਸਾਂ ਜਿਹੜੀ ਆਪਾਂ ਨੇ ਕਰੀਆਂ ਸਾਰੀ ਇੰਪੋਰਟੈਂਟ ਹੀ ਹੈਗੀਆਂ, ਬਟ ਇਹ ਕੁਝ ਜ਼ਿਆਦਾ ਹੀ ਹੈ। ਠੀਕ ਹੈ, ਇਹਦੇ ਤੇ ਕੁਐਸਚਨ ਬਹੁਤ ਬਣਦੇ ਆ ਤੇ ਆਪਾਂ ਸ਼ੁਰੂ ਕਰਦੇ ਹਾਂ ਬਈ ਇਸ ਟੌਪਿਕ ਨੂੰ। ਠੀਕ ਹੈ, ਬਾਕੀ ਜਿਹੜੇ ਵੀ ਸਟੂਡੈਂਟ ਪਹਿਲੀ ਵਾਰ ਚੈਨਲ ਦੇ ਉੱਤੇ ਵਿਜ਼ਿਟ ਕਰ ਰਹੇ ਆ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਇੱਕ ਅਲੱਗ ਤੋਂ ਪਲੇਲਿਸਟ ਬਣੀ ਹੋਈ ਹੈ ਕੰਪਿਊਟਰ ਜੀਕੇ ਦੀ, ਉਹ ਤੁਸੀਂ ਜਾ ਕੇ ਦੇਖ ਸਕਦੇ ਹੋ। ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਆ ਤੇ ਬਾਕੀ ਹੋਰ ਵੀ ਕਲਾਸਾਂ ਹੈਗੀਆਂ ਉਹ ਵੀ ਤੁਸੀਂ ਦੇਖ ਸਕਦੇ ਹੋ। ਠੀਕ ਹੈ, ਤੇ ਆਪਣੇ ਅੱਜ 8ਵੀਂ ਕਲਾਸ ਹੈ ਬਈ। ਇਸ ਤੋਂ ਪਹਿਲਾਂ ਵਾਲੀ 7 ਕਲਾਸਾਂ ਤੁਸੀਂ ਦੇਖ ਲਈਆਂ ਹੋਣੀ ਤੇ ਬਾਕੀ ਕੋਈ ਕੁਐਰੀ, ਕੋਈ ਡਾਊਟ, ਇਹ ਮੇਰਾ ਇੰਸਟਾਗ੍ਰਾਮ ਅਕਾਊਂਟ ਹੈ, ਇੱਥੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਆਪਣੀ ਐਂਡਰੋਇਡ ਐਪ ਹੈਗੀ ਹੈ ਪ੍ਰਤਾਪ ਅਕੈਡਮੀ ਐਗਜ਼ਾਮ ਕੀ ਦੇ ਨਾਂ ਤੋਂ, ਪ੍ਰਤਾਪ ਅਕੈਡਮੀ ਐਗਜ਼ਾਮ ਕੀ ਦੇ ਨਾਂ ਤੋਂ ਐਪ ਹੈ ਆਪਣੀ, ਉਹ ਜ਼ਰੂਰ ਡਾਊਨਲੋਡ ਕਰ ਲਓ। ਟੈਸਟ, PDF, ਹੋਰ ਵੀ ਬਹੁਤ ਕੁਝ ਤੁਹਾਨੂੰ ਉੱਥੇ ਮਿਲਦਾ ਹੈ। ਪੇਡ ਕੋਰਸਿਸ ਚੱਲਦੇ ਆਪਣੇ, ਬੈਚ ਚੱਲਦੇ ਆ। ਮੇਰਾ ਜੀਕੇ ਦਾ ਬੈਚ ਚੱਲਦਾ ਹੈ ਨਾ, ਮੈਥ ਦੇ ਬੈਚ ਚੱਲਦੇ ਆ। ਕੰਪਲੀਟ ਪੰਜਾਬ ਦੇ ਪੰਜਾਬ ਪੁਲਿਸ ਹੋ ਗਈ ਜਾਂ ਹੋਰ ਜਿੰਨੇ ਵੀ ਐਗਜ਼ਾਮ ਨਿਕਲਦੇ ਆ, PSSB ਕਲਰਕ, ਹਰ ਇੱਕ ਦਾ ਉੱਥੇ ਬੈਚ ਹੈ ਜਿਹੜਾ ਚੱਲਦਾ। ਇੱਕ ਪ੍ਰਤਾਪੀ ਬੈਚ ਵੀ ਚੱਲਦਾ ਹੈ, ਉਹ ਤੁਸੀਂ ਜੁਆਇਨ ਕਰ ਸਕਦੇ ਹੋ। ਉਹਦੇ 'ਚ ਸਾਰੇ ਐਗਜ਼ਾਮ ਕਵਰ ਹੁੰਦੇ ਆ ਪੰਜਾਬ ਦੇ। ਠੀਕ ਹੈ, ਤੇ ਉਹਨਾਂ ਸਾਰਿਆਂ ਦੀ ਜੋ ਵੀ ਫੀਸ ਹੈਗੀ ਆ ਉਹਦੇ ਤੇ ਤੁਹਾਨੂੰ 20% ਆਫ ਹੈ ਜਿਹੜਾ ਮਿਲ ਜੂਗਾ। 20% ਆਫ ਜੇ ਤੁਸੀਂ ਕੋਡ ਅਪਲਾਈ ਕਰੋਗੇ। ਕੋਡ ਕੀ ਹੈ? ANKIT67। ਇਹ ਕੋਡ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ 20% ਆਫ ਮਿਲਦਾ ਹੈ, ਤਾਂ ਕਰੋ ਟਰਾਈ ਜ਼ਰੂਰ। ਠੀਕ ਹੈ ਜੀ, ਫਿਰ ਆਪਾਂ ਕਰੀਏ ਕਲਾਸ ਆਪਣੀ ਸਟਾਰਟ। ਟੌਪਿਕ ਕੀ ਹੈ ਆਪਣਾ? ਮੈਮੋਰੀ ਜਾਂ ਮੈਮਰੀ। ਤਾਂ ਕੰਪਿਊਟਰ ਦੇ ਵਿੱਚ ਮੈਮਰੀ ਦਾ ਕੰਮ ਕੀ ਹੈ? ਕੰਪਿਊਟਰ ਦੇ ਵਿੱਚ ਜੋ ਵੀ ਡਾਟਾ, ਇੰਸਟਰਕਸ਼ਨ ਜੋ ਵੀ ਹੁੰਦਾ ਹੈ ਨਾ, ਸਾਰਾ ਕੁਝ ਸੇਵ ਕਰਨ ਵਾਸਤੇ ਕੀ ਵਰਤਦੇ ਆਪਾਂ? ਸਟੋਰ ਕਰਨ ਵਾਸਤੇ, ਸੇਵ ਜਾਂ ਸਟੋਰ ਇੱਕ ਸੇਮ ਹੀ ਗੱਲ ਹੋਗੀ। ਸੇਵ ਕਰਨ ਵਾਸਤੇ ਜਾਂ ਸਟੋਰ ਕਰਨ ਵਾਸਤੇ ਆਪਾਂ ਕੀ ਵਰਤਦੇ ਆ? ਮੈਮੋਰੀ ਹੈ ਜਿਹੜੀ ਉਹ ਵਰਤਦੇ ਆ। ਇਟ ਇਜ਼ ਯੂਜ਼ਡ ਟੂ ਸਟੋਰ ਡਾਟਾ ਐਂਡ ਇੰਸਟਰਕਸ਼ਨ। ਡਾਟਾ ਯਾਦ ਆ ਗਿਆ ਤੁਹਾਨੂੰ ਵਰਡ? ਆਪਾਂ ਪਹਿਲਾਂ 2-3 ਵਾਰ ਪੜ੍ਹ ਚੁੱਕੇ ਹਾਂ ਇਸ ਵਰਡ ਨੂੰ, ਹੈ ਨਾ। ਡਾਟਾ, ਆਪਾਂ ਕੰਪਿਊਟਰ ਨੂੰ ਜੋ ਵੀ ਡਾਟਾ ਦਿੰਦੇ ਆ, ਮੰਨ ਲਓ ਇਹ ਕੰਪਿਊਟਰ ਹੋ ਗਿਆ, ਕੰਪਿਊਟਰ ਨੂੰ ਆਪਾਂ ਜੋ ਵੀ ਡਾਟਾ ਦਿੰਦੇ ਆ, ਡਾਟਾ ਦੇਣ ਤੋਂ ਬਾਅਦ ਕੰਪਿਊਟਰ ਨੂੰ ਕੀ ਕਰਦਾ ਹੈ? ਪ੍ਰੋਸੈਸ ਕਰਦਾ ਹੈ ਤੇ ਬਾਅਦ ਦੇ ਵਿੱਚ ਸਾਨੂੰ ਕੀ ਮਿਲਦੀ ਹੈ? ਇਨਫੋਰਮੇਸ਼ਨ ਮਿਲਦੀ ਹੈ। ਠੀਕ ਹੈ ਨਾ, ਯਾਦ ਆ ਗਿਆ ਤੁਹਾਨੂੰ ਸਾਰਿਆਂ ਨੂੰ? ਓਕੇ, ਤਾਂ ਡਾਟਾ ਤੇ ਇੰਸਟਰਕਸ਼ਨ ਜੋ ਵੀ ਹੈਗੀ ਆ ਉਸ ਨੂੰ ਸਟੋਰ ਕਰਨ ਵਾਸਤੇ ਮੈਮਰੀ ਵਰਤੀ ਜਾਂਦੀ ਹੈ। ਬਸ, ਬਾਕੀ ਮੈਮਰੀ ਬਾਰੇ ਤੁਹਾਨੂੰ ਸਾਰਿਆਂ ਨੂੰ ਆਲਰੇਡੀ ਪਤਾ ਹੈ। ਹੁਣ ਆਪਾਂ ਦੇਖਦੇ ਹਾਂ ਮੈਮਰੀ ਕਿੰਨੀ ਤਰ੍ਹਾਂ ਦੀ ਹੁੰਦੀ ਹੈ, ਉਹ ਸਭ ਤੋਂ ਮੇਨ ਚੀਜ਼ ਹੈ। ਉੱਥੇ ਕੁਐਸਚਨ ਬਣਦਾ ਹੈ। ਇਹਨੂੰ ਕਰੋ ਮਿਨੀਮਾਈਜ਼, ਇਹਦਾ ਕੋਈ ਕੰਮ ਨਹੀਂ ਹੁਣ, ਨੋਟ ਕਰ ਲਿਆ ਹੋਣਾ ਤੁਸੀਂ। ਠੀਕ ਹੈ ਜੀ, ਮੈਮਰੀ ਹੈ ਜਿਹੜੀ, ਜਾਂ ਮੈਮੋਰੀ ਬੋਲ ਦੋ, ਕੋਈ ਇਸ਼ੂ ਨਹੀਂ ਹੈਗਾ। ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਦੋ ਤਰ੍ਹਾਂ ਦੀ ਕਿਹੜੀ ਕਿਹੜੀ? ਇੱਕ ਹੁੰਦੀ ਹੈ ਪ੍ਰਾਇਮਰੀ ਤੇ ਦੂਜੀ ਹੁੰਦੀ ਹੈ ਸੈਕੰਡਰੀ। ਪ੍ਰਾਇਮਰੀ ਮੈਮਰੀ ਤੇ ਸੈਕੰਡਰੀ ਮੈਮਰੀ। ਠੀਕ ਹੈ, ਪ੍ਰਾਇਮਰੀ ਮੈਮਰੀ, ਇਸ ਨੂੰ ਆਪਾਂ ਮੇਨ ਮੈਮਰੀ ਵੀ ਬੋਲਦੇ ਹਾਂ। ਮੇਨ ਕਿਉਂਕਿ ਇਹੀ ਆਪਣੇ ਤੁਹਾਡੇ ਕੰਪਿਊਟਰ ਜਾਂ ਮੋਬਾਈਲ ਜੋ ਵੀ ਡਿਵਾਈਸ ਤੁਸੀਂ ਯੂਜ਼ ਕਰਦੇ ਹੋ ਉਹਦੇ 'ਚ ਮਿਲੂਗੀ ਤੁਹਾਨੂੰ ਪ੍ਰਾਇਮਰੀ ਮੈਮਰੀ। ਠੀਕ ਹੈ, ਤੇ ਸੈਕੰਡਰੀ ਹੈ ਜਿਹੜੀ ਆਪਾਂ ਬਾਅਦ 'ਚ ਐਡ ਕਰਦੇ ਹਾਂ, ਐਕਸਟਰਾ। ਠੀਕ ਹੈ, ਐਡ ਕਰਦੇ ਹਾਂ ਇਸ ਮੈਮਰੀ ਨੂੰ, ਆਪਾਂ ਬਾਅਦ 'ਚ ਐਡ ਕਰਦੇ ਹਾਂ। ਤੁਹਾਨੂੰ ਆਪਣੀ ਜਿਹੜੀ ਸਟੋਰੇਜ ਕਪੈਸਿਟੀ ਹੈ ਉਹ ਵਧਾਉਣੀ ਹੁੰਦੀ ਹੈ, ਤਾਂ ਉੱਥੇ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਜਿਵੇਂ ਤੁਹਾਡਾ ਮੋਬਾਈਲ ਹੈਗਾ, ਤੁਹਾਡੇ ਮੋਬਾਈਲ ਦੇ ਵਿੱਚ ਤੁਸੀਂ ਮੈਮਰੀ ਕਾਰਡ ਅਲੱਗ ਤੋਂ ਪਾ ਸਕਦੇ ਹੋ, ਤਾਂ ਮੈਮਰੀ ਕਾਰਡ ਇੱਕ ਤਰ੍ਹਾਂ ਦੀ ਸੈਕੰਡਰੀ ਮੈਮਰੀ ਹੋਗੀ। ਜੇ ਪੈਨ ਡਰਾਈਵ ਤੁਸੀਂ ਲਗਾ ਸਕਦੇ ਹੋ ਆਪਣੇ ਕੰਪਿਊਟਰ ਦੇ ਵਿੱਚ, ਐਕਸਟਰਾ ਹਾਰਡ ਡਿਸਕ ਹੈ ਜਿਹੜੀ ਉਹ ਅਲੱਗ ਤੋਂ ਲਗਾ ਸਕਦੇ ਹੋ, ਹੈ ਨਾ। ਉਹ ਸਾਰੀ ਇੱਕ ਤਰ੍ਹਾਂ ਦੀ ਸੈਕੰਡਰੀ ਮੈਮਰੀ ਹੁੰਦੀ ਹੈ ਜਿਹੜੀ ਆਪਾਂ ਬਾਅਦ 'ਚ ਲਗਾ ਸਕਦੇ ਹਾਂ। ਠੀਕ ਹੈ, ਪ੍ਰਾਇਮਰੀ ਮੈਮਰੀ ਹੈ ਜਿਹੜੀ ਮੇਨ ਮੈਮਰੀ ਹੁੰਦੀ ਹੈ, ਜਿਹੜੀ ਉਹਦੀ ਆਪਣੀ ਹੁੰਦੀ ਹੈ ਰੈਮ ਰੋਮ। ਤੁਸੀਂ ਸੁਣਿਆ ਹੋਣਾ ਕੰਪਿਊਟਰਾਂ ਦੇ ਵਿੱਚ ਰੈਮ ਹੁੰਦੀ ਹੈ, ਰੋਮ ਹੁੰਦੀ ਹੈ, ਉਹ ਇੱਕ ਤਰ੍ਹਾਂ ਦੀ ਪ੍ਰਾਇਮਰੀ ਮੈਮਰੀ ਹੁੰਦੀ ਹੈ। ਇੱਥੋਂ ਤੱਕ ਕਲੀਅਰ ਹੈ? ਇਸ ਤੋਂ ਇਲਾਵਾ ਆਪਾਂ ਮੈਮਰੀ ਨੂੰ ਦੋ ਤਰੀਕਿਆਂ ਦੇ ਵਿੱਚ ਹੋਰ ਵੰਡ ਸਕਦੇ ਹਾਂ। ਕਿੱਦਾਂ ਬਈ? ਇੱਕ ਹੁੰਦੀ ਹੈ ਵੋਲਾਟਾਈਲ ਮੈਮਰੀ, ਇੱਕ ਹੁੰਦੀ ਹੈ ਨੋਨ ਵੋਲਾਟਾਈਲ ਮੈਮਰੀ।
ਵੋਲਾਟਾਈਲ ਤੇ ਨੋਨ ਵੋਲਾਟਾਈਲ ਦੋਹਾਂ 'ਚ ਫਰਕ ਕੀ ਹੁੰਦਾ ਹੈ? ਦੇਖੋ, ਇੱਕ ਮੈਮਰੀ ਅਜਿਹੀ ਹੁੰਦੀ ਹੈ ਜਿਹਦੇ 'ਚ ਜੋ ਵੀ ਇਨਫੋਰਮੇਸ਼ਨ, ਜੋ ਕੁਝ ਵੀ ਡਾਟਾ ਉਹਦਾ ਹੈਗਾ, ਉਹ ਉਦੋਂ ਤੱਕ ਹੀ ਰਹੂਗਾ ਜਦੋਂ ਤੱਕ ਉਹ ਡਿਵਾਈਸ ਔਨ ਹੈਗੀ ਹੈ ਨਾ। ਜਦੋਂ ਹੀ ਡਿਵਾਈਸ ਬੰਦ ਹੋਈ, ਸਵਿਚ ਆਫ ਹੋਈ, ਹੈ ਨਾ, ਉਹਦੇ ਵਿੱਚ ਜੋ ਵੀ ਡਾਟਾ ਸੀਗਾ ਮੈਮਰੀ ਦੇ ਵਿੱਚ ਉਹ ਆਟੋਮੈਟਿਕਲੀ ਇਰੇਜ਼ ਹੋ ਜਾਂਦਾ ਹੈ, ਡਿਲੀਟ ਹੋ ਜਾਂਦਾ ਹੈ। ਸਮਝਿਓ, ਅਜਿਹੀ ਮੈਮਰੀ ਨੂੰ ਆਪਾਂ ਬੋਲਦੇ ਹਾਂ ਵੋਲਾਟਾਈਲ ਮੈਮਰੀ। ਵੋਲਾਟਾਈਲ ਮੈਮਰੀ ਅਜਿਹੀ ਹੁੰਦੀ ਹੈ ਇਹਦੇ ਵਿੱਚ ਜੋ ਵੀ ਡਾਟਾ ਹੈਗਾ ਉਹ ਉਦੋਂ ਤੱਕ ਹੀ ਰਹੂਗਾ ਜਦੋਂ ਤੱਕ ਉਹ ਡਿਵਾਈਸ ਤੁਹਾਡੀ ਔਨ ਹੈਗੀ ਹੈ। ਠੀਕ ਹੈ, ਜਦੋਂ ਹੀ ਡਿਵਾਈਸ ਬੰਦ ਹੋਈ, ਜੋ ਵੀ ਉਹਦੇ 'ਚ ਡਾਟਾ ਸੀਗਾ ਸਾਰਾ ਡਾਟਾ ਖਤਮ। ਇਹ ਹੁੰਦੀ ਹੈ ਵੋਲਾਟਾਈਲ ਮੈਮਰੀ। ਤੇ ਦੂਜੀ ਹੁੰਦੀ ਹੈ ਨੋਨ ਵੋਲਾਟਾਈਲ ਮੈਮਰੀ। ਨੋਨ ਵੋਲਾਟਾਈਲ ਮੈਮਰੀ ਉਹ ਵਾਲੀ ਮੈਮਰੀ ਹੁੰਦੀ ਹੈ ਬਈ ਜਿਹਦੇ 'ਚ ਜੋ ਡਾਟਾ ਹੈਗਾ ਆ ਉਹ ਹਮੇਸ਼ਾ ਪਰਮਾਨੈਂਟ ਸਟੋਰ ਰਹਿੰਦਾ ਹੈ। ਡਿਵਾਈਸ ਦੇ ਔਨ ਆਫ ਹੋਣ ਨਾਲ ਉਹਦੇ ਤੇ ਕੋਈ ਅਸਰ ਨਹੀਂ ਪੈਂਦਾ। ਇੱਕ ਵਾਰ ਜਿਹੜਾ ਡਾਟਾ ਇਹਦੇ 'ਚ ਰੱਖਤਾ, ਸੇਵ ਕਰਤਾ, ਉਹ ਹਮੇਸ਼ਾ ਰਹੂਗਾ ਜਦੋਂ ਤੱਕ ਆਪਾਂ ਖੁਦ ਉਹਨੂੰ ਡਿਲੀਟ ਨਹੀਂ ਕਰਾਂਗੇ ਜਾਂ ਫਿਰ ਉਹ ਕੋਈ ਫਾਈਲ ਵਾਇਰਸ ਵਗੈਰਾ ਕਰਕੇ ਉਹ ਕਰਪਟ ਵਗੈਰਾ ਹੋਗੀ, ਉਹ ਗੱਲ ਅਲੱਗ ਹੈ। ਠੀਕ ਹੈ, ਤਾਂ ਯਾਦ ਰੱਖਣਾ ਹੈ ਸਿਸਟਮ ਦੇ ਆਫ ਹੋਣ ਨਾਲ ਇਹਦੇ ਤੇ ਕੋਈ ਫਰਕ ਨਹੀਂ ਪੈਂਦਾ ਨੋਨ ਵੋਲਾਟਾਈਲ ਦੇ ਉੱਤੇ। ਠੀਕ ਹੈ, ਵੋਲਾਟਾਈਲ ਵਾਲੀ ਉਦੋਂ ਤੱਕ ਹੀ ਰਹੂਗੀ ਜਦੋਂ ਤੱਕ ਤੁਹਾਡੀ ਡਿਵਾਈਸ ਜਿਹੜੀ ਔਨ ਹੈ। ਬਾਕੀ ਇਹਨਾਂ ਨੂੰ ਆਪਾਂ ਡਿਟੇਲ 'ਚ ਪੜ੍ਹਨਾ ਹੈ, ਇਹ ਜਸਟ ਮੈਂ ਤੁਹਾਨੂੰ ਹਾਲੇ ਦੱਸ ਰਿਹਾ। ਓਕੇ, ਹੁਣ ਇਹ ਦੇਖੋ ਬਾਈ, ਜਿਹੜੀ ਸੈਕੰਡਰੀ ਮੈਮਰੀ ਹੁੰਦੀ ਹੈ, ਜਿਹੜੀ ਤੁਸੀਂ ਐਕਸਟਰਾ ਐਡ ਕਰਦੇ ਹੋ, ਤੁਹਾਡੇ ਮੋਬਾਈਲ ਦੇ ਵਿੱਚ ਮੈਮਰੀ ਕਾਰਡ ਪਾਉਂਦੇ ਹੋ, ਹੈ ਨਾ, SD ਕਾਰਡ ਜਾਂ ਫਿਰ ਪੈਨ ਡਰਾਈਵ, ਹਾਰਡ ਡਰਾਈਵ, ਜੋ ਵੀ ਤੁਸੀਂ ਯੂਜ਼ ਕਰਦੇ ਹੋ, CD ਯੂਜ਼ ਕਰਦੇ ਹੋ, DVD ਯੂਜ਼ ਕਰਦੇ ਹੋ, ਉਹ ਸਾਰੀ ਦੀ ਸਾਰੀ ਕਿਹੋ ਜਿਹੀ ਮੈਮਰੀ ਹੈਗੀ ਆ? ਉਹ ਪਰਮਾਨੈਂਟ ਹੁੰਦੀ ਹੈ ਨਾ। ਤੁਸੀਂ ਇੱਕ ਵਾਰ ਜੋ ਵੀ ਚੀਜ਼ ਮੈਮਰੀ ਕਾਰਡ ਦੇ ਵਿੱਚ ਪਾਤੀ ਉਹ ਹਮੇਸ਼ਾ ਰਹੂਗੀ ਜਦੋਂ ਤੱਕ ਖੁਦ ਤੁਸੀਂ ਉਹਨੂੰ ਡਿਲੀਟ ਨਹੀਂ ਕਰੋਗੇ। ਤਾਂ ਇੱਕ ਤਰ੍ਹਾਂ ਦੀ ਫਿਰ ਸੈਕੰਡਰੀ ਮੈਮਰੀ ਕਿਹੋ ਜਿਹੀ ਹੋਗੀ? ਸੈਕੰਡਰੀ ਮੈਮਰੀ ਹਮੇਸ਼ਾ ਨੋਨ ਵੋਲਾਟਾਈਲ ਹੁੰਦੀ ਹੈ। ਸੈਕੰਡਰੀ ਮੈਮਰੀ ਹਮੇਸ਼ਾ ਨੋਨ ਵੋਲਾਟਾਈਲ ਹੁੰਦੀ ਹੈ। ਠੀਕ ਹੈ, ਇਹ ਤਾਂ ਨਹੀਂ ਕਿ ਤੁਸੀਂ ਸੈਕੰਡਰੀ ਮੈਮਰੀ ਯਾਨੀ ਆਪਣੇ ਮੈਮਰੀ ਕਾਰਡ ਦੇ ਵਿੱਚ ਜਾਂ CD ਦੇ ਵਿੱਚ ਕੋਈ ਡਾਟਾ ਪਾਇਆ ਤੇ ਜਦੋਂ ਤੁਸੀਂ ਆਪਣਾ ਮੋਬਾਈਲ ਜਾਂ ਕੁਝ ਵੀ ਕੰਪਿਊਟਰ ਬੰਦ ਕਰਿਆ ਉਹਦੇ ਵਿੱਚੋਂ ਡਾਟਾ ਆਟੋਮੈਟਿਕਲੀ ਡਿਲੀਟ ਹੋ ਗਿਆ। ਐਦਾਂ ਕਦੀ ਵੀ ਨਹੀਂ ਹੁੰਦਾ। ਮੈਮਰੀ ਕਾਰਡ ਦੇ ਵਿੱਚ ਜਾਂ ਪੈਨ ਡਰਾਈਵ ਦੇ ਵਿੱਚ ਉਦੋਂ ਤੱਕ ਡਾਟਾ ਰਹੂਗਾ ਜਦੋਂ ਤੱਕ ਤੁਸੀਂ ਉਹਨੂੰ ਖੁਦ ਡਿਲੀਟ ਨਹੀਂ ਕਰਦੇ ਜਾਂ ਫਿਰ ਉਹ ਕਰਪਟ ਵਗੈਰਾ ਨਹੀਂ ਹੁੰਦਾ। ਠੀਕ ਹੈ, ਸਿਸਟਮ ਦੇ ਸਵਿਚ ਆਫ ਹੋਣ ਨਾਲ, ਬੰਦ ਹੋਣ ਨਾਲ, ਬਿਜਲੀ ਜਾਣ ਨਾਲ ਉਹਦੇ ਤੇ ਕੋਈ ਅਸਰ ਨਹੀਂ ਪੈਂਦਾ ਬਾਈ। ਤਾਂ ਇਹ ਸੈਕੰਡਰੀ ਮੈਮਰੀ ਹਮੇਸ਼ਾ ਨੋਨ ਵੋਲਾਟਾਈਲ ਹੁੰਦੀ ਹੈ। ਪ੍ਰਾਇਮਰੀ ਮੈਮਰੀ ਵੋਲਾਟਾਈਲ ਵੀ ਹੁੰਦੀ ਹੈ, ਨੋਨ ਵੋਲਾਟਾਈਲ ਵੀ ਹੁੰਦੀ ਹੈ, ਦੋਨੇ ਤਰ੍ਹਾਂ ਦੀ ਹੋ ਸਕਦੀ ਹੈ। ਉਹ ਕਿਉਂ, ਉਹ ਆਪਾਂ ਅੱਗੇ ਪੜਾਂਗੇ। ਠੀਕ ਹੈ, ਹੁਣ ਤੁਸੀਂ ਸਮਝ ਗਏ ਪ੍ਰਾਇਮਰੀ ਮੈਮਰੀ ਸੈਕੰਡਰੀ ਮੈਮਰੀ ਦੇ ਵਿੱਚ ਫਰਕ ਕੀ ਹੁੰਦਾ ਹੈ ਤੇ ਵੋਲਾਟਾਈਲ ਨੋਨ ਵੋਲਾਟਾਈਲ ਕੀ ਹੁੰਦੀ ਹੈ। ਹੁਣ ਇਹਨੂੰ ਆਪਾਂ ਧਿਆਨ ਨਾਲ ਦੇਖਦੇ ਹਾਂ। ਇਹ ਤਾਂ ਜਸਟ ਤੁਹਾਨੂੰ, ਕਿਉਂਕਿ ਇਹ ਵਰਡ ਅੱਗੇ ਬਾਰ-ਬਾਰ ਆਣੇ ਸੀ, ਇਸ ਕਰਕੇ ਮੈਂ ਤੁਹਾਨੂੰ ਹਲਕੇ ਜਿਹੇ ਇਹ ਵਰਡ ਤੁਹਾਨੂੰ ਇੱਥੇ ਕਰਾਏ ਆ। ਬਾਕੀ ਇਹਨੂੰ ਆਪਾਂ ਹੁਣ ਡਿਟੇਲ 'ਚ ਪੜ੍ਹਦੇ ਹਾਂ ਬਾਈ। ਟਾਈਪਸ ਆਫ ਮੈਮਰੀ। ਮੈਮਰੀ ਕਿੰਨੀ ਤਰ੍ਹਾਂ ਦੀ ਹੁੰਦੀ ਹੈ? ਪ੍ਰਾਇਮਰੀ ਮੈਮਰੀ, ਜਿਹਨੂੰ ਆਪਾਂ ਮੇਨ ਮੈਮਰੀ ਵੀ ਬੋਲ ਦਿੰਦੇ ਆ। ਸੈਕੰਡਰੀ ਮੈਮਰੀ, ਜਿਹਨੂੰ ਆਪਾਂ ਆਕਸੀਲਰੀ ਮੈਮਰੀ ਵੀ ਬੋਲ ਦਿੰਦੇ ਆ। ਸੈਕੰਡਰੀ ਮੈਮਰੀ ਪਤਾ ਹੈ ਨਾ, ਜਿਹੜੀ ਆਪਾਂ ਬਾਅਦ 'ਚ ਐਡ ਕਰਦੇ ਆ ਜਾਂ ਪਲੱਗ ਕਰਦੇ ਆ, ਇੱਕ ਤਰ੍ਹਾਂ ਨਾਲ ਬਾਅਦ ਦੇ ਵਿੱਚ ਇਹਨੂੰ ਜੋੜਦੇ ਆ, ਤਾਂ ਇਹ ਹੁੰਦੀ ਹੈ ਜਿਵੇਂ ਐਗਜ਼ਾਮਪਲ ਤੁਹਾਡੀ ਪੈਨ ਡਰਾਈਵ ਹੋ ਗਈ, CD ਹੋ ਗਈ, DVD ਹੋ ਗਈ, USB ਹੋ ਗਈ, ਹੈ ਨਾ, USB ਜਿਹਨੂੰ ਆਪਾਂ ਪੈਨ ਡਰਾਈਵ ਬੋਲਦੇ ਆ ਨਾ, ਉਹੀ ਹੋ ਗਿਆ ਮਤਲਬ USB। ਠੀਕ ਹੈ, ਮੈਮਰੀ ਕਾਰਡ, SD ਕਾਰਡ ਹੋ ਗਿਆ। ਇਹ ਐਦਾਂ ਕਰਕੇ ਇਹ ਸਾਰੀ ਜਿਹੜੀ ਚੀਜ਼ਾਂ ਹੈਗੀਆਂ, ਉਹ ਹੋ ਗਈ ਆਪਣੀ ਫਲੋਪੀ ਹੋ ਗਈ ਬਾਈ, ਇਹ ਸਾਰੀ ਸੈਕੰਡਰੀ ਮੈਮਰੀ ਹੁੰਦੀ ਹੈ। ਤੇ ਪ੍ਰਾਇਮਰੀ ਮੈਮਰੀ ਜਿਹੜੀ ਕਿ ਆਪਣੀ ਹੁੰਦੀ ਹੈ ਕੰਪਿਊਟਰ ਦੀ ਜਾਂ ਤੁਹਾਡੇ ਮੋਬਾਈਲ ਦੀ, RAM ਤੁਸੀਂ ਸੁਣਿਆ ਹੋਣਾ, ROM ਸੁਣਿਆ ਹੋਣਾ, ਹੈ ਨਾ। ਇਹ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ, ਬਾਕੀ ਇਹਨੂੰ ਡਿਟੇਲ 'ਚ ਪੜਾਂਗੇ ਆਪਾਂ। ਇੱਥੋਂ ਤੱਕ ਕਲੀਅਰ ਹੈ ਤੁਹਾਨੂੰ ਸਾਰਿਆਂ ਨੂੰ? ਤੇ ਬਾਕੀ ਉਹੀ ਪੁਆਇੰਟ, ਮੈਮਰੀ ਜਿਹੜੀ ਹੁੰਦੀ ਹੈ ਜਾਂ ਤਾਂ ਉਹ ਵੋਲਾਟਾਈਲ ਹੁੰਦੀ ਹੈ ਜਾਂ ਨੋਨ ਵੋਲਾਟਾਈਲ ਹੁੰਦੀ ਹੈ। ਵੋਲਾਟਾਈਲ ਕਿਹੜੀ ਹੁੰਦੀ ਹੈ? ਵੋਲਾਟਾਈਲ ਮੈਮਰੀ ਇੱਕ ਕੰਪਿਊਟਰ ਮੈਮਰੀ ਹੈ ਜਿਸ ਨੂੰ ਸਟੋਰ ਕੀਤੀ ਜਾਣਕਾਰੀ ਨੂੰ ਬਰਕਰਾਰ ਰੱਖਣ ਲਈ ਪਾਵਰ ਦੀ ਲੋੜ ਹੁੰਦੀ ਹੈ। ਠੀਕ ਹੈ ਨਾ, ਤਾਂ ਵੋਲਾਟਾਈਲ ਮੈਮਰੀ ਉਹ ਵਾਲੀ ਮੈਮਰੀ ਹੈ ਬਈ ਇਹਦੇ 'ਚ ਡਾਟਾ ਉਸ ਟਾਈਮ ਤੱਕ ਹੀ ਰਹੂਗਾ ਜਦੋਂ ਤੱਕ ਪਾਵਰ ਹੈ, ਜਦੋਂ ਤੱਕ ਡਿਵਾਈਸ ਤੁਹਾਡੀ ਔਨ ਹੈ, ਜਦੋਂ ਤੱਕ ਡਿਵਾਈਸ ਤੁਹਾਡੀ ਔਨ ਹੈ ਉਦੋਂ ਤੱਕ ਹੀ ਵੋਲਾਟਾਈਲ ਮੈਮਰੀ, ਮਤਲਬ ਉਦੋਂ ਤੱਕ ਹੀ ਇਹ ਡਾਟਾ ਰਹਿੰਦਾ ਹੈ। ਇਸ ਨੂੰ ਆਪਾਂ ਵੋਲਾਟਾਈਲ ਮੈਮਰੀ ਬੋਲਦੇ ਆ। ਤੇ ਨੋਨ ਵੋਲਾਟਾਈਲ ਉਹ ਵਾਲੀ ਮੈਮਰੀ ਹੋਗੀ ਬਈ ਜਿਹਦੇ 'ਚ ਇੱਕ ਵਾਰ ਜੋ ਇਨਫੋਰਮੇਸ਼ਨ ਸਟੋਰ ਕਰਤੀ, ਤੁਸੀਂ ਜੋ ਵੀ ਡਾਟਾ ਸਟੋਰ ਕਰਤਾ, ਉਹ ਬਰਕਰਾਰ ਰੱਖਣ ਲਈ ਉਹਨੂੰ ਪਾਵਰ ਦੀ ਲੋੜ ਨਹੀਂ ਹੁੰਦੀ, ਉਹਦੇ 'ਚ ਹਮੇਸ਼ਾ ਵਾਸਤੇ ਹੁੰਦੀ ਆ ਉਹ ਚੀਜ਼। ਠੀਕ ਹੈ, ਉਹ ਪਰਮਾਨੈਂਟ ਹੋਗੀ ਬਾਈ। ਠੀਕ ਹੈ, ਯਾਦ ਰੱਖ ਲੈਣਾ, ਇਹਦਾ ਸਕਰੀਨਸ਼ਾਟ ਲੈ ਲਓ ਤੁਸੀਂ। ਇਹਨੂੰ ਮੈਂ ਕਲੀਅਰ ਕਰਦਾ ਇੱਕ ਵਾਰ। ਇਹਨੂੰ ਚੰਗੀ ਤਰ੍ਹਾਂ ਯਾਦ ਰੱਖਣਾ ਕਿਉਂਕਿ ਤੁਹਾਨੂੰ ਪੁੱਛਿਆ ਜਾਂਦਾ ਹੈ ਕਿਹੜੀ ਮੈਮਰੀ ਵੋਲਾਟਾਈਲ ਹੁੰਦੀ ਹੈ, ਕਿਹੜੀ ਨੋਨ ਵੋਲਾਟਾਈਲ ਹੁੰਦੀ ਹੈ। ਇਹਨੂੰ ਧਿਆਨ ਨਾਲ ਤੁਸੀਂ ਨੋਟ ਕਰਨਾ ਚੰਗੀ ਤਰ੍ਹਾਂ। ਜਿਹੜੀ ਮੈਮਰੀ ਦੇ ਵਿੱਚ ਇਨਫੋਰਮੇਸ਼ਨ ਹਮੇਸ਼ਾ ਵਾਸਤੇ ਸਟੋਰ ਹੋਗੀ, ਪਾਵਰ ਜਾਣ ਨਾਲ ਉਹਦੇ ਤੇ ਕੋਈ ਇਫੈਕਟ ਨਹੀਂ ਪੈਂਦਾ, ਨਾ ਉਹ ਡਿਲੀਟ ਹੁੰਦੀ ਹੈ ਚੀਜ਼, ਉਹ ਹੁੰਦੀ ਹੈ ਨੋਨ ਵੋਲਾਟਾਈਲ।
ਜਿਹਦੇ 'ਚ ਡਿਲੀਟ ਹੋ ਜਾਂਦੀ ਹੈ ਉਹ ਹੁੰਦੀ ਹੈ ਵੋਲਾਟਾਈਲ। ਸਿੰਪਲ ਜੀ ਗੱਲ ਹੈ, ਠੀਕ ਹੈ। ਇਹ ਚੱਕ ਲਓ ਬਈ ਸਕਰੀਨਸ਼ਾਟ ਇਹਦਾ, ਠੀਕ ਹੈ। ਨੈਕਸਟ ਆ ਜਾਓ, ਠੀਕ ਹੈ। ਹੁਣ ਤੁਹਾਨੂੰ ਪਤਾ ਲੱਗਿਆ ਨਾ ਸਾਰਾ, ਵੋਲਾਟਾਈਲ ਕੀ ਹੁੰਦੀ ਹੈ, ਨੋਨ ਵੋਲਾਟਾਈਲ ਕੀ ਹੁੰਦੀ ਹੈ, ਦੋਨਾਂ ਬਾਰੇ ਪਤਾ ਲੱਗ ਗਿਆ। ਹੁਣ ਆਪਾਂ ਪ੍ਰਾਇਮਰੀ ਤੇ ਸੈਕੰਡਰੀ ਨੂੰ ਦੇਖਦੇ ਆ। ਸਭ ਤੋਂ ਪਹਿਲਾਂ ਇਹ ਦੇਖੋ ਧਿਆਨ ਨਾਲ, ਪ੍ਰਾਇਮਰੀ ਮੈਮਰੀ ਯਾਦ ਹੈ ਨਾ, ਜਿਹੜੀ ਮੇਨ ਮੈਮਰੀ ਹੁੰਦੀ ਹੈ ਕੰਪਿਊਟਰ ਦੀ ਆਪਣੀ ਮੈਮਰੀ ਹੁੰਦੀ ਹੈ, ਬਸ ਇਦਾਂ ਯਾਦ ਰੱਖੋ, ਆਪਣੀ ਮੈਮਰੀ ਹੁੰਦੀ ਹੈ ਤੁਹਾਡੀ ਡਿਵਾਈਸ ਦੀ, ਤੁਹਾਡੇ ਮੋਬਾਈਲ ਦੀ, ਤੁਹਾਡੇ ਕੰਪਿਊਟਰ ਦੀ, ਲੈਪਟਾਪ ਜੋ ਵੀ ਤੁਸੀਂ ਯੂਜ਼ ਕਰ ਰਹੇ ਹੋ, ਜਿਹੜੀ ਉਹਦੀ ਆਪਣੀ ਮੈਮਰੀ ਹੈਗੀ ਆ ਉਹੀ ਹੁੰਦੀ ਹੈ ਪ੍ਰਾਇਮਰੀ ਮੈਮਰੀ ਜਾਂ ਮੇਨ ਮੈਮਰੀ। ਜਿਹੜੀ ਆਪਾਂ ਬਾਅਦ ਚ ਐਡ ਕਰਦੇ ਆ ਐਕਸਟਰਾ, ਹਨਾ, ਐਡ ਕਰਦੇ ਆ ਐਕਸਟਰਾ, ਉਹ ਹੁੰਦੀ ਹੈ ਸੈਕੰਡਰੀ ਮੈਮਰੀ। ਤੇ ਇਹ ਹਮੇਸ਼ਾ ਇਹਦੇ ਚ ਜੋ ਵੀ ਆਪਾਂ ਡਾਟਾ ਪਾਵਾਂਗੇ, ਤੁਹਾਡੇ ਮੈਮਰੀ ਕਾਰਡ, SD ਕਾਰਡ, ਹਨਾ, SD ਕਾਰਡ, ਪੈਨ ਡਰਾਈਵ, CD, DVD, ਇਹਨਾਂ 'ਚ ਜੋ ਵੀ ਡਾਟਾ ਪਾਇਆ ਜਾਂਦਾ ਹੈ ਬਈ, ਉਹ ਹਮੇਸ਼ਾ ਵਾਸਤੇ ਹੀ ਤਾਂ ਹੁੰਦਾ ਹੈ, ਪਰਮਾਨੈਂਟ ਸਟੋਰ ਕਰਦੇ ਆ। ਪਾਵਰ ਜਾਣ ਨਾਲ ਇਹ ਥੋੜੀ ਹੁੰਦਾ ਕਿ ਤੁਸੀਂ ਕੰਪਿਊਟਰ ਬੰਦ ਕਰਤਾ, ਪੈਨ ਡਰਾਈਵ 'ਚ ਜੋ ਸੀਗਾ ਉਹ ਸਾਰਾ ਡਿਲੀਟ ਹੋ ਗਿਆ, ਆਪਣਾ ਮੋਬਾਈਲ ਸਵਿਚ ਆਫ ਕਰਤਾ, ਜੋ ਸੀਗਾ ਸਾਰੀ ਇਨਫੋਰਮੇਸ਼ਨ ਡਿਲੀਟ ਹੋ ਗਈ, ਐਦਾਂ ਤਾਂ ਨਹੀਂ ਹੁੰਦਾ। ਤਾਂ ਬਸ ਉਹੀ ਹੈ, ਸੈਕੰਡਰੀ ਮੈਮਰੀ ਜਿਹੜੀ ਹੁੰਦੀ ਹੈ ਇਹ ਹਮੇਸ਼ਾ ਨੋਨ ਵੋਲਾਟਾਈਲ ਹੁੰਦੀ ਹੈ, ਹਮੇਸ਼ਾ ਨੋਨ ਵੋਲਾਟਾਈਲ ਹੈ ਜਿਹੜੀ ਹੁੰਦੀ ਹੈ, ਠੀਕ ਹੈ। ਇਹਨੂੰ ਪੜ੍ਹਨਾ ਆਪਾਂ ਨੇ, ਇਹਨੂੰ ਵੀ ਡਿਟੇਲ ਦੇ ਵਿੱਚ ਪੜ੍ਹਨਾ ਹੈ। ਇਹ ਟੌਪਿਕ ਥੋੜਾ ਲੰਬਾ ਹੈ, ਇਹ ਛੋਟਾ ਹੈ, ਪਹਿਲਾਂ ਇਹ ਜਲਦੀ ਨਿਬੜ ਜੂਗਾ, ਤਾਂ ਪਹਿਲਾਂ ਆਪਾਂ ਇਹਨੂੰ ਕਰ ਲੈਂਦੇ ਆ ਬਈ, ਸੈਕੰਡਰੀ ਮੈਮਰੀ ਨੂੰ ਪਹਿਲਾਂ ਕਰ ਲਾਂਗੇ, ਫਿਰ ਆਪਾਂ ਪ੍ਰਾਇਮਰੀ ਨੂੰ ਕਰਾਂਗੇ, ਠੀਕ ਹੈ। ਤਾਂ ਸੈਕੰਡਰੀ ਮੈਮਰੀ ਬਾਰੇ ਪੜ੍ਹਦੇ ਹਾਂ। ਹਾਂਜੀ, ਸੈਕੰਡਰੀ ਮੈਮਰੀ, ਇਸ ਨੂੰ ਐਡੀਸ਼ਨਲ ਮੈਮਰੀ ਕਹਿੰਦੇ ਆ, ਬੈਕਅਪ ਮੈਮਰੀ ਕਹਿੰਦੇ ਆ, ਆਕਸੀਲਰੀ ਮੈਮਰੀ ਕਹਿੰਦੇ ਆ, ਪਲੱਗ ਮੈਮਰੀ ਕਹਿੰਦੇ ਆ। ਯਾਦ ਰੱਖਣਾ ਹੈ, ਸਾਰਾ ਕੁਝ ਪੁੱਛਿਆ ਜਾਂਦਾ ਹੈ ਕਿ ਕਿਹੋ ਜੀ ਮੈਮਰੀ ਨੂੰ ਐਡੀਸ਼ਨਲ ਮੈਮਰੀ ਕਿਹਾ ਜਾਂਦਾ ਹੈ, ਕਿਹੋ ਜੀ ਨੂੰ ਬੈਕਅਪ ਕਿਹਾ ਜਾਂਦਾ ਹੈ, ਕਿਹੜੀ ਮੈਮਰੀ ਨੂੰ ਆਕਸੀਲਰੀ ਮੈਮਰੀ ਕਿਹਾ ਜਾਂਦਾ ਹੈ, ਕਿਹੜੀ ਮੈਮਰੀ ਨੂੰ ਪਲੱਗ ਮੈਮਰੀ ਕਿਹਾ ਜਾਂਦਾ ਹੈ। ਇਹ ਕੁਐਸਚਨ 4 ਕੁਐਸਚਨ ਤੁਹਾਡੇ ਬਣਦੇ ਆ। ਤਾਂ ਸੈਕੰਡਰੀ ਮੈਮਰੀ ਨੂੰ ਕਿਹਾ ਜਾਂਦਾ ਹੈ ਤੇ ਇਹ ਹਮੇਸ਼ਾ ਨੋਨ ਵੋਲਾਟਾਈਲ ਹੁੰਦੀ ਹੈ। ਹਮੇਸ਼ਾ ਕਿਹੋ ਜੀ ਹੁੰਦੀ ਹੈ? ਨੋਨ ਵੋਲਾਟਾਈਲ ਮੈਮਰੀ। ਸੈਕੰਡਰੀ ਮੈਮਰੀ ਹਮੇਸ਼ਾ ਨੋਨ ਵੋਲਾਟਾਈਲ ਹੁੰਦੀ ਹੈ, ਯਾਨੀ ਇਹਦੇ ਉੱਤੇ ਬਿਜਲੀ ਦੇ ਜਾਣ ਦਾ, ਪਾਵਰ ਦੇ ਜਾਣ ਦਾ ਕੋਈ ਅਸਰ ਨਹੀਂ ਪੈਂਦਾ, ਇਹਦੇ ਚੋਂ ਡਾਟਾ ਡਿਲੀਟ ਨਹੀਂ ਹੁੰਦਾ ਬਾਈ ਸਵਿਚ ਆਫ ਕਰਨ ਦੇ ਨਾਲ, ਠੀਕ ਹੈ। ਬਾਕੀ ਕੁਝ ਗੱਲਾਂ ਹੋਰ ਦੇਖ ਲਓ। ਡਾਟਾ ਇਨ ਸੈਕੰਡਰੀ ਮੈਮਰੀ ਕੈਨ ਨੋਟ ਬੀ ਪ੍ਰੋਸੈਸਡ ਡਾਇਰੈਕਟਲੀ ਬਾਈ ਦਾ CPU, ਇਟ ਮਸਟ ਫਸਟ ਬੀ ਕਾਪੀਡ ਇਨਟੂ ਪ੍ਰਾਇਮਰੀ ਮੈਮਰੀ। ਇਹਦੇ ਵਿੱਚ ਜੋ ਵੀ ਡਾਟਾ ਹੁੰਦਾ ਹੈ ਉਹ ਆਪਣਾ ਕੰਪਿਊਟਰ ਡਾਇਰੈਕਟਲੀ ਨਹੀਂ ਚੱਕਦਾ ਬਾਈ, ਠੀਕ ਹੈ। ਇਹਦੇ ਵਿੱਚ ਜੋ ਵੀ ਡਾਟਾ ਹੁੰਦਾ ਹੈ ਉਹਨੂੰ ਆਪਣਾ ਕੰਪਿਊਟਰ ਹੈ ਜਿਹੜਾ ਪਹਿਲਾਂ RAM ਦੇ ਵਿੱਚ ਲੈ ਕੇ ਆਂਦਾ, ਪਹਿਲਾਂ ਇਸ ਨੂੰ ਪ੍ਰਾਇਮਰੀ ਮੈਮਰੀ ਦੇ ਵਿੱਚ ਲੈ ਕੇ ਆਂਦਾ ਹੈ, ਠੀਕ ਹੈ। ਦੇਖੋ ਇਹ ਆਪਣਾ ਕੰਪਿਊਟਰ ਹੋ ਗਿਆ, ਮੰਨ ਲਓ CPU ਹੈ ਆਪਣਾ, ਜਾਂ ਆਪਣਾ ਕੰਪਿਊਟਰ ਹੋ ਗਿਆ, ਠੀਕ ਹੈ। ਇਹਦੀ ਆਪਣੀ ਮੈਮਰੀ ਵੀ ਤਾਂ ਹੈਗੀ ਹੈ ਜਿਹਨੂੰ ਆਪਾਂ ਪ੍ਰਾਇਮਰੀ ਮੈਮਰੀ ਬੋਲ ਰਹੇ ਹਾਂ, ਠੀਕ ਹੈ। ਉਹਦੇ ਵਿੱਚ RAM ਆਂਦੀ ਹੈ, ਉਹਦੇ 'ਚ ROM ਆਂਦਾ ਹੈ, ਤੇ ਆਪਾਂ ਨੇ ਇੱਕ ਐਕਸਟਰਾ ਮੈਮਰੀ ਵੀ ਜੋੜਤੀ ਸਟੋਰੇਜ ਵਧਾਉਣ ਵਾਸਤੇ, ਇਹਨੂੰ ਆਪਾਂ ਸੈਕੰਡਰੀ ਬੋਲ ਰਹੇ ਹਾਂ, ਠੀਕ ਹੈ। ਇਹਦੇ 'ਚ ਜੋ ਵੀ ਇਨਫੋਰਮੇਸ਼ਨ ਹੈਗੀ, ਜੋ ਵੀ ਡਾਟਾ ਹੈਗਾ ਆਪਾਂ ਨੂੰ ਚਾਹੀਦਾ ਤਾਂ ਆਪਾਂ ਕੰਪਿਊਟਰ ਦਾ ਯੂਜ਼ ਕਰਕੇ ਇਹਨੂੰ ਚੱਕਾਂਗੇ ਨਾ ਡਾਟੇ ਨੂੰ, ਤਾਂ ਕੰਪਿਊਟਰ ਡਾਇਰੈਕਟ ਇਹਨੂੰ ਨਹੀਂ ਚੱਕਦਾ। ਪਹਿਲਾਂ ਇਹ ਜਿਹੜੀ ਚੀਜ਼ ਹੈਗੀ ਹੈ, ਇਹਦੇ 'ਚ ਜੋ ਵੀ ਡਾਟਾ ਇਨਫੋਰਮੇਸ਼ਨ ਹੈਗੀ ਉਹ ਸਾਡੀ RAM 'ਚ ਆਊਗੀ, RAM 'ਚ ਆਊਗੀ। ਫਿਰ ਇੱਥੇ ਆਉਣ ਤੋਂ ਬਾਅਦ ਆਪਾਂ ਉਸ ਨੂੰ ਆਪਣਾ ਜਿਹੜਾ CPU ਹੈ ਉਸ ਨੂੰ ਯੂਜ਼ ਦੇ ਵਿੱਚ ਲੈ ਕੇ ਆਊਗਾ। ਤਾਂ ਸੈਕੰਡਰੀ ਮੈਮਰੀ ਤੋਂ ਡਾਟਾ ਪਹਿਲਾਂ ਪ੍ਰਾਇਮਰੀ 'ਚ ਆਉਂਦਾ ਇੱਕ ਤਰ੍ਹਾਂ ਨਾਲ, ਫਿਰ ਹੀ ਉਹ ਵਰਤਿਆ ਜਾਂਦਾ। ਇਹ ਯਾਦ ਰੱਖਣਾ ਆਪਾਂ ਨੇ ਪੁਆਇੰਟ, ਠੀਕ ਹੈ। ਉਸ ਤੋਂ ਬਾਅਦ ਸਲੋ ਹੁੰਦੀ ਹੈ, ਯਾਦ ਰੱਖ ਲੈਣਾ ਪੁਆਇੰਟ, ਸਸਤੀ ਹੁੰਦੀ ਹੈ, ਬਸ ਹੈ ਨਾ। ਇਟ ਇਜ਼ ਦੀ ਸਲੋਅਰ ਚੀਪਰ ਫਾਰਮ ਆਫ ਮੈਮਰੀ। ਤੇ ਪਰਮਾਨੈਂਟ ਹੁੰਦੀ ਹੈ, ਉਹ ਤਾਂ ਤੁਹਾਨੂੰ ਪਤਾ ਹੀ ਹੈ, ਨੋਨ ਵੋਲਾਟਾਈਲ ਜੇ ਹੈਗੀ ਹੈ ਤਾਂ ਪਰਮਾਨੈਂਟ ਤਾਂ ਹੋਊਗੀ। ਬਸ ਇਹ ਪੁਆਇੰਟ ਹੈ ਜਿਹੜੇ ਯਾਦ ਰੱਖਣੇ ਇਸ ਬਾਰੇ, ਠੀਕ ਹੈ। ਐਗਜ਼ਾਮਪਲਾਂ ਮੈਂ ਤੁਹਾਨੂੰ 2-3 ਵਾਰ ਦੱਸ ਚੁੱਕਿਆ, ਇੱਥੇ ਕੱਟ ਗਈ ਕੋਈ ਚੱਕਰ ਨਹੀਂ, ਮੈਂ ਲਿਖ ਦੂੰ ਐਗਜ਼ਾਮਪਲ, ਠੀਕ ਹੈ। ਐਗਜ਼ਾਮਪਲਾਂ ਕਿਹੜੀਆਂ? ਪੈਨ ਡਰਾਈਵ ਹੋ ਗਈ ਜੀ, ਓਕੇ, ਪੈਨ ਡਰਾਈਵ ਹੋ ਗਈ, ਹਾਰਡ ਡਰਾਈਵ ਹੋ ਗਈ, ਸੌਰੀ ਹਾਰਡ ਡਿਸਕ ਲਿਖ ਹੀ ਦਿੰਦਾ, ਹਾਰਡ ਡਿਸਕ। ਨੈਕਸਟ ਕਿਹੜੀ ਹੈ? ਮੈਮਰੀ ਕਾਰਡ, ਜਿਹੜਾ ਤੁਸੀਂ ਮੋਬਾਈਲ ਵਿੱਚ ਪਾਉਂਦੇ ਹੋ, ਹੈ ਨਾ, ਮੈਮਰੀ ਕਾਰਡ। CD ਹੋ ਗਈ, DVD ਹੋ ਗਈ, ਤੇ ਆਪਣੀ ਇੱਕ ਫਲੋਪੀ ਹੋ ਗਈ। ਇਹਨਾਂ ਬਾਰੇ ਕੱਲੀ ਚੀਜ਼ ਬਾਰੇ ਆਪਾਂ ਨੇ ਪੜ੍ਹਨਾ ਵੀ ਹੈ। ਫਲੋਪੀ ਦੇ ਉੱਤੇ ਵੀ ਕੁਐਸਚਨ ਆਉਂਦਾ ਹੈ, ਫਲੋਪੀ ਕੀ ਹੁੰਦੀ ਹੈ, ਕਿੰਨੀ ਤਰ੍ਹਾਂ ਦੀ ਹੁੰਦੀ ਹੈ। DVD ਦੇ ਉੱਤੇ ਵੀ, CD ਦੇ ਉੱਤੇ ਵੀ, ਮੈਮਰੀ ਕਾਰਡ, ਹਾਰਡ ਡਿਸਕ, ਪੈਨ ਡਰਾਈਵ, ਹਰ ਚੀਜ਼, ਹਰ ਇੱਕ ਐਗਜ਼ਾਮਪਲ ਦੇ ਉੱਤੇ ਕੁਐਸਚਨ ਆਉਂਦਾ ਹੈ। ਤੇ ਇਸ ਕੱਲੀ ਐਗਜ਼ਾਮਪਲ ਨੂੰ ਆਪਾਂ ਨੇ ਪੜ੍ਹਨਾ ਹੈ, ਬਟ ਵੀਡੀਓ ਦੇ ਐਂਡ 'ਚ ਪੜਾਂਗੇ, ਠੀਕ ਹੈ। ਕਿੱਥੇ ਪੜਾਂਗੇ? ਵੀਡੀਓ ਦੇ ਐਂਡ 'ਚ ਆਪਾਂ ਇਹਨਾਂ ਬਾਰੇ ਪੜਾਂਗੇ, ਪੈਨ ਡਰਾਈਵ ਬਾਰੇ ਵੀ, ਹਾਰਡ ਡਿਸਕ ਬਾਰੇ ਵੀ। ਫਿਲਹਾਲ ਤੁਹਾਨੂੰ ਸੈਕੰਡਰੀ ਮੈਮਰੀ ਬਾਰੇ ਪਤਾ ਲੱਗ ਗਿਆ, ਠੀਕ ਹੈ। ਚਲਿਏ ਜੀ ਫਿਰ ਅੱਗੇ। ਜੋ ਵੀ ਡਾਟਾ ਸੈਕੰਡਰੀ ਮੈਮਰੀ ਦੇ ਵਿੱਚ ਹੁੰਦਾ ਹੈ ਨਾ, ਜੋ ਵੀ ਡਾਟਾ ਸੈਕੰਡਰੀ ਮੈਮਰੀ ਦੇ ਵਿੱਚ ਹੁੰਦਾ, ਉਹਨੂੰ ਆਪਾਂ ਨੇ ਐਕਸੈਸ ਕਰਨਾ ਹੁੰਦਾ ਹੈ, ਠੀਕ ਹੈ। ਉਹਨੂੰ ਮਤਲਬ ਆਪਾਂ ਨੇ ਯੂਜ਼ ਕਰਨਾ, ਤਾਂ ਉਹ 2 ਤਰੀਕੇ ਦੇ ਨਾਲ ਯੂਜ਼ ਹੁੰਦਾ, ਯਾਦ ਰੱਖਣਾ। देयर आर 2 मैथड फॉर असेसिंग द डाटा फ्रॉम सेकेंडरी मैमरी। डाटा ਆਪਾਂ ਨੇ ਲੈਣਾ, ਉਹਦੇ 2 ਮੈਥਡ ਹੈ, ਇੱਕ ਹੈਗਾ ਸੀਕੁਐਂਸ਼ਲ
ਤੇ ਇੱਕ ਹੈਗਾ ਡਾਇਰੈਕਟ ਡਾਟਾ। ਹੁਣ ਦੇਖੋ ਬਈ, ਸੈਕੰਡਰੀ ਮੈਮਰੀ ਆਪਾਂ ਇੱਕ ਐਗਜ਼ਾਮਪਲ ਚੱਕ ਲੈਂਦੇ ਤੁਹਾਡੇ ਵਾਲਾ ਮੈਮਰੀ ਕਾਰਡ। ਸੈਕੰਡਰੀ ਮੈਮਰੀ ਹੈ ਨਾ, ਐਕਸਟਰਾ ਆਪਾਂ ਨੇ ਪਾਇਆ ਹੋਇਆ ਮੋਬਾਈਲ ਦੇ ਵਿੱਚ। ਤੁਹਾਡੇ ਮੈਮਰੀ ਕਾਰਡ ਦੇ ਵਿੱਚ 50 ਗਾਣੇ ਪਏ ਹੈ। ਪੂਰੀ ਲਿਸਟ ਤੁਸੀਂ ਬਣਾ ਰੱਖੀ ਹੈ, ਪਹਿਲੇ ਨੰਬਰ ਤੇ ਇੱਕ ਗਾਣਾ ਹੈਗਾ, ਦੂਜੇ ਤੇ ਹੈਗਾ, ਤੀਜੇ ਤੇ ਹੈਗਾ ਨਾ। ਤੁਹਾਡਾ ਮਨ ਕਰਿਆ ਕਿ ਤੁਸੀਂ ਸੁਣਨਾ ਹੈ ਕਰਨ ਔਜਲਾ, ਉਹਦਾ ਗਾਣਾ ਪਿਆ 50ਵੇਂ ਨੰਬਰ ਤੇ, ਸਭ ਤੋਂ ਐਂਡ ਦੇ ਵਿੱਚ। ਹੁਣ ਤੁਸੀਂ ਸਿੱਧਾ 50 ਨੰਬਰ ਗਾਣਾ ਪਲੇ ਕਰ ਸਕਦੇ ਹੋ, ਜਾਂ ਫਿਰ ਤੁਹਾਨੂੰ ਪਹਿਲਾਂ ਇੱਕ ਸੁਣਨਾ ਪਊਗਾ, ਫਿਰ ਦੂਜਾ, ਫਿਰ ਤੀਜਾ, ਚੌਥਾ। ਐਦਾਂ ਤਾਂ ਨਹੀਂ ਹੈਗਾ, ਤੁਸੀਂ ਡਾਇਰੈਕਟ 50ਵੇਂ ਤੇ ਜਾਓਗੇ, ਸਿੱਧਾ ਕਰਨ ਔਜਲਾ ਪਲੇ ਕਰੋਗੇ, ਐਦਾਂ ਹੀ ਹੈ ਨਾ। ਤਾਂ ਇਹ ਹੁੰਦਾ ਹੈ ਡਾਇਰੈਕਟ ਡਾਟਾ, ਮਤਲਬ ਇਹ ਹੁੰਦਾ ਹੈ ਡਾਇਰੈਕਟ ਮੈਥਡ। ਠੀਕ ਹੈ, ਸਿੱਧਾ ਡਾਇਰੈਕਟਲੀ ਤੁਸੀਂ ਡਾਟਾ ਕੋਲ ਪਹੁੰਚ ਗਏ, ਜਿਹੜਾ ਅੱਜ ਕੱਲ੍ਹ ਤੁਹਾਡੇ ਮੈਮਰੀ ਕਾਰਡ ਦੇ ਵਿੱਚ ਹੁੰਦਾ ਹੈ। ਠੀਕ ਹੈ, ਮੈਗਨੈਟਿਕ ਡਿਸਕ ਵਗੈਰਾ, ਜੋ ਵੀ ਇਹਦੀ ਐਗਜ਼ਾਮਪਲ ਲਿਖ ਲਓ, ਮੈਗਨੈਟਿਕ ਡਿਸਕ, ਮੈਮਰੀ ਕਾਰਡ ਵਗੈਰਾ, ਇਹਨਾਂ ਦੇ ਵਿੱਚ ਇਦਾਂ ਹੀ ਹੁੰਦਾ, ਜਾਂ ਤੁਹਾਡੀ ਪੈਨ ਡਰਾਈਵ ਹੋ ਗਈ। ਬਟ ਪੁਰਾਣੇ ਟਾਈਮਾਂ ਦੇ ਵਿੱਚ ਕੀ ਹੁੰਦਾ ਸੀ, ਇੱਕ ਡੈਕ ਵਾਲੀ ਰੀਲ ਹੁੰਦੀ ਸੀ, ਯਾਦ ਆਈ ਹੈ ਤੁਹਾਨੂੰ? ਐਦਾਂ ਦੀ ਇੱਕ ਰੀਲ ਹੁੰਦੀ ਸੀ, ਠੀਕ ਹੈ ਨਾ। ਇਹਦੇ 'ਚ ਮੈਗਨੈਟਿਕ ਟੇਪ ਹੁੰਦੀ ਸੀ, ਐਦਾਂ ਕਰਕੇ ਰੀਲ ਇਹਦੇ 'ਚ ਗਾਣੇ ਪਾਏ ਹੋਏ ਹੁੰਦੇ ਸੀ। A ਸਾਈਡ ਹੁੰਦੀ ਸੀ ਇਹਦੀ, B ਸਾਈਡ ਹੁੰਦੀ ਸੀ। ਠੀਕ ਹੈ, ਜੇ ਨਹੀਂ ਤੁਹਾਨੂੰ ਪਤਾ, ਇੱਕ ਵਾਰ ਘਰਦਿਆਂ ਨੂੰ ਪੁੱਛ ਕੇ ਦੇਖੋ ਡੈਕ ਦੀ ਰੀਲ ਕੀ ਹੁੰਦੀ ਹੈ, ਕਿਸੇ ਦੇ ਘਰ ਤਾਂ ਪਈ ਵੀ ਹੋਣੀ ਹਲੇ। ਠੀਕ ਹੈ, ਇਸ ਰੀਲ ਦੇ ਵਿੱਚ ਕੀ ਹੁੰਦਾ ਸੀ ਬਈ, ਸਾਰੇ ਕੁਝ ਇਨਫੋਰਮੇਸ਼ਨ ਹੈ ਜਿਹੜੀ ਰਿਕਾਰਡ ਹੋਈ ਵੀ ਹੁੰਦੀ ਸੀ, ਜਾਂ VCR ਦੀ ਕੈਸਟ ਹੁੰਦੀ ਸੀ। ਠੀਕ ਹੈ, ਡੈਕ ਦੀ ਰੀਲ ਜਾਂ ਕੈਸਟ। ਇਹਦੇ ਵਿੱਚ ਕੀ ਹੈ, ਮੰਨ ਲਓ A ਸਾਈਡ ਹੈਗੀ ਆ, ਇੱਕ B ਸਾਈਡ ਹੈ। ਜੇ ਪਹਿਲਾਂ ਆਪਾਂ ਨੇ A ਸਾਈਡ ਦੇ ਸੁਣਨੇ ਆ, ਉਹਦੇ ਵਿੱਚ ਮਤਲਬ ਮੰਨ ਲਓ 4 ਗਾਣੇ ਆ ਗਏ, B ਸਾਈਡ ਦੇ ਵਿੱਚ ਵੀ 4 ਆ ਗਏ। ਠੀਕ ਹੈ, ਆਪਾਂ ਨੂੰ ਗਾਣਾ ਸੁਣਨਾ ਹੈ ਜਿਹੜਾ ਤੀਜੇ ਨੰਬਰ ਤੇ ਗਾਣਾ ਹੈ, ਆਪਾਂ ਡਾਇਰੈਕਟਲੀ ਤੀਜਾ ਨਹੀਂ ਚਲਾ ਸਕਦੇ ਸੀਗੇ, ਪਹਿਲਾ ਸੁਣਨਾ ਪਊਗਾ, ਫਿਰ ਦੂਜਾ, ਫਿਰ ਤੀਜਾ ਚੱਲਦਾ ਸੀ, ਉਹ ਸੀਕੁਐਂਸ ਦੇ ਵਿੱਚ ਚੱਲਦਾ ਸੀ। ਤਾਂ ਉਹ ਡਾਟਾ ਜਿਹੜਾ ਅਸੈਸ ਕਰਨ ਦੀ ਤਰੀਕਾ ਹੈ, ਉਹਨੂੰ ਆਪਾਂ ਸੀਕੁਐਂਸਲ ਬੋਲਦੇ ਆ। ਠੀਕ ਹੈ, ਯਾਦ ਰੱਖਣਾ ਹੈ। ਇਹ ਮੈਗਨੈਟਿਕ ਟੇਪਾਂ ਦੇ ਵਿੱਚ ਹੁੰਦਾ ਸੀ, ਜਿਹੜੀ ਅੱਜ ਕੱਲ੍ਹ ਨਹੀਂ ਯੂਜ਼ ਦੇ ਵਿੱਚ ਹੈਗੀ। ਅੱਜ ਕੱਲ੍ਹ ਆਪਾਂ ਮੈਮਰੀ ਕਾਰਡ ਵਗੈਰਾ ਯੂਜ਼ ਕਰਦੇ ਆ, ਇੱਥੇ ਜਿਹੜਾ ਡਾਟਾ ਅਸੈਸ ਕਰਦੇ ਆਪਾਂ ਡਾਇਰੈਕਟਲੀ ਕਰ ਲੈਂਦੇ ਆ। ਤੁਹਾਨੂੰ ਇਹ ਨਹੀਂ ਹੈਗਾ ਕਿ 50ਵੇਂ ਨੰਬਰ ਤੇ ਜਿਹੜਾ ਗਾਣਾ ਹੈ, ਉਹਨੂੰ ਸੁਣਨ ਲਈ ਤੁਹਾਨੂੰ ਪਹਿਲਾਂ 49 ਦੇ 49 ਸੁਣਨੇ ਪੈਣੇ ਆ। ਬਟ ਡੈਕ ਦੇ ਵਿੱਚ ਇਹ ਜਿਹੜਾ ਸੀਕੁਐਂਸਲ ਮੈਥਡ ਚੱਲਦਾ ਸੀ, ਇੱਥੇ ਕੀ ਸੀਗਾ, ਜੇ ਤੁਸੀਂ ਚੌਥਾ ਗਾਣਾ ਸੁਣਨਾ ਹੈ ਤਾਂ ਪਹਿਲੇ 3 ਸੁਣਨੇ ਪੈਣੇ ਆ, ਜਾਂ ਉਹਨਾਂ ਨੂੰ ਸਪੀਡ ਦੇ ਵਿੱਚ ਕਰੋ, ਫਾਸਟ ਦੀ ਸਪੀਡ ਕਰਕੇ, ਜਿਵੇਂ ਆਪਾਂ YouTube ਤੇ ਵੀਡੀਓ ਫਾਸਟ ਕਰ ਲੈਂਦੇ ਆ ਨਾ, ਐਦਾਂ ਕਰਕੇ ਫਾਸਟ ਕਰਕੇ ਸੁਣੋ, ਪਰ ਸੁਣਨੇ ਤਾਂ ਪੈਣੇ ਆ, ਉਹਨਾਂ ਨੂੰ ਕ੍ਰੋਸ ਤਾਂ ਕਰਨਾ ਪੈਣਾ ਬਈ। ਇਹ ਨਹੀਂ ਕਿ ਸਿੱਧਾ ਜਾ ਕੇ ਤੁਸੀਂ ਚੌਥਾ ਗਾਣਾ ਪਲੇ ਕਰ ਦੋਗੇ। ਓਕੇ, ਇਹ 2 ਤਰੀਕੇ ਹੈਗੇ ਆ। ਠੀਕ ਹੈ, ਇਹ ਵੀ ਦੱਸਣਾ ਜ਼ਰੂਰੀ ਹੈ, ਕਿਉਂਕਿ ਕਈ ਵਾਰ ਐਦਾਂ ਕਰਕੇ ਕੁਐਸਚਨ ਪੁੱਛਿਆ ਹੋਇਆ। ਵੈਸੇ ਤਾਂ ਮੈਂ ਕੁਐਸਚਨ ਐਡ ਕਰਿਆ ਵਿੱਚ ਕਿ ਇਹ ਜਿਹੜੀ ਸੈਕੰਡਰੀ ਮੈਮਰੀ ਹੈਗੀ ਆ, ਇਹ ਕਿਹੋ ਜੀ ਹੈਗੀ ਆ, ਸੀਕੁਐਂਸਲ ਹੈ ਜਾਂ ਡਾਇਰੈਕਟ ਹੈ। ਇਦਾਂ ਦਾ ਕੁਐਸਚਨ ਆਇਆ ਹੋਇਆ ਪਿਛਲੇ ਆਪਣੇ ਜਿਹੜੇ ਸਬ ਇੰਸਪੈਕਟਰ ਦੇ ਪੇਪਰ ਹੋਏ ਸੀ, ਤਾਂ ਕਰਕੇ ਐਡ ਕਰਨਾ ਪਿਆ, ਅਦਰਵਾਈਜ਼ ਇੰਨਾ ਕੋਈ ਇੰਪੋਰਟੈਂਟ ਟੌਪਿਕ ਹੈਗਾ ਨਹੀਂ ਸੀਗਾ। ਠੀਕ ਹੈ, ਤਾਂ ਸੈਕੰਡਰੀ ਮੈਮਰੀ ਹੋ ਗਿਆ ਬਈ। ਠੀਕ ਹੈ ਜੀ, ਇਹ ਦੇਖੋ ਹੁਣ ਟਾਈਪਸ ਆਫ ਮੈਮਰੀ ਦੇ ਵਿੱਚ ਪ੍ਰਾਇਮਰੀ ਮੈਮਰੀ, ਸੈਕੰਡਰੀ ਆਪਾਂ ਨੇ ਨਿਬੇੜਤੀ, ਕਿਹੋ ਜੀ ਹੁੰਦੀ ਹੈ, ਕਿੱਦਾਂ ਮੈਥਡ ਦੇ ਨਾਲ ਆਪਾਂ ਡਾਟਾ ਜਿਹੜਾ ਅਸੈਸ ਕਰ ਸਕਦੇ ਆ, ਉਹ ਵੀ ਪੜ੍ਹ ਲਿਆ। ਇਹਦੀ ਐਗਜ਼ਾਮਪਲਾਂ ਰਹਿ ਗਈਆਂ ਬਈ, ਮੈਮਰੀ ਕਾਰਡ, ਪੈਨ ਡਰਾਈਵ, CD, DVD, ਉਹ ਰਹਿ ਗਈਆਂ, ਆਪਾਂ ਵੀਡੀਓ ਦੇ ਐਂਡ 'ਚ ਕਰਾਂਗੇ। ਹੁਣ ਬਾਰੀ ਆਪਣੀ ਹੈਗੀ ਆ ਪ੍ਰਾਇਮਰੀ ਮੈਮਰੀ ਪੜ੍ਹਨ ਦੀ। ਠੀਕ ਹੈ, ਇਹਨੂੰ ਆਪਾਂ ਧਿਆਨ ਨਾਲ ਪੜਾਂਗੇ। ਓਕੇ, ਤਾਂ ਪ੍ਰਾਇਮਰੀ ਮੈਮਰੀ ਤੋਂ ਸ਼ੁਰੂ ਕਰਦੇ ਆ ਬਈ। ਪ੍ਰਾਇਮਰੀ ਮੈਮਰੀ ਨੂੰ ਮੇਨ ਮੈਮਰੀ ਵੀ ਕਿਹਾ ਜਾਂਦਾ ਹੈ, ਇੰਟਰਨਲ ਮੈਮਰੀ ਵੀ, ਤੇ ਬਿਲਟ ਇਨ ਮੈਮਰੀ ਵੀ ਕਿਹਾ ਜਾਂਦਾ ਹੈ। ਬਹੁਤ ਇੰਪੋਰਟੈਂਟ ਹੈ, ਡਾਇਰੈਕਟ ਪੇਪਰ ਦੇ ਵਿੱਚ ਕੁਐਸਚਨ ਆ ਜਾਂਦਾ ਹੈ। ਠੀਕ ਹੈ, ਕਿ ਬਿਲਟ ਇਨ ਮੈਮਰੀ ਕਿਹੜੀ ਮੈਮਰੀ ਹੈ, ਜਾਂ ਮੇਨ ਮੈਮਰੀ ਕਿਹਨੂੰ ਕਿਹਾ ਜਾਂਦਾ ਹੈ? ਪ੍ਰਾਇਮਰੀ ਮੈਮਰੀ ਨੂੰ ਕਿਹਾ ਜਾਂਦਾ ਹੈ, ਜਿਹੜੀ ਆਪਣੀ ਹੁੰਦੀ ਹੈ, ਡਿਵਾਈਸ ਦੀ ਆਪਣੀ ਖੁਦ ਦੀ ਮੈਮਰੀ ਹੁੰਦੀ ਹੈ। ਠੀਕ ਹੈ ਨਾ, ਰੈਮ ਰੋਮ। ਠੀਕ ਹੈ, ਜਿਹੜੀ ਆਲਰੇਡੀ ਤੁਸੀਂ ਮਤਲਬ ਐਕਸਟਰਾ ਕੁਝ ਵੀ ਨਹੀਂ ਜੋੜਦੇ, ਜੋ ਵੀ ਡਿਵਾਈਸ ਤੁਸੀਂ ਲਈ ਹੈ ਉਹਦੇ 'ਚ ਆਪਣੀ ਮੈਮਰੀ ਹੁੰਦੀ ਹੈ, ਉਹੀ ਇੱਕ ਤਰ੍ਹਾਂ ਦੀ ਮੇਨ ਮੈਮਰੀ ਹੁੰਦੀ ਹੈ, ਪ੍ਰਾਇਮਰੀ ਮੈਮਰੀ ਹੁੰਦੀ ਹੈ, ਜਿਹਦੇ 'ਚ ਕੰਪਨੀ ਨੇ ਜੋ ਵੀ ਇੰਸਟਰਕਸ਼ਨ ਵਗੈਰਾ, ਜੋ ਵੀ ਡਾਟਾ ਕੰਪਨੀ ਨੇ ਸਟਾਰਟਿੰਗ ਦੇ ਵਿੱਚ ਜਦੋਂ ਉਹ ਡਿਵਾਈਸ ਬਣਾਈ ਹੈ, ਤੁਹਾਡਾ ਮੋਬਾਈਲ ਬਣਾਇਆ, ਜੋ ਵੀ ਲੋਡ ਕਰਕੇ ਦਿਆ ਉਹ ਸਾਰਾ ਮੇਨ ਮੈਮਰੀ ਦੇ ਵਿੱਚ ਹੀ ਲੋਡ ਕਰਕੇ ਦਿੰਦੇ ਹੋ। ਠੀਕ ਹੈ, ਤੇ ਪ੍ਰਾਇਮਰੀ ਮੈਮਰੀ ਜਿਹੜੀ ਹੁੰਦੀ ਹੈ ਉਹ ਵੋਲਾਟਾਈਲ ਤੇ ਨੋਨ ਵੋਲਾਟਾਈਲ ਦੋਹੇ ਤਰ੍ਹਾਂ ਦੀ ਹੋ ਸਕਦੀ ਹੈ ਬਾਈ। ਠੀਕ ਹੈ, ਜਿਵੇਂ ਤੁਹਾਡਾ ਮੋਬਾਈਲ ਹੈਗਾ, ਮੋਬਾਈਲ ਦੇ ਵਿੱਚ ਰੈਮ ਹੁੰਦੀ ਹੈ, ਰੈਮ ਇੱਕ ਤਰ੍ਹਾਂ ਦੀ ਵੋਲਾਟਾਈਲ ਮੈਮਰੀ ਹੈ, ਕਿਉਂਕਿ ਰੈਮ ਦੇ ਵਿੱਚ ਜੋ ਵੀ ਡਾਟਾ ਹੁੰਦਾ ਹੈ ਉਹ ਮੋਬਾਈਲ ਜਾਂ ਤੁਹਾਡਾ ਲੈਪਟਾਪ ਜਾਂ ਕੰਪਿਊਟਰ ਬੰਦ ਹੋਣ ਤੋਂ ਬਾਅਦ ਉਹ ਆਟੋਮੈਟਿਕਲੀ ਇਰੇਜ਼ ਹੋ ਜਾਂਦਾ ਹੈ, ਤਾਂ ਉਹ ਵੋਲਾਟਾਈਲ ਹੋ ਗਈ। ਤੇ ਬਾਕੀ ਇੱਕ ਰੋਮ ਹੁੰਦੀ ਹੈ, ਰੋਮ ਜਿਹਦੇ 'ਚ ਸੌਫਟਵੇਅਰ ਜਾਂ ਜੋ ਵੀ ਕੰਪਨੀ ਨੇ ਇੰਸਟਰਕਸ਼ਨ ਵਗੈਰਾ ਜੋ ਵੀ ਕੰਪਨੀ ਨੇ ਅਪਲੋਡ ਕਰਕੇ ਦੇਣਾ ਹੈ ਨਾ, ਉਹ ਸਾਰਾ ਕੁਝ ਉਹ ਰੋਮ ਦੇ ਵਿੱਚ ਪਾ ਕੇ ਦਿੰਦੀ ਹੈ, ਜਿਹਦਾ ਫੋਨ ਦੇ ਸਵਿਚ ਆਫ ਹੋਣ ਨਾਲ ਜਾਂ ਕੰਪਿਊਟਰ ਦੇ ਲੈਪਟਾਪ ਦੇ ਬੰਦ ਹੋਣ ਨਾਲ ਉਹਦੇ ਤੇ ਕੋਈ ਅਸਰ ਨਹੀਂ ਪੈਂਦਾ। ਜਦੋਂ ਤੁਸੀਂ ਆਪਣੀ ਡਿਵਾਈਸ ਔਨ ਕਰਦੇ ਹੋ, ਸਭ ਤੋਂ ਪਹਿਲਾਂ ਜੋ ਵੀ ਕੰਪਨੀ ਹੈਗੀ ਆ ਉਹਦਾ ਨਾਮ ਵਗੈਰਾ ਲਿਖਿਆ ਹੁੰਦਾ ਹੈ ਨਾ, ਉਹ ਸਾਰਾ ਕੁਝ ਉਹਦੇ 'ਚ ਲੋਡ ਹੁੰਦਾ ਪਹਿਲਾਂ ਹੀ। ਠੀਕ ਹੈ, ਪ੍ਰੋਗਰਾਮ ਕਰਿਆ ਪਿਆ ਹੁੰਦਾ, ਜੋ ਵੀ ਪ੍ਰੋਗਰਾਮ ਵਗੈਰਾ ਕੰਪਨੀ ਨੇ ਫੀਡ ਕਰਕੇ ਦੇਣੇ ਆ, ਸਟੋਰ ਕਰਕੇ ਦੇਣੇ ਆ, ਉਹ ਰੈਮ ਦੇ ਵਿੱਚ ਦਿੰਦੇ ਆ, ਜਿਹੜੀ ਕਿ ਬਾਰ-ਬਾਰ ਚੇਂਜ ਨਹੀਂ ਹੁੰਦੀ ਹੈ। ਠੀਕ ਹੈ ਨਾ, ਤੁਹਾਡਾ ਮੋਬਾਈਲ ਹੈਗਾ, ਜਦੋਂ ਤੁਸੀਂ ਮੋਬਾਈਲ ਔਨ ਕਰਦੇ ਹੋ,
ਜਿਸ ਵੀ ਕੰਪਨੀ ਦਾ ਮੋਬਾਈਲ ਹੈ ਸਭ ਤੋਂ ਪਹਿਲਾਂ ਉਹਦਾ ਲੋਗੋ ਵਗੈਰਾ ਨਾਮ ਵਗੈਰਾ ਲਿਖਿਆ ਆਂਦਾ, ਉਹਨੂੰ ਤੁਸੀਂ ਹਟਾ ਤਾਂ ਨਹੀਂ ਸਕਦੇ ਕਿਉਂਕਿ ਉਹ ਕੰਪਨੀ ਨੇ ਪਹਿਲਾਂ ਹੀ ਪ੍ਰੋਗਰਾਮ ਉਹਦੇ 'ਚ ਕਰਿਆ ਹੋਇਆ। ਠੀਕ ਹੈ, ਬਾਕੀ ਇਹੀ ਸਭ ਤੋਂ ਨੇੜੇ ਹੁੰਦੀ ਹੈ ਬਈ CPU ਦੇ, ਤੇ ਸਭ ਕੁਝ ਜੋ ਵੀ ਆਪਣਾ ਇਨਫੋਰਮੇਸ਼ਨ ਵਗੈਰਾ ਹੈਗੀ ਹੈ CPU ਨੇ ਇੱਥੋਂ ਡਾਇਰੈਕਟਲੀ ਲੈਣੀ ਹੈ। ਠੀਕ ਹੈ, ਮਦਰਬੋਰਡ ਦੇ ਉੱਤੇ ਲੋਕੇਟਡ ਹੁੰਦੀ ਹੈ। ਬਸ ਇਹ 2-3 ਪੁਆਇੰਟ ਯਾਦ ਰੱਖੋ। ਬਾਕੀ ਪੜ੍ਹਨਾ ਆਪਾਂ ਨੇ ਇਹਦੇ 'ਚ ਰੈਮ ਤੇ ਰੋਮ ਬਾਰੇ ਹੈ। ਰੈਮ ਤੇ ਰੋਮ ਤੋਂ ਕੁਐਸਚਨ ਆਉਂਦੇ ਆ। ਪ੍ਰਾਇਮਰੀ ਮੈਮਰੀ ਬਾਰੇ ਆਪਾਂ ਨੇ ਦੇਖ ਲਿਆ, ਜਿਹੜੇ 2-3 ਪੁਆਇੰਟ ਮੇਨ ਸੀਗੇ। ਠੀਕ ਹੈ ਜੀ, ਰੈਮ ਅਤੇ ਰੋਮ ਯਾਨੀ ਵੋਲਾਟਾਈਲ ਤੇ ਨੋਨ ਵੋਲਾਟਾਈਲ ਇਹ ਦੋਹੇ ਤਰ੍ਹਾਂ ਦੀ ਹੋ ਸਕਦੀ ਹੈ। ਤੇ ਨੋਨ ਵੋਲਾਟਾਈਲ ਮੈਮਰੀ, ਅੱਛਾ ਇਹ ਤੇ ਗਲਤ ਲਿਖਿਆ ਹੋਇਆ ਬਈ, ਇਹ ਰੋਮ ਆਊਗਾ ਇੱਥੇ, ਇੱਥੇ ਰੋਮ ਕਰ ਲਓ, ਇੱਥੇ ਤੁਸੀਂ ਰੈਮ ਕਰ ਲਓ। ਠੀਕ ਹੈ ਨਾ, ਤਾਂ ਪ੍ਰਾਇਮਰੀ ਮੈਮਰੀ ਜਿਹੜੀ ਆਪਣੀ ਮੈਮਰੀ ਹੁੰਦੀ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ। ਨੋਨ ਵੋਲਾਟਾਈਲ ਹੋਗੀ ਯਾਨੀ ਕਿ ਜਿਹਨੂੰ ਆਪਾਂ ਡਿਲੀਟ ਨਹੀਂ ਕਰ ਸਕਦੇ, ਮਤਲਬ ਜਿਹਨੂੰ ਆਪਾਂ ਸਿਸਟਮ ਦੇ ਬੰਦ ਹੋਣ ਤੋਂ ਬਾਅਦ ਜਿਹਦੇ 'ਚ ਡਾਟਾ ਜਿਹੜਾ ਉਹ ਰਹਿੰਦਾ ਹੈ। ਠੀਕ ਹੈ, ਉਹ ਹੁੰਦੀ ਹੈ ਨੋਨ ਵੋਲਾਟਾਈਲ, ਯਾਨੀ ਐਗਜ਼ਾਮਪਲ ਹੋਗੀ ਰੋਮ, ਤੇ ਜਿਹਦਾ ਡਾਟਾ ਡਿਲੀਟ ਹੋ ਜਾਂਦਾ ਹੈ ਉਹਦੀ ਐਗਜ਼ਾਮਪਲ ਹੋਗੀ ਰੈਮ। ਰੈਮ ਅਤੇ ਰੋਮ ਦੋਹਾਂ ਦੇ ਉੱਤੇ ਕੁਐਸਚਨ ਬਣਦੇ ਆ। ਪਹਿਲਾਂ ਆਪਾਂ ਰੈਮ ਪੜ੍ਹਦੇ ਆ ਬਈ, ਬਹੁਤ ਇੰਪੋਰਟੈਂਟ ਹੈ, ਬਹੁਤ ਹੀ ਜ਼ਿਆਦਾ, ਬਹੁਤ ਕੁਐਸਚਨ ਬਣਦੇ ਆ ਇਹਦੇ ਤੇ। ਠੀਕ ਹੈ, ਸਭ ਤੋਂ ਬੇਸਿਕ ਕੁਐਸਚਨ, ਰੈਮ ਦੀ ਫੁੱਲ ਫਾਰਮ ਪੁੱਛੀ ਜਾਂਦੀ ਹੈ ਰੈਂਡਮ ਅਸੈਸ ਮੈਮਰੀ। ਰੈਂਡਮ ਅਸੈਸ ਮੈਮਰੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਯਾਦ ਰੱਖਣਾ ਸਾਰਿਆਂ ਨੇ। ਆਪਾਂ ਜੋ ਵੀ ਕੰਮ ਕਰਦੇ ਆ ਆਪਣੇ ਮੋਬਾਈਲ ਦੇ ਵਿੱਚ, ਆਪਣੇ ਲੈਪਟਾਪ ਦੇ ਵਿੱਚ, ਜੋ ਵੀ ਆਪਾਂ ਆਪਣੇ ਕੰਪਿਊਟਰ ਦੇ ਵਿੱਚ ਕੰਮ ਕਰਦੇ ਆ, ਤੁਸੀਂ ਕੋਈ ਮਿਊਜ਼ਿਕ ਪਲੇਅਰ ਖੋਲੋ, ਕੋਈ ਵੀਡੀਓ ਪਲੇਅਰ ਖੋਲੋ, ਜਾਂ ਤੁਸੀਂ ਕੋਈ ਵੀ ਫਾਈਲ, ਕੋਈ ਟਾਈਪਿੰਗ ਡਾਟਾ, ਕੁਝ ਵੀ ਤੁਸੀਂ ਕੰਮ ਕਰਨਾ ਉਹ ਸਾਰਾ ਕੰਮ ਰੈਮ ਦੇ ਵਿੱਚ ਹੀ ਹੁੰਦਾ ਹੈ। ਠੀਕ ਹੈ, ਤੁਹਾਡੀ ਕੋਈ ਮੂਵੀ ਰੱਖੀ ਹੈ ਤੁਹਾਡੇ ਹਾਰਡ ਡਰਾਈਵ ਦੇ ਵਿੱਚ, ਤੁਸੀਂ ਉਹਨੂੰ ਪਲੇ ਕਰਨਾ ਤਾਂ ਉਹ ਰੈਮ ਦੇ ਵਿੱਚ ਆ ਕੇ ਪਲੇ ਹੋਊਗੀ। ਮਿਊਜ਼ਿਕ ਹੈ ਜਿਹੜਾ ਉਹ ਰੈਮ ਦੇ ਥਰੂ ਪਲੇ ਹੋਊਗਾ। ਸਾਰਾ ਕੁਝ ਕੰਮ ਰੈਮ ਦੇ ਵਿੱਚ ਹੀ ਹੁੰਦਾ ਹੈ। ਠੀਕ ਹੈ, ਰੈਮ ਦੇ ਵਿੱਚ ਹੀ ਸਾਰਾ ਕੁਝ ਹੁੰਦਾ ਹੈ, ਇਹ ਯਾਦ ਰੱਖਣਾ ਹੈ ਬਈ। ਭਾਵੇਂ ਤੁਸੀਂ ਉਹਨੂੰ ਕਿਤੇ ਵੀ ਰੱਖ ਲਓ, ਰੈਮ ਦੇ ਵਿੱਚ ਆ ਕੇ ਹੀ ਕੰਮ ਹੋਊਗਾ ਸਾਰਾ ਕੁਝ। ਠੀਕ ਹੈ, ਤੇ ਰੈਮ ਦਾ ਤੁਹਾਨੂੰ ਪਤਾ ਹੈ, ਰੈਮ ਨੂੰ ਕੰਮ ਕਰਨ ਵਾਸਤੇ ਚਾਹੀਦੀ ਹੈ ਪਾਵਰ। ਜਦੋਂ ਤੱਕ ਪਾਵਰ ਹੈ ਉਦੋਂ ਤੱਕ ਰੈਮ ਹੈ ਕੰਮ ਕਰੂਗੀ। ਜੇ ਸਿਸਟਮ ਬੰਦ ਹੋ ਗਿਆ ਤਾਂ ਰੈਮ ਦੇ ਵਿੱਚ ਜੋ ਵੀ ਡਾਟਾ ਸੀਗਾ ਉਹ ਆਟੋਮੈਟਿਕਲੀ ਡਿਲੀਟ ਹੋ ਜਾਂਦਾ ਹੈ। ਠੀਕ ਹੈ ਨਾ, ਇਹਨੂੰ ਰੀਡ ਰਾਈਟ ਮੈਮਰੀ ਵੀ ਕਿਹਾ ਜਾਂਦਾ ਹੈ। ਤੇ ਰੈਮ ਇਜ਼ ਯੂਜ਼ਡ ਫॉर ਦੀ ਟੈਂਪਰੇਰੀ ਸਟੋਰੇਜ ਆਫ ਇਨਪੁਟ ਡਾਟਾ ਐਂਡ ਆਊਟਪੁੱਟ ਡਾਟਾ। ਮਤਲਬ ਇਹਦੇ 'ਚ ਜੋ ਵੀ ਡਾਟਾ ਹੁੰਦਾ ਹੈ ਉਹ ਟੈਂਪਰੇਰੀ ਹੀ ਸਟੋਰ ਹੁੰਦਾ ਹੈ। ਠੀਕ ਹੈ, ਟੈਂਪਰੇਰੀ ਹੀ ਸਟੋਰ ਹੁੰਦਾ ਹੈ ਇਹਦੇ 'ਚ, ਕਿਉਂਕਿ ਤੁਹਾਨੂੰ ਪਤਾ ਹੈ ਜੇ ਸਿਸਟਮ ਬੰਦ ਹੋ ਗਿਆ ਤਾਂ ਡਾਟਾ ਇਹਦੇ 'ਚ ਜੋ ਵੀ ਸੀਗਾ ਉਹ ਡਿਲੀਟ ਹੋ ਜਾਂਦਾ ਹੈ ਆਟੋਮੈਟਿਕਲੀ। ਠੀਕ ਹੈ, ਯਾਦ ਰੱਖਣਾ ਹੈ। ਤੇ ਰੈਮ ਹੁੰਦੀ ਹੈ ਦੋ ਤਰ੍ਹਾਂ ਦੀ, ਮੋਸਟ ਇੰਪੋਰਟੈਂਟ ਹੈ ਡਾਇਨਾਮਿਕ ਤੇ ਸਟੈਟਿਕ। ਰੈਮ ਹੁੰਦੀ ਹੈ ਦੋ ਤਰ੍ਹਾਂ ਦੀ, ਡਾਇਨਾਮਿਕ ਤੇ ਸਟੈਟਿਕ, ਇਹ ਯਾਦ ਰੱਖਣਾ ਹੈ ਬਈ। ਤੇ ਇਹ ਤੁਸੀਂ ਫੋਟੋ ਹੈ ਜਿਹੜੀ ਉਹ ਦੇਖ ਲਓ, ਇਦਾਂ ਦੀ ਰੈਮ ਹੁੰਦੀ ਹੈ। ਜੇ ਕਿਸੇ ਨੇ ਨਹੀਂ ਦੇਖੀ ਹੈ, ਇਹਨੂੰ ਕਰਦੇ ਆਪਾਂ ਸਾਈਡ 'ਚ, ਇਦਾਂ ਦੀ। ਠੀਕ ਹੈ, ਜਿਹੜੀ ਮਦਰਬੋਰਡ ਦੇ ਉੱਤੇ ਇੰਸਟਾਲ ਕਰੀ ਜਾਂਦੀ ਹੈ। ਹੁਣ ਆਪਾਂ ਦੇਖਦੇ ਹਾਂ ਡਾਇਨਾਮਿਕ ਤੇ ਸਟੈਟਿਕ ਰੈਮ ਬਾਰੇ। ਪਹਿਲਾਂ ਆਪਾਂ ਡਾਇਨਾਮਿਕ ਬਾਰੇ ਦੇਖ ਲੈਂਦੇ ਆ ਬਈ। ਇਹ ਰੈਮ ਜਿਹੜੀ ਹੁੰਦੀ ਹੈ ਇਹਨੂੰ ਬਾਰ-ਬਾਰ ਰੀਫਰੈਸ਼ ਕਰਨ ਦੀ ਲੋੜ ਹੈ। ਇਹ ਬਹੁਤ ਕੁਐਸਚਨ ਆਉਂਦਾ ਹੈ ਬਈ, ਬਹੁਤ ਹੀ ਜ਼ਿਆਦਾ। ਡੀ ਰੈਮ ਨੂੰ ਬਾਰ-ਬਾਰ ਰੀਫਰੈਸ਼ ਕਰਨ ਦੀ ਲੋੜ ਪੈਂਦੀ ਹੈ। ਇਹ ਕੁਐਸਚਨ ਬਹੁਤ ਵਾਰ ਆਉਂਦਾ ਹੈ ਡਾਇਰੈਕਟਲੀ ਕਿ ਕਿਸ ਤਰ੍ਹਾਂ ਦੀ ਰੈਮ ਨੂੰ ਬਾਰ-ਬਾਰ ਰੀਫਰੈਸ਼ ਕਰਨਾ ਪੈਂਦਾ, ਤਾਂ ਉਹਦਾ ਆਨਸਰ ਹੁੰਦਾ ਹੈ ਡੀ ਰੈਮ। ਬਾਕੀ ਇਹ ਕਿੱਦਾਂ ਬਣੀ ਹੁੰਦੀ ਹੈ? ਇਟ ਇਜ਼ ਮੇਡ ਅਪ ਆਫ ਮੈਮਰੀ ਸੈਲਸ ਵੇਅਰ ਈਚ ਸੈਲ ਇਜ਼ ਕੰਪੋਜ਼ਡ ਆਫ 1 ਕੈਪੈਸਿਟਰ ਤੇ 1 ਟ੍ਰਾਂਜਿਸਟਰ। ਮੈਮਰੀ ਸੈੱਲਾਂ ਦੀ ਬਣੀ ਹੁੰਦੀ ਹੈ ਤੇ ਮੈਮਰੀ ਸੈੱਲ 1 ਕੈਪੈਸਿਟਰ 1 ਟ੍ਰਾਂਜਿਸਟਰ ਦਾ ਬਣਿਆ ਹੁੰਦਾ ਹੈ। ਠੀਕ ਹੈ, ਬਸ ਇੰਨਾ ਕੁ ਯਾਦ ਰੱਖਣਾ ਹੈ, ਹੋਰ ਕੁਝ ਨਹੀਂ। ਸਲੋ ਹੁੰਦੀ ਹੈ ਸਪੀਡ ਤੇ ਸਸਤੀ ਹੁੰਦੀ ਹੈ ਇਹ। ਠੀਕ ਹੈ, ਤਿੰਨ ਤਰ੍ਹਾਂ ਦੀ ਅੱਗੇ ਹੁੰਦੀ ਹੈ ਡਾਇਨਾਮਿਕ ਰੈਮ। ਡਾਇਨਾਮਿਕ ਰੈਮ ਯਾਨੀ ਡੀ ਰੈਮ। ਠੀਕ ਹੈ ਨਾ, ਕਈ ਵਾਰ ਡੀ ਰੈਮ ਦੀ ਫੁੱਲ ਫਾਰਮ ਪੁੱਛ ਲਈ ਜਾਂਦੀ ਹੈ ਕਿ ਡੀ ਰੈਮ ਦੀ ਫੁੱਲ ਫਾਰਮ ਕੀ ਹੈ, ਤਾਂ ਡਾਇਨਾਮਿਕ ਰੈਮ ਦਾ ਮਤਲਬ ਹੋ ਗਿਆ ਰੈਂਡਮ ਅਸੈਸ ਮੈਮਰੀ। ਹੁਣ ਇੱਕ ਹੁੰਦੀ ਹੈ ਏਡੀ ਰੈਮ, ਇਹ ਵਰਡ ਐਕਸਟਰਾ ਲੱਗ ਗਿਆ ਬਾਈ। ਡੀ ਦੀ ਤਾਂ ਫੁੱਲ ਫਾਰਮ ਉਹੀ ਹੈ, ਡਾਇਨਾਮਿਕ ਰੈਂਡਮ ਅਸੈਸ ਮੈਮਰੀ। ਤਾਂ ਇਹਦਾ ਮਤਲਬ ਕੀ ਹੈ? ਏਸਿੰਕ੍ਰੋਨਸ। ਠੀਕ ਹੈ, ਫੁੱਲ ਫਾਰਮ ਯਾਦ ਰੱਖਣੀ ਹੈ, ਬਸ ਜ਼ਿਆਦਾ ਡਿਟੇਲ 'ਚ ਜਾਣ ਦੀ ਲੋੜ ਨਹੀਂ। ਐਸਡੀ ਰੈਮ, ਐਸ ਦਾ ਮਤਲਬ ਹੋ ਗਿਆ ਸਿੰਕ੍ਰੋਨਸ, ਅੱਗੇ ਉਹੀ ਹੈ ਡਾਇਨਾਮਿਕ ਰੈਂਡਮ ਅਸੈਸ ਮੈਮਰੀ। ਫਿਰ ਆ ਗਿਆ ਜੀ DDR ਐਸਡੀ ਰੈਮ। ਤਾਂ ਐਸਡੀ ਰੈਮ ਦੀ ਫੁੱਲ ਫਾਰਮ ਉਹੀ ਹੋਗੀ ਸਿੰਕ੍ਰੋਨਸ ਡਾਇਨਾਮਿਕ ਰੈਮ। DDR ਦਾ ਮਤਲਬ ਯਾਦ ਰੱਖਣਾ ਹੈ ਡਬਲ ਡਾਟਾ ਰੇਟ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹ ਸਾਰੀ ਫੁੱਲ ਫਾਰਮ ਯਾਦ ਰੱਖਣੀ ਹੈ, ਤੁਹਾਨੂੰ ਡਾਇਰੈਕਟ ਆ ਜਾਂਦਾ ਹੈ ਕੁਐਸਚਨ। ਸਾਰੀ ਫੁੱਲ ਫਾਰਮ ਯਾਦ ਰੱਖਣੀ ਹੈ, ਕੁਐਸਚਨ ਡਾਇਰੈਕਟ ਆਉਂਦਾ ਹੈ। ਪੁੱਛ ਲੈਂਦੇ ਆ ਕਿ DDR ਦਾ ਮਤਲਬ ਕੀ ਹੈ ਜਾਂ SD ਰੈਮ ਦਾ ਕੀ ਮਤਲਬ ਹੈ, ਫੁੱਲ ਫਾਰਮ ਇਹਨਾਂ ਦੀ ਦੱਸਣੀ ਹੈ। ਜਾਂ ਫਿਰ ਕੁਐਸਚਨ ਇਹ ਆਉਂਦਾ ਹੈ ਬਈ ਕਿ ਜਿਹੜੀ ਰੈਮ ਨੂੰ ਬਾਰ-ਬਾਰ ਰੀਫਰੈਸ਼ ਕਰਨ ਦੀ ਲੋੜ ਪੈਂਦੀ ਹੈ ਉਹ ਕਿਹੜੀ ਰੈਮ ਹੁੰਦੀ ਹੈ? ਡਾਇਨਾਮਿਕ ਰੈਮ। ਉਸ ਤੋਂ ਬਾਅਦ ਸਟੈਟਿਕ ਰੈਮ। ਠੀਕ ਹੈ, ਸਟੈਟਿਕ ਰੈਮ ਨੂੰ ਤਾਂ ਯਾਦ ਰੱਖਣਾ ਹੈ, ਬਾਰ-ਬਾਰ ਰੀਫਰੈਸ਼ ਕਰਨ ਦੀ ਲੋੜ ਨਹੀਂ ਪੈਂਦੀ। ਠੀਕ ਹੈ,
ਇਸ ਰੈਮ ਨੂੰ ਬਾਰ-ਬਾਰ ਰੀਫਰੈਸ਼ ਕਰਨ ਦੀ ਲੋੜ ਨਹੀਂ ਪੈਂਦੀ। ਤੇ ਆਪਾਂ ਨੇ ਪਿਛਲੀ ਰੈਮ ਦੇ ਵਿੱਚ ਦੇਖਿਆ ਸੀ, ਡਾਇਨਾਮਿਕ ਰੈਮ ਦੇ ਵਿੱਚ ਉੱਥੇ ਕੀ ਸੀ, ਇੱਕ ਮੈਮਰੀ ਸੈੱਲ ਹੈ ਜਿਹੜਾ ਉਹ ਟਰਾਂਜਿਸਟਰ ਤੇ ਕੈਪੈਸਿਟਰ ਦਾ ਬਣਿਆ ਹੁੰਦਾ ਸੀ। ਇੱਥੇ ਕੈਪੈਸਿਟਰ ਯੂਜ਼ ਨਹੀਂ ਹੁੰਦਾ, ਇੱਥੇ ਇਕੱਲਾ ਟਰਾਂਜਿਸਟਰ ਯੂਜ਼ ਹੁੰਦਾ, ਤੇ ਉਹ ਵੀ ਬਹੁਤ ਸਾਰੇ ਟਰਾਂਜਿਸਟਰ ਹੈ ਜਿਹੜੇ ਮਲਟੀਪਲ ਟਰਾਂਜਿਸਟਰ ਯੂਜ਼ ਹੁੰਦੇ ਆ ਇੱਕ ਮੈਮਰੀ ਸੈੱਲ ਦੇ ਵਿੱਚ। ਪਿਛਲੀ ਰੈਮ ਦੇ ਵਿੱਚ ਕੀ ਸੀਗਾ, ਇੱਕ ਮੈਮਰੀ ਸੈੱਲ ਦੇ ਵਿੱਚ ਇੱਕ ਕੈਪੈਸਿਟਰ ਤੇ ਇੱਕ ਟਰਾਂਜਿਸਟਰ ਹੁੰਦਾ ਸੀ। ਇੱਥੇ ਟਰਾਂਜਿਸਟਰ ਵਧਾਤੇ, ਕੈਪੈਸਿਟਰ ਹਟਾਤਾ। ਓਕੇ, ਇਹਦੇ ਕਰਕੇ ਇਹਦੀ ਸਪੀਡ ਹੈ ਜਿਹੜੀ ਫਾਸਟ ਹੋਗੀ, ਪਰ ਇਹ ਥੋੜੀ ਜਿਹੀ ਮਹਿੰਗੀ ਹੋਗੀ। ਠੀਕ ਹੈ, ਤੇ ਯਾਦ ਰੱਖਣਾ ਰੈਮ ਹੈ ਜਿਹੜੀ ਉਹ ਦੋ ਤਰ੍ਹਾਂ ਦੀ ਹੋਗੀ। ਕਿਹੜੀ ਕਿਹੜੀ? ਡਾਇਨਾਮਿਕ ਤੇ ਸਟੈਟਿਕ। ਠੀਕ ਹੈ, ਯਾਦ ਰੱਖਣਾ ਹੈ। ਡਾਇਨਾਮਿਕ ਬਾਰੇ ਵੀ ਆਪਾਂ ਨੇ ਪੜ੍ਹ ਲਿਆ ਤੇ ਸਟੈਟਿਕ ਬਾਰੇ ਵੀ ਪੜ੍ਹ ਲਿਆ। ਉਸ ਤੋਂ ਬਾਅਦ ਰੈਮ ਦੇ ਨਾਲ ਰਿਲੇਟਡ ਇਹ ਦੋ ਵਰਡ ਵੀ ਯਾਦ ਰੱਖਣੇ ਆ। ਦੋ ਮਤਲਬ ਰੈਮ ਨੂੰ ਆਪਾਂ ਜਿੱਥੇ ਉਹ ਕਰਦੇ ਆ ਨਾ, ਕੰਪਿਊਟਰ ਦੇ ਵਿੱਚ ਅਟੈਚ ਕਰਦੇ ਆ, ਬਸ ਉਹਦੇ ਨਾਲ ਰਿਲੇਟਡ ਇਹ ਵਰਡ ਹੈਗੇ ਆ DIMM, ਯਾਨੀ ਡਿਊਲ ਇਨਲਾਈਨ ਮੈਮਰੀ ਮੋਡਿਊਲ। ਡਿਊਲ ਦਾ ਮਤਲਬ ਹੁੰਦਾ ਡਬਲ, ਦੋ, ਹਨਾ। ਆਪਾਂ ਬੋਲਦੇ ਨਾ ਮੇਰਾ ਮੋਬਾਈਲ ਹੈ ਜਿਹੜਾ ਡਿਊਲ ਸਿਮ ਹੈ, ਮਤਲਬ ਦੋ ਸਿਮਾਂ ਪੈ ਜਾਂਦੀਆਂ ਉਹਦੇ 'ਚ। ਠੀਕ ਹੈ, ਇਟ ਇਜ਼ ਅ ਮੋਡਿਊਲ ਡੈਟ ਕੰਟੇਨਸ ਵਨ ਔਰ ਸੈਵਰਲ ਰੈਮ ਚਿਪ। ਇੱਕ ਮੋਡਿਊਲ ਹੈ ਵੀ ਜਿਹਦੇ 'ਚ ਇੱਕ ਜਾਂ ਜ਼ਿਆਦਾ ਰੈਮ ਪੈ ਜਾਂਦੀਆਂ। ਉਹਨੇ ਸਮਾਲ ਸਰਕਟ, ਇੱਕ ਸਮਾਲ ਸਰਕਟ ਬੋਰਡ ਦੇ ਉੱਤੇ ਵਿਦ ਪਿੰਸ, ਮਤਲਬ ਪਿੰਸ ਦੀ ਹੈਲਪ ਨਾਲ ਇੱਕ ਛੋਟੇ ਜਿਹੇ ਸਰਕਟ ਬੋਰਡ ਉੱਤੇ ਆਪਾਂ ਇੱਕ ਜਾਂ ਇੱਕ ਤੋਂ ਵੱਧ ਰੈਮ ਲਗਾ ਸਕਦੇ ਆ ਤੇ ਕਨੈਕਟ ਕਰ ਸਕਦੇ ਆ ਆਪਣੇ ਕੰਪਿਊਟਰ ਮਦਰਬੋਰਡ ਦੇ ਨਾਲ। ਠੀਕ ਹੈ, ਵੈਸੇ ਇਹ ਡਿਟੇਲ ਦੇ ਉੱਤੇ ਕੁਐਸਚਨ ਮੈਂ ਦੇਖਿਆ ਨਹੀਂ, ਕੁਐਸਚਨ ਜ਼ਿਆਦਾਤਰ ਬਸ ਇਹੀ ਦੇਖਿਆ DIMM ਦੀ ਫੁੱਲ ਫਾਰਮ, ਠੀਕ ਹੈ, ਤੇ SIMM ਦੀ ਫੁੱਲ ਫਾਰਮ। ਇਹ ਡਿਊਲ ਸੀਗਾ, ਡਬਲ ਇਹ ਸਿੰਗਲ ਸੀਗਾ ਜਿਹੜਾ ਪਹਿਲਾਂ ਯੂਜ਼ ਹੁੰਦਾ ਸੀ, ਹੁਣ ਨਹੀਂ ਯੂਜ਼ ਹੁੰਦਾ, ਹੁਣ ਇਹ ਯੂਜ਼ ਹੁੰਦਾ ਬਸ। ਠੀਕ ਹੈ, ਬਸ ਹੋਰ ਕੁਝ ਨਹੀਂ ਹੈ, ਫੁੱਲ ਫਾਰਮ ਜ਼ਰੂਰ ਯਾਦ ਰੱਖਣੀ ਹੈ। ਰੈਮ ਬਾਰੇ ਪੜ੍ਹ ਲਿਆ, ਹੁਣ ਵਾਰੀ ਹੈ ਰੋਮ ਬਾਰੇ ਪੜ੍ਹਨ ਦੀ। ਰੋਮ ਯਾਨੀ ਰੀਡ ਓਨਲੀ ਮੈਮਰੀ। ਇਹਦੇ ਨਾਂ ਨੂੰ ਧਿਆਨ ਨਾਲ ਦੇਖੋ, ਰੀਡ ਓਨਲੀ ਮੈਮਰੀ। ਤਾਂ ਕੰਪਿਊਟਰ ਦੇ ਵਿੱਚ ਜਾਂ ਤੁਹਾਡੇ ਮੋਬਾਈਲ ਦੇ ਵਿੱਚ, ਲੈਪਟਾਪ ਦੇ ਵਿੱਚ ਉਹ ਵਾਲੀ ਮੈਮਰੀ ਜਿਹਨੂੰ ਸਿਰਫ ਤੁਸੀਂ ਰੀਡ ਕਰ ਸਕਦੇ ਹੋ, ਇਰੇਜ਼ ਚੇਂਜ ਕੁਝ ਨਹੀਂ ਕਰ ਸਕਦੇ, ਉਹਨੂੰ ਆਪਾਂ ਬੋਲਦੇ ਹਾਂ ਰੋਮ। ਉਹੀ ਗੱਲ ਹੈ, ਤੁਸੀਂ ਆਪਣਾ ਮੋਬਾਈਲ ਔਨ ਕਰੋਗੇ, ਸਭ ਤੋਂ ਪਹਿਲਾਂ ਜਿਹੜੀ ਕੰਪਨੀ ਦਾ ਮੋਬਾਈਲ ਹੈ ਉਹਦਾ ਲੋਗੋ, ਟਿਊਨ ਜੋ ਵੀ ਆਉਂਦੀ ਹੈ, ਸਾਰਾ ਕੁਝ ਆਉਂਦਾ ਹੈ ਨਾ, ਉਹ ਰੋਮ ਦੇ ਵਿੱਚ ਉਹਨਾਂ ਨੇ ਸਟੋਰ ਕਰਿਆ ਹੋਇਆ ਹੁੰਦਾ ਹੈ। ਉਹਨੂੰ ਤੁਸੀਂ ਇਰੇਜ਼ ਨਹੀਂ ਕਰ ਸਕਦੇ, ਸਿਰਫ ਦੇਖ ਸਕਦੇ ਹੋ। ਮੈਂ ਤੁਹਾਨੂੰ ਕੋਈ ਫਾਈਲ ਦੇ ਦਾਂ, ਤੁਸੀਂ ਸਿਰਫ ਉਹਨੂੰ ਪੜ੍ਹ ਸਕਦੇ ਹੋ, ਦੇਖ ਸਕਦੇ ਹੋ, ਉਹਦੇ ਨਾਲ ਕੋਈ ਵੀ ਚੇਂਜ ਨਹੀਂ ਕਰ ਸਕਦੇ। ਉਹ ਇੱਕ ਤਰ੍ਹਾਂ ਦੀ ਰੀਡ ਓਨਲੀ ਮੈਮਰੀ ਹੋ ਗਈ। ਠੀਕ ਹੈ, ਯਾਦ ਰੱਖਣਾ ਹੈ। ਕੰਪਨੀ ਜਿਹੜੀ ਬਣਾਉਣ ਵਾਲੀ ਹੁੰਦੀ ਹੈ ਪਹਿਲਾਂ ਹੀ ਆਲਰੇਡੀ ਉਹਨੂੰ ਬਣਾ ਕੇ ਸਟੋਰ ਕਰਕੇ, ਚਿਪ ਹੈ ਜਿਹੜੀ ਉਹ ਮੈਮਰੀ ਜਿਹਦੇ 'ਚ ਉਹ ਸਾਰੀ ਇਨਫੋਰਮੇਸ਼ਨ ਹੈ, ਉਹ ਮੈਮਰੀ ਨੂੰ ਮਦਰਬੋਰਡ ਦੇ ਉੱਤੇ ਲਗਾ ਦਿੰਦੀ ਹੈ। ਠੀਕ ਹੈ, ਜਿਵੇਂ ਇਹ ਫੋਟੋ ਦੇ ਵਿੱਚ ਦੇਖੋ ਤੁਸੀਂ, ਹਨਾ, ਇਹ ਤੁਹਾਡੇ ਡਿਵਾਈਸ ਦੇ ਵਿੱਚ ਪਹਿਲਾਂ ਹੀ ਫਿਕਸ ਕਰ ਦਿੱਤੀ ਉਹ ਮੈਮਰੀ, ਇਹ ਇੱਥੇ ਫਿਕਸ ਕਰਤੀ ਚਿਪ ਦੇ ਰੂਪ ਦੇ ਵਿੱਚ, ਤੇ ਇਹਦੇ ਵਿੱਚ ਜੋ ਇਨਫੋਰਮੇਸ਼ਨ ਹੈਗੀ ਆ ਉਹ ਹਮੇਸ਼ਾ ਰਹੂਗੀ, ਆਪਾਂ ਉਹਨੂੰ ਚੇਂਜ ਨਹੀਂ ਕਰ ਸਕਦੇ। ਇਹ ਹੁੰਦੀ ਹੈ ਰੋਮ। ਠੀਕ ਹੈ, ਇਕੱਲੇ ਕੰਪਿਊਟਰ ਨਹੀਂ, ਮੋਬਾਈਲਾਂ ਦੇ ਵਿੱਚ ਵੀ ਹੁੰਦੀ ਹੈ। ਤੁਹਾਡੀ ਵਾਸ਼ਿੰਗ ਮਸ਼ੀਨ ਹੈਗੀ ਆ, ਵਾਸ਼ਿੰਗ ਮਸ਼ੀਨ ਦੇ ਵਿੱਚ ਅੱਜ ਕੱਲ੍ਹ ਜਿਹੜੀ ਆਟੋਮੈਟਿਕ ਵਾਸ਼ਰ ਆਉਂਦੇ ਆ, ਹਨਾ, ਉਹਨੂੰ ਆਪਾਂ ਨੇ ਸੈੱਟ ਕਰਤਾ ਕਿ 10 ਮਿੰਟ ਬਾਅਦ ਮਸ਼ੀਨ ਹੈ ਜਿਹੜੀ ਘੁੰਮਣੀ ਬੰਦ ਹੋ ਜਾਏਗੀ, 10 ਮਿੰਟ 'ਚ ਕੱਪੜੇ ਧੋ ਜਾਣਗੇ, ਤਾਂ ਉਹ 10 ਮਿੰਟ ਬਾਅਦ ਆਟੋਮੈਟਿਕਲੀ ਬੰਦ ਹੋ ਜਾਂਦੀ ਹੈ। ਉਹ ਇਨਫੋਰਮੇਸ਼ਨ ਉੱਥੇ ਸਟੋਰ ਹੋ ਗਈ, ਉਹ ਵੀ ਰੈਮ ਹੈ, ਸੌਰੀ ਰੈਮ ਕਹਿੰਦਾ, ਉਹ ਵੀ ਰੋਮ ਹੈ ਜਿਹੜੀ ਉੱਥੇ ਯੂਜ਼ ਹੋ ਰਹੀ ਹੈ ਮੈਮਰੀ ਵਾਸ਼ਿੰਗ ਮਸ਼ੀਨ ਦੇ ਵਿੱਚ। ਮਾਈਕ੍ਰੋਵੇਵ ਓਵਨ ਹੋ ਗਿਆ, ਹਨਾ, ਇਹਨਾਂ ਸਾਰਿਆਂ ਦੇ ਵਿੱਚ ਆਲਰੇਡੀ ਪਹਿਲਾਂ ਹੀ ਕੁਝ ਛੋਟੀ ਮੋਟੀ ਇਨਫੋਰਮੇਸ਼ਨ ਇੱਥੇ ਪਹਿਲਾਂ ਹੀ ਸੇਵ ਕਰ ਦਿੰਦੇ ਆ। LCD LED ਵਗੈਰਾ ਦੇ ਵਿੱਚ ਤੁਸੀਂ ਔਨ ਕਰਦੇ ਹੋ, ਕੰਪਨੀ ਦੀ ਆਉਂਦੀ ਹੈ, ਜਿਵੇਂ ਸੈਮਸੰਗ ਦੀ LED ਹੋ ਗਈ ਜਾਂ LG ਦੀ LED ਤੁਸੀਂ ਯੂਜ਼ ਕਰਦੇ ਹੋ, ਸਭ ਤੋਂ ਪਹਿਲਾਂ ਉਹਨਾਂ ਦਾ ਲੋਗੋ ਆਉਂਦਾ ਹੈ ਨਾ ਬਣਿਆ ਹੋਇਆ, ਉਹ ਕਿੱਥੇ ਸਟੋਰ ਕਰਿਆ ਉਹਨਾਂ ਨੇ? ਮੈਮਰੀ ਦੇ ਵਿੱਚ ਪਹਿਲਾਂ ਹੀ ਪਾ ਕੇ ਇੱਥੇ ਲਗਾ ਦਿੱਤਾ, ਤੁਹਾਡੇ ਜੋ ਵੀ ਉਹਨਾਂ ਦੇ ਸਰਕਟ ਹੈਗਾ, ਕਿ ਜਦੋਂ ਵੀ ਔਨ ਕਰਨਗੇ ਸਭ ਤੋਂ ਪਹਿਲਾਂ ਇਹੀ ਆਊਗਾ। ਠੀਕ ਹੈ, ਉਹਨੂੰ ਚੇਂਜ ਤਾਂ ਨਹੀਂ ਆਪਾਂ ਕਰ ਸਕਦੇ ਕਿ ਸਾਡੀ LCD LG ਦੀ ਸੀਗੀ, ਆਪਾਂ ਕਹਿ ਦਾਂਗੇ ਦੇਖੋ ਜੀ ਇਹ ਤਾਂ ਸੈਮਸੰਗ ਦੀ LCD ਹੈ, ਆਪਾਂ ਨਹੀਂ ਚੇਂਜ ਕਰ ਸਕਦੇ ਉਹਨੂੰ। ਉਹ ਸਾਰਾ ਕੁਝ ਰੋਮ ਹੁੰਦਾ ਹੈ ਬਈ, ਜਿਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ। ਠੀਕ ਹੈ, ਤਾਂ ਨੋਨ ਵੋਲਾਟਾਈਲ ਹੋ ਗਈ, ਯਾਨੀ ਕਿ ਸਿਸਟਮ ਬੰਦ ਹੋਵੇ ਚਾਹੇ ਔਨ ਹੋਵੇ, ਉਹਨੂੰ ਉਹ ਇਰੇਜ਼ ਨਹੀਂ ਹੋ ਸਕਦੀ, ਉਹ ਡਿਲੀਟ ਨਹੀਂ ਹੁੰਦੀ ਸਿਸਟਮ ਦੇ ਆਫ ਹੋਣ ਨਾਲ, ਇਸ ਕਰਕੇ ਉਹ ਨੋਨ ਵੋਲਾਟਾਈਲ ਹੈ, ਯਾਨੀ ਪਰਮਾਨੈਂਟ ਹੈ। ਠੀਕ ਹੈ ਨਾ। ਰੋਮ ਕੈਨ ਹੈਵ ਡਾਟਾ ਐਂਡ ਇੰਸਟਰਕਸ਼ਨ ਰਿਟਨ ਟੂ ਇਟ ਓਨਲੀ ਵਨ ਟਾਈਮ। ਇੱਕ ਵਾਰ ਹੀ ਜਿਹੜਾ ਡਾਟਾ ਤੇ ਇੰਸਟਰਕਸ਼ਨ ਆ ਉਹ ਲਿਖੀ ਜਾ ਸਕਦੀ ਹੈ ਇਹਦੇ 'ਚ। ਠੀਕ ਹੈ ਨਾ, ਮਤਲਬ ਇਹ ਸਿਰਫ ਇੱਕ ਵਾਰ ਪ੍ਰੋਗਰਾਮ ਕਰੀ ਜਾ ਸਕਦੀ ਹੈ, ਇਹਨੂੰ ਬਾਰ-ਬਾਰ ਆਪਾਂ ਚੇਂਜ ਨਹੀਂ ਕਰ ਸਕਦੇ। ਠੀਕ ਹੈ ਨਾ। ਰੋਮ ਕੈਨ ਹੈਵ ਡਾਟਾ ਐਂਡ ਇੰਸਟਰਕਸ਼ਨ ਰਿਟਨ ਟੂ ਇਟ ਓਨਲੀ ਵਨ ਟਾਈਮ। ਸਮਝ ਗਏ ਉਹ ਗੱਲ? ਓਕੇ। ਵਨਸ ਏ ਰੋਮ ਚਿਪ ਇਜ਼ ਪ੍ਰੋਗਰਾਮਡ, ਮਤਲਬ ਇੱਕ ਵਾਰ ਜੇ ਰੋਮ ਨੂੰ ਆਪਾਂ ਨੇ ਪ੍ਰੋਗਰਾਮ ਕਰਤਾ ਐਟ ਦਾ ਟਾਈਮ ਆਫ ਮੈਨੂਫੈਕਚਰ, ਬਣਾਉਂਦੇ ਟਾਈਮ ਜਦੋਂ ਉਹਨੂੰ ਇੱਕ ਵਾਰ ਪ੍ਰੋਗਰਾਮ ਕਰਤਾ, ਇਟ ਕੈਨ ਨੋਟ ਬੀ ਰੀਪ੍ਰੋਗਰਾਮਡ ਔਰ ਰੀਰਿਟਨ, ਉਹਨੂੰ ਦੁਬਾਰਾ ਰੀਪ੍ਰੋਗਰਾਮ ਜਾਂ ਦੁਬਾਰਾ ਲਿਖਿਆ ਨਹੀਂ ਜਾ ਸਕਦਾ। ਮਤਲਬ ਇੱਕ ਵਾਰ ਜਿਹੜਾ ਪ੍ਰੋਗਰਾਮ ਉਹਦੇ ਚ ਕਰਤਾ ਬਸ ਫਿਰ ਕਰਤਾ ਬਾਈ। ਠੀਕ ਹੈ। ਇਟ ਕੰਟੇਨਸ BIOS ਸਿਸਟਮ,
BIOS ਦਾ ਮਤਲਬ ਇਹਦੀ ਫੁੱਲ ਫਾਰਮ ਬਹੁਤ ਪੁੱਛੀ ਜਾਂਦੀ ਹੈ, ਬੇਸਿਕ ਇਨਪੁਟ ਆਊਟਪੁੱਟ सिस्टम। ठीक है, तो यह भी याद रखना है, पूछा जाता है कि बेसिक इनपुट आउटपुट सिस्टम है ना, बेसिक इनपुट आउटपुट सिस्टम की फुल फॉर्म पूछी जाती है, याद रखना है। ये रोम के करके ही वर्क करता है। जो आप कंप्यूटर में स्टार्ट करते हैं, जो मोबाइल है कुछ भी थोड़ी डिवाइस है यार, उन्होंने एक बार तुम ऑन करोगे सब तो पहला, तो उन्हें ये सिस्टम ऑन करना है। ठीक है, मतलब सारा बेसिक इनपुट आउटपुट सिस्टम है सारा, वो चेक करना है उन्हें। उस तो बाद रोम भी बहुत तरह की है, क्वेश्चन बहुत बनते हैं रोम के उत्ते। सब तो पहला पी रोम, कलर चेंज कर ला मैं। सब तो पहला जी पी रोम। रोम का मतलब तो पता है ना, रीड ओनली मैमरी। तो पी का मतलब की है, पी का मतलब है प्रोग्रामेबल रीड ओनली मैमरी। प्रोग्रामेबल मतलब जिन्होंने आप प्रोग्राम कर सकते हैं, जिन्होंने आप की कर सकते हैं, प्रोग्राम कर सकते हैं। एक मिनट, जिन्होंने आप प्रोग्राम कर सकते हैं। ठीक है, इट इज वन टाइम प्रोग्रामेबल डिवाइस। सिर्फ एक बार इनू आप प्रोग्राम कर सकते हैं। कंटेंट्स कैन नैवर बी चेंज, कंटेंट्स कैन नैवर बी चेंज। ਇਹਦਾ ਜਿਹੜਾ ਵੀ ਕੰਟੈਂਟ ਹੈਗਾ ਉਹ ਆਪਾਂ ਦੁਬਾਰੇ ਨਹੀਂ ਬਦਲ ਸਕਦੇ। ਕਿੱਥੇ ਮਿਲਦੀ ਹੈ? ਵੀਡੀਓ ਗੇਮਸ, ਮੋਬਾਈਲ ਫੋਨਸ, ਮੈਡੀਕਲ ਡਿਵਾਈਸ। ਠੀਕ ਹੈ ਨਾ, ਉਹੀ ਐਗਜ਼ਾਮਪਲ ਹੈ ਉਹਦੀ। ਤੁਸੀਂ ਆਪਣਾ ਮੋਬਾਈਲ ਔਨ ਕਰੋਗੇ, ਸਭ ਤੋਂ ਪਹਿਲਾਂ ਸੈਮਸੰਗ ਦਾ, LG ਦਾ, ਜੋ ਵੀ ਤੁਹਾਡਾ ਮੋਬਾਈਲ ਹੈਗਾ, ਐਪਲ ਦਾ ਲੋਗੋ ਆਂਦਾ ਬਣਿਆ ਹੋਇਆ, ਬਸ ਉਹੀ ਹੈ। ਠੀਕ ਹੈ ਨਾ, ਤਾਂ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਠੀਕ ਹੈ, ਫੁੱਲ ਫਾਰਮ ਯਾਦ ਰੱਖਣੀ ਹੈ। ਉਸ ਤੋਂ ਬਾਅਦ ਬਈ ਕੰਪਨੀ ਵਾਲਿਆਂ ਨੂੰ ਇਹ ਲੱਗਿਆ, ਜਾਂ ਜਦੋਂ ਵੀ मतलब थोड़ी एडवांसमेंट आई है, उन्होंने इरेज करना शुरू करता। ठीक है, तो ई वर्ड ऐड हो गया अगे। पिछली फुल फॉर्म सेम रही है, प्रोग्रामेबल रीड ओनली मैमरी। ई का मतलब की है इरेजेबल, यानी जिन्होंने इरेज कर सकते हैं। डाटा कैन इरेज विद द हेल्प ऑफ यूवी रेज। यूवी का मतलब है अल्ट्रावायलेट, याद रखना है, अल्ट्रावायलेट आल्सो नोन एज UVEPROM। मतलब जो डाटा है, जो एक बार प्रोग्राम करता, ठीक है, आप खैर उन्होंने इरेज नहीं कर सकते। कंपनी वाले या होर जो भी मतलब एक्सपर्ट होंगे है ना, उस दिन मतलब उसको मैन्युफैक्चर करने वाले, उसनों इरेज कर सकते हैं डाटे को, कि यूज करके यूवी रेज का, अल्ट्रावायलेट परा बैंगनी किरणा जिन्होंने आप कहते हैं परा बैंगनी किरणा का यूज करके उस डाटे को इरेज कर सकते हैं। ठीक है, याद रखना है। तो वह हो गया बई EPROM, यानी इनू आप UVEPROM भी बोल देते हैं, अल्ट्रावायलेट इरेजेबल प्रोग्रामेबल रीड ओनली मैमरी। ठीक है, उस तो बाद बई फिर एक होर है EEPROM। तो यदा मतलब वही हो गया, बस एक ई एक्सट्रा जुड़ गया, पिछले वाले का मतलब सेम वही है, इरेजेबल प्रोग्रामेबल रीड ओनली मैमरी। ई का मतलब की है? इलैक्ट्रिकली, इलैक्ट्रिकली इरेजेबल प्रोग्रामेबल रीड ओनली मैमरी, अगे सेम ही है सारा। इलैक्ट्रिकली देखो, पहला आप डाटा इरेज कर रहे थे बई अल्ट्रावायलेट रेज के नाल, परा बैंगनी किरणा के नाल, बट इत्थे आप डाटा इरेज कर रहे हैं इलैक्ट्रिकली। इस वर्ड को ध्यान नाल पढ़ना है, इलैक्ट्रोनिकली नहीं हैगा। ठीक है, कई बार मिसटेक हो जाती है, इलैक्ट्रोनिकली नहीं, यह हैगा वर्ड इलैक्ट्रिकली। इत्थे डाटे को इरेज करने वास्ते आप वरत रहे हैं इलैक्ट्रिकल चार्ज। ठीक है, इलैक्ट्रिकल चार्ज आप वरत रहे हैं, चार्ज भी लिख लो नाल। ठीक है, इलैक्ट्रिकल चार्ज वरते जाते हैं बई, उन्होंने यूज करके डाटा है जो इरेज कराया जाता है। तो यह रोम तो रोम की टाइप हो गई। ठीक है, इन्हों की फुल फॉर्म याद रखनी है तीनों की, तो बाकी तो सेम, कोई ज़्यादा हाईफाई हैगा नहीं। ठीक है, पहला आप यूवी रेज का इस्तेमाल करते थे डाटे को इरेज करने वास्ते, बाद आपने इलैक्ट्रिकल चार्ज का इस्तेमाल करना शुरू करा इरेज करने वास्ते। ठीक है, उस तो बाद बहुत ही इंपोर्टेंट लाइन ये हैगी है, इनू स्टार मार्क करके लिखना। ये क्वेश्चन बहुत बार देखे जा चुके हैं। The programs which are stored in ROM is known as firmware। ठीक है, रोम दे विच जेड़े प्रोग्राम स्टोर करे जाते हैं उन्होंने कहा जाता है फर्मवेयर। ठीक है, रोम यानी जेड़ी मैमरी होंदी है ना, जिहदे परमानेंटली जेड़े डाटा है स्टोर कर लिया जाता है, जिवें वही एग्जाम्पल होगी, अपना तुसीं मोबाइल ऑन करोगे, सब तो पहला लोगो आया कंपनी का, तो वह एक तरह का फर्मवेयर हो गया, वो रिकॉर्ड हो गया उत्थे। ठीक है ना, जो भी डाटा रोम दे विच स्टोर्ड हुंदा है फर्मवेयर कहा जाता है, याद रखना है। ये क्वेश्चन आया हुआ बहुत बार भाई। ठीक है,
ਤਾਂ ਰੈਮ ਹੋ ਗਈ, ਰੋਮ ਹੋ ਗਈ ਬਾਈ। ਇੱਥੋਂ ਤੱਕ ਕਲੀਅਰ ਹੈ। ਹੁਣ ਇੱਕ ਵਾਰ ਦੁਬਾਰੇ ਦੇਖ ਲਓ ਆਪਾਂ ਕੀ ਪੜ੍ਹ ਚੁੱਕੇ ਆ। ਮੈਮਰੀ ਬਾਰੇ ਆਪਾਂ ਨੇ ਦੇਖਿਆ ਸੀਗਾ ਪਹਿਲਾਂ, ਦੋ ਤਰ੍ਹਾਂ ਦੀ ਹੁੰਦੀ ਹੈ, ਪ੍ਰਾਇਮਰੀ ਮੈਮਰੀ ਤੇ ਸੈਕੰਡਰੀ ਮੈਮਰੀ। ਸੈਕੰਡਰੀ ਮੈਮਰੀ ਉਹ ਵਾਲੀ ਮੈਮਰੀ ਹੈ ਜਿਹੜੀ ਕਿ ਐਕਸਟਰਾ ਬਾਅਦ ਦੇ ਵਿੱਚ ਐਡ ਕਰੀ ਜਾਂਦੀ ਹੈ, ਜਿਵੇਂ ਮੈਮਰੀ ਕਾਰਡ ਹੋ ਗਏ, ਪੈਨ ਡਰਾਈਵ ਹੋ ਗਈ। ਇਹ ਤਾਂ ਫਿਰ ਆਪਾਂ ਨੇ ਪੜ੍ਹ ਲਿਆ, ਸਾਈਡ ਦੇ ਵਿੱਚ ਇਹਨੂੰ ਰੱਖ ਦਿਓ। ਫਿਰ ਆਉਂਦੀ ਹੈ ਮੇਨ ਮੈਮਰੀ, ਪ੍ਰਾਇਮਰੀ ਮੈਮਰੀ। ਇਹ ਦੋ ਤਰ੍ਹਾਂ ਦੀ ਹੁੰਦੀ ਹੈ। ਪ੍ਰਾਇਮਰੀ ਮੈਮਰੀ ਦੋ ਤਰ੍ਹਾਂ ਦੀ ਹੁੰਦੀ ਹੈ, ਕਿਹੜੀ ਕਿਹੜੀ? ਜਿਹੜੀ ਕਿ ਨੋਨ ਵੋਲਾਟਾਈਲ ਹੁੰਦੀ ਹੈ, ਯਾਨੀ ਚੇਂਜ ਨਹੀਂ ਹੁੰਦੀ, ਮਤਲਬ ਜਿਹੜੀ ਕਿ ਇਰੇਜ਼ ਨਹੀਂ ਹੁੰਦੀ ਹੈ ਨਾ, ਡਾਟੇ ਉਹਦੇ ਨਾਲ ਇਲੈਕਟ੍ਰੀਸਿਟੀ ਦੇ ਨਾਲ ਜਾਣ ਦੇ ਨਾਲ ਇਹ ਚੇਂਜ ਨਹੀਂ ਹੁੰਦੀ ਜਾਂ ਡਿਲੀਟ ਨਹੀਂ ਹੁੰਦੀ। ਇਹ ਡਿਲੀਟ ਹੋ ਜਾਂਦੀ ਹੈ ਵੀ ਇਲੈਕਟ੍ਰੀਸਿਟੀ ਜਾਣ ਦੇ ਨਾਲ, ਠੀਕ ਹੈ। ਤਾਂ ਵੋਲਾਟਾਈਲ ਤੇ ਨੋਨ ਵੋਲਾਟਾਈਲ, ਯਾਨੀ ਆਪਾਂ ਨੇ ਰੋਮ ਵੀ ਪੜ੍ਹਨਾ ਸੀਗਾ ਤੇ ਰੈਮ ਵੀ ਪੜ੍ਹਨਾ ਸੀਗਾ, ਜਿਹੜੇ ਆਪਾਂ ਦੋਨੇ ਪੜ੍ਹ ਚੁੱਕੇ ਆ। ਰੈਮ ਬਾਰੇ ਪੜ੍ਹ ਲਿਆ, ਉਸ ਤੋਂ ਬਾਅਦ ਰੋਮ ਬਾਰੇ ਪੜ੍ਹ ਲਿਆ ਆਪਾਂ ਨੇ, ਠੀਕ ਹੈ। ਰੋਮ ਬਾਰੇ ਵੀ ਪੜ੍ਹ ਲਿਆ। ਹੁਣ ਇਹ ਦੋ ਤਰ੍ਹਾਂ ਦੀ ਮੈਮਰੀ ਤੋਂ ਬਾਅਦ ਇੱਕ ਹੋਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਦੋ ਮੈਮਰੀਆਂ ਹੈਗੀਆਂ, ਇੱਕ ਕੈਸ਼ ਮੈਮਰੀ ਤੇ ਇੱਕ ਰਜਿਸਟਰ ਮੈਮਰੀ। ਇਹਨਾਂ ਬਾਰੇ ਪੜਾਂਗੇ ਬਾਈ। ਕੈਸ਼ ਮੈਮਰੀ, ਕੈਸ਼ ਮੈਮਰੀ ਕੀ ਚੀਜ਼ ਹੈ? ਦੇਖੋ, ਸਾਡੇ ਮੋਬਾਈਲ ਦੇ ਵਿੱਚ ਜਾਂ ਲੈਪਟਾਪ ਕੰਪਿਊਟਰ ਜੋ ਵੀ ਹੈਗਾ, ਉਹਦੇ ਵਿੱਚ ਬਹੁਤ ਸਾਰੇ ਗਾਣੇ ਆ ਜਿਹੜੇ ਸਟੋਰ ਕਰੇ ਹੋਏ ਆਪਾਂ ਨੇ, ਠੀਕ ਹੈ, ਜਾਂ ਬਹੁਤ ਸਾਰੀ ਕੋਈ ਫਾਈਲ ਹੈ ਆਪਾਂ ਨੇ ਸਟੋਰ ਕਰੀ ਹੋਈ ਹੈ ਉਹਨਾਂ ਦੀ ਮੇਨ ਮੈਮਰੀ ਦੇ ਵਿੱਚ, ਠੀਕ ਹੈ। ਮਤਲਬ ਜਾਂ ਫਿਰ ਕੋਈ ਸਟੋਰੇਜ ਐਕਸਟਰਾ ਸੈਕੰਡਰੀ ਮੈਮਰੀ ਦੇ ਵਿੱਚ, ਹੈ ਨਾ। ਐਕਸਟਰਾ ਆਪਾਂ ਲਗਾ ਕੇ ਰੱਖਦੇ ਆ ਨਾ ਸਟੋਰੇਜ ਵਾਸਤੇ। ਸਟੋਰੇਜ ਵਾਸਤੇ ਆਪਾਂ 20 GB 30 GB ਜਾਂ 200 GB 500 GB 1 TB ਤੱਕ, ਮਤਲਬ ਬਹੁਤ ਸਾਰੀ ਸਟੋਰੇਜ ਆਪਾਂ ਕਰਕੇ ਰੱਖਦੇ ਆ ਉਹਦੇ 'ਚ। ਜਦੋਂ ਆਪਾਂ ਉਹਨੂੰ ਯੂਜ਼ ਕਰਨਾ ਹੁੰਦਾ ਹੈ, ਉੱਥੋਂ ਡਾਟਾ ਕਿੱਥੇ ਆਉਂਦਾ ਹੈ? ਰੈਮ ਦੇ ਵਿੱਚ ਆਉਂਦਾ ਹੈ। ਸਾਰਾ ਫੰਕਸ਼ਨ ਸਭ ਕੁਝ ਕਿੱਥੇ ਹੁੰਦਾ ਹੈ? ਰੈਮ ਦੇ ਵਿੱਚ ਹੁੰਦਾ ਹੈ। ਆਪਾਂ ਨੇ ਜੋ ਵੀ ਮਿਊਜ਼ਿਕ ਪਲੇ ਕਰਨਾ, ਵੀਡੀਓ ਪਲੇ ਕਰਨੀ ਹੈ, ਵਰਡ ਦੀ ਕੋਈ ਫਾਈਲ ਖੋਲਣੀ ਹੈ, ਕੁਝ ਵੀ ਤੁਸੀਂ ਕੰਮ ਕਰਨਾ ਹੈ, ਉਹ ਸਾਰਾ ਦਾ ਸਾਰਾ ਕੰਮ ਕਿੱਥੇ ਹੁੰਦਾ? ਰੈਮ ਦੇ ਵਿੱਚ ਹੁੰਦਾ ਹੈ, ਠੀਕ ਹੈ। ਰੈਮ ਦੇ ਵਿੱਚ ਆਉਂਦਾ ਹੈ। ਜਦੋਂ ਸਾਰਾ ਕੰਮ ਖਤਮ ਹੋ ਜਾਂਦਾ ਹੈ, ਆਪਾਂ ਉਹਨੂੰ ਬੰਦ ਕਰ ਦਿੰਦੇ ਹਾਂ, ਤਾਂ ਰੈਮ ਦੇ ਵਿੱਚੋਂ ਉਹ ਡਾਟਾ ਦੁਬਾਰੇ ਉੱਥੇ ਹੀ ਚਲੇ ਜਾਂਦਾ ਹੈ, ਠੀਕ ਹੈ ਨਾ। ਤਾਂ ਰੈਮ ਦੇ ਵਿੱਚ ਹੁੰਦਾ ਹੈ ਸਾਰਾ ਕੰਮ। ਜਦੋਂ ਆਪਾਂ ਰੈਮ ਨੂੰ ਇਹ ਕੰਮ ਕਰਨ ਨੂੰ ਕਹਿੰਦੇ ਆ, ਤਾਂ ਰੈਮ ਕੀ ਕਰਦੀ ਹੈ? ਬਹੁਤ ਜ਼ਿਆਦਾ ਚਲਾਕ ਹੁੰਦੀ ਹੈ ਰੈਮ। ਉਹ ਕੀ ਕਰਦੀ ਹੈ? ਉਹ ਜਦੋਂ ਉਹਨੂੰ ਫਾਈਲ ਲੈਣ ਨੂੰ ਕਿਹਾ ਜਾਂਦਾ ਹੈ, ਉਹ ਫਾਈਲ ਲੈਂਦੇ ਹੋਏ ਕੀ ਕਰਦੀ ਹੈ? ਉਹਦੀ ਇੱਕ ਕਾਪੀ ਐਕਸਟਰਾ ਬਣਾ ਲੈਂਦੀ ਹੈ। ਇੱਕ ਕਾਪੀ ਐਕਸਟਰਾ ਬਣਾ ਕੇ ਆਪਣੇ ਕੋਲ ਉਹਨੇ ਇੱਕ ਮੈਮਰੀ ਰੱਖੀ ਹੋਈ ਹੈ ਅਲੱਗ ਤੋਂ, ਆਪਣੇ ਨਾਲ ਇੱਕ ਬੰਦਾ ਰੱਖਿਆ ਹੋਇਆ ਕੈਸ਼ ਮੈਮਰੀ, ਉਹਨੂੰ ਫੜਾ ਦਿੰਦੀ ਹੈ ਕਿ ਲੈ ਬਈ ਤੂੰ ਫੜ। ਕਿਉਂ? ਕਿਉਂਕਿ ਜਦੋਂ ਆਪਾਂ ਨੈਕਸਟ ਟਾਈਮ ਉਹਨੂੰ ਫੇਰ ਕਹਾਂਗੇ ਨਾ ਰੈਮ ਨੂੰ ਕਿ ਜਾ ਦੁਬਾਰੇ ਉਹੀ ਫਾਈਲ ਲੈ ਕੇ ਆ, ਤਾਂ ਉਹਨੂੰ ਜਾਣ ਦੀ ਲੋੜ ਨਹੀਂ, ਉਹ ਉੱਥੋਂ ਸਾਈਡ ਵਾਲੇ ਬੰਦੇ ਕੈਸ਼ ਮੈਮਰੀ ਤੋਂ ਫੜ ਕੇ ਸਾਨੂੰ ਪਕੜਾ ਦੇਗੀ। ਇਹਦੇ ਨਾਲ ਕੀ ਹੋਊਗਾ? ਟਾਈਮ ਬਚ ਜਾਊਗਾ। ਕੀ ਹੋਊਗਾ? ਟਾਈਮ ਬਚ ਜਾਊਗਾ, ਯਾਨੀ ਸਪੀਡ ਹੈ ਜਿਹੜੀ ਸਾਡੀ ਇਨਕਰੀਜ਼ ਹੋਗੀ ਕੰਮ ਕਰਨ ਦੀ, ਠੀਕ ਹੈ। ਤਾਂ ਕੈਸ਼ ਮੈਮਰੀ ਕਿੱਥੇ ਹੈ? ਮੇਨ ਮੈਮਰੀ ਤੇ ਰੈਮ ਦੇ ਵਿੱਚ ਇੱਕ ਐਕਸਟਰਾ ਮੈਮਰੀ ਹੁੰਦੀ ਹੈ, ਕੈਸ਼ ਮੈਮਰੀ। ਸਮਝਿਓ? ਦੇਖੋ, ਇਹ ਰੈਮ ਹੈਗੀ ਹੈ ਬਾਈ, ਤੇ ਇਹ ਦੂਜੀ ਮੈਮਰੀ ਹੈਗੀ ਆ ਜਿੱਥੇ ਵੀ ਸਟੋਰ ਕਰਿਆ ਹੋਇਆ, ਜਾਂ ਆਪਣਾ CPU ਦੇ ਵਿੱਚ ਜੋ ਜਿੱਥੇ ਵੀ ਸਟੋਰ ਕਰੀ ਹੋਈ ਹੈ ਸਟੋਰੇਜ ਹੈਗੀ ਆ। ਰੈਮ ਨੂੰ ਜਦੋਂ ਵੀ ਕਿਹਾ ਗਿਆ ਕਿ ਕੋਈ ਫਾਈਲ ਚੱਕ ਕੇ ਲਿਆ, ਤਾਂ ਰੈਮ ਜਾਊਗੀ, ਉਹ ਫਾਈਲ ਚੱਕ ਕੇ ਲਿਆਣੀਆਂ ਨੇ ਤੇ ਰੈਮ ਦੇ ਵਿੱਚ ਕੰਮ ਹੋਣਾ ਹੈ, ਹਨਾ। ਬਟ ਇਹ ਕੀ ਕਰੂਗੀ? ਵਿੱਚ ਇੱਕ ਹੋਰ ਮੈਮਰੀ ਹੈ, ਕੈਸ਼ ਮੈਮਰੀ। ਕੈਸ਼ ਮੈਮਰੀ ਇੱਕ ਕਾਪੀ ਇੱਥੇ ਰੱਖ ਦੂਗੀ। ਰੈਮ ਨੇ ਇੱਕ ਕਾਪੀ ਇੱਥੇ ਰੱਖਦੀ ਬਾਈ। ਹੁਣ ਕੀ ਹੋਊਗਾ? ਜਦੋਂ ਨੈਕਸਟ ਟਾਈਮ ਰੈਮ ਨੂੰ ਕਿਹਾ ਜਾਏਗਾ ਕਿ ਜਾ CPU ਤੋਂ ਇੱਕ ਫਾਈਲ, ਉਹੀ ਫਾਈਲ ਲੈ ਕੇ ਆ, ਤਾਂ ਇਹ ਦੇਖੂਗੀ ਪਹਿਲਾਂ ਕੈਸ਼ ਮੈਮਰੀ ਕੋਲ ਜਾ ਕੇ ਕਿ ਇਹਦੇ ਕੋਲ ਪਈ ਹੈ ਫਾਈਲ। ਜੇ ਇਹਦੇ ਕੋਲ ਪਈ ਹੈ, ਚੱਕ ਕੇ ਸਾਨੂੰ ਇੱਧਰ ਦੇ ਦੇਗੀ, ਠੀਕ ਹੈ। ਜੇ ਨਹੀਂ ਹੈਗੀ, ਦੁਬਾਰੇ ਨੂੰ ਜਾਣਾ ਪੈਣਾ। ਇਹ ਕੰਮ ਹੈਗਾ ਬਸ। ਇੱਕ ਪੁੱਛਿਆ ਜਾਂਦਾ ਹੈ ਕਿ ਕੈਸ਼ ਮੈਮਰੀ ਕਿਹਦੇ ਵਿਚਕਾਰ ਮਿਲਦੀ ਹੈ, ਜਾਂ ਫਿਰ ਪੁੱਛਿਆ ਜਾਂਦਾ ਰੈਮ ਅਤੇ CPU ਵਿਚਕਾਰ ਕਿਹੜੀ ਮੈਮਰੀ ਹੁੰਦੀ ਹੈ? ਕੈਸ਼ ਮੈਮਰੀ। ਇਹਦਾ ਫਾਇਦਾ ਕੀ ਹੋਇਆ ਆਪਾਂ ਨੂੰ? ਸਪੀਡ ਵੱਧ ਗਈ, ਯਾਨੀ ਕਿ ਟਾਈਮ ਘਟ ਗਿਆ। ਸਿੰਪਲ ਜੀ ਗੱਲ ਹੈ, ਜੋ ਮਰਜ਼ੀ ਤੁਸੀਂ ਕਹਿ ਲਓ, ਟਾਈਮ ਘਟ ਗਿਆ ਜਾਂ ਸਪੀਡ ਵੱਧ ਗਈ, ਪ੍ਰੋਸੈਸਿੰਗ ਦੇ ਵਿੱਚ ਟਾਈਮ ਘੱਟ ਲੱਗਿਆ, ਓਕੇ। ਤੇ ਰੈਮ ਤੁਹਾਨੂੰ ਪਤਾ ਕਿਹੋ ਜੀ ਹੈ? ਜਦੋਂ ਸਿਸਟਮ ਆਫ ਹੋਇਆ, ਰੈਮ ਚੋਂ ਡਾਟਾ ਡਿਲੀਟ ਹੋ ਜਾਂਦਾ ਹੈ। ਤਾਂ ਰੈਮ ਨੇ ਅੱਗੇ ਜਿਹੜੀ ਮੈਮਰੀ ਰੱਖੀ ਹੋਈ ਹੈ ਕੈਸ਼ ਮੈਮਰੀ, ਉਹ ਵੀ ਸੇਮ ਇਹੋ ਜਿਹੀ ਹੋਊਗੀ ਨਾ। ਜੇ ਰੈਮ ਇਹੋ ਜਿਹੀ ਹੈਗੀ ਹੈ, ਤਾਂ ਕੈਸ਼ ਮੈਮਰੀ ਵੀ ਸੇਮ ਇਹੋ ਜਿਹੀ ਹੈਗੀ ਹੈ। ਜਦੋਂ ਸਿਸਟਮ ਆਫ ਹੋਇਆ, ਕੈਸ਼ ਮੈਮਰੀ ਤੋਂ ਵੀ ਡਾਟਾ ਜਿਹੜਾ ਉਹ ਡਿਲੀਟ ਹੋ ਗਿਆ, ਠੀਕ ਹੈ। ਹੁਣ ਦੇਖੋ ਇਹਨੂੰ ਕੀ ਕਹਿੰਦੀ ਹੈ ਕੈਸ਼ ਮੈਮਰੀ, ਠੀਕ ਹੈ। ਕੈਸ਼ ਮੈਮਰੀ ਵੀ, ਕੈਸ਼ ਮੈਮਰੀ ਇਜ਼ ਵੈਰੀ ਹਾਈ ਸਪੀਡ ਮੈਮਰੀ ਪਲੇਸਡ ਇਨ ਬਿਟਵੀਨ ਰੈਮ ਐਂਡ CPU, ਓਕੇ। ਰੈਮ ਅਤੇ CPU ਵਿਚਕਾਰ ਇਹ ਮੈਮਰੀ ਹੁੰਦੀ ਹੈ। ਬਹੁਤ ਹੀ ਜ਼ਿਆਦਾ ਸਪੀਡ ਇਹਦੀ ਹੁੰਦੀ ਹੈ। ਯਾਦ ਰੱਖਣਾ ਹੈ,
ਰੈਮ ਤੋਂ ਵੀ ਜ਼ਿਆਦਾ, ਰੈਮ ਤੋਂ ਵੀ ਜ਼ਿਆਦਾ ਲਿਖ ਲਓ ਚਾਹੇ ਤੁਸੀਂ ਇਹਨੂੰ, ਰਾਮ ਯਾਨੀ ਰੈਮ ਤੋਂ ਵੀ ਜ਼ਿਆਦਾ, ਸੌਰੀ ਰੈਮ ਤੋਂ ਵੀ ਜ਼ਿਆਦਾ ਇਹਦੀ ਸਪੀਡ ਹੁੰਦੀ ਹੈ। ਇਟ ਇਨਕਰੀਜ਼ ਦਾ ਸਪੀਡ ਆਫ ਪ੍ਰੋਸੈਸਿੰਗ, ਸੇਮ ਗੱਲ ਹੈ, ਇਹਦੇ ਕਰਕੇ ਜਿਹੜੀ ਪ੍ਰੋਸੈਸਿੰਗ ਦੀ ਸਪੀਡ ਹੈ ਉਹ ਵੱਧ ਗਈ, ਕਿਉਂਕਿ ਰੈਮ ਨੂੰ ਉਧਰ ਜਾਣ ਦੀ ਲੋੜ ਹੀ ਨਹੀਂ, ਉਹਨੇ ਪਹਿਲਾਂ ਕੈਸ਼ ਮੈਮਰੀ ਕੋਲ ਦੇਖਣਾ ਡਾਟਾ ਪਿਆ, ਜੇ ਡਾਟਾ ਪਿਆ ਤਾਂ ਚੱਕ ਕੇ ਸਾਨੂੰ ਦੇਤਾ, ਯਾਨੀ ਇੰਨੇ ਜ਼ਿਆਦਾ ਟਾਈਮ ਮਤਲਬ ਲੱਗਣਾ ਹੀ ਨਹੀਂ ਕੰਮ ਦੇ ਵਿੱਚ, ਠੀਕ ਹੈ। ਇਟ ਇਜ਼ ਯੂਜ਼ਡ ਟੂ ਰਿਡਿਊਸਡ ਦੀ ਐਵਰੇਜ ਟਾਈਮ ਆਫ ਅਸੈਸ ਡਾਟਾ ਫਰੋਮ ਦਾ ਮੇਨ ਮੈਮਰੀ, ਬਸ ਉਹੀ ਗੱਲ ਹੈ, ਮੇਨ ਮੈਮਰੀ ਤੋਂ ਡਾਟਾ ਚੱਕਣਾ ਸੀਗਾ, ਉਹ ਟਾਈਮ ਬਚ ਗਿਆ, ਸਾਰਾ ਦਾ ਸਾਰਾ ਟਾਈਮ ਹੈ ਜਿਹੜਾ ਰਿਡਿਊਸ ਹੋ ਗਿਆ, ਓਕੇ ਠੀਕ ਹੈ ਜੀ। ਬਾਕੀ ਉਹੀ ਹੈ, ਇਟ ਸਟੋਰਸ ਐਂਡ ਰਿਟੇਨਸ ਡਾਟਾ ਓਨਲੀ ਅੰਟਿਲ ਏ ਕੰਪਿਊਟਰ ਇਜ਼ ਪਾਵਰਡ ਅਪ, ਜਦੋਂ ਤੱਕ ਪਾਵਰ ਹੈਗੀ ਹੈ ਉਦੋਂ ਤੱਕ ਹੀ ਡਾਟਾ ਰਹੂਗਾ, ਜਿੱਦਾਂ ਰੈਮ ਦੇ ਵਿੱਚ ਹੁੰਦਾ ਸੇਮ ਉਦਾਂ ਹੀ ਹੁੰਦਾ, ਯਾਨੀ ਇਹ ਵੀ ਰੈਮ ਦੇ ਵਾਂਗੂ ਵੋਲਾਟਾਈਲ ਮੈਮਰੀ ਹੈ। ਯਾਦ ਰੱਖਣਾ, ਡਾਇਰੈਕਟ ਪੁੱਛਿਆ ਜਾਂਦਾ ਹੈ ਕਿ ਕੈਸ਼ ਮੈਮਰੀ ਕਿਹੋ ਜਿਹੀ ਹੈਗੀ ਹੈ, ਵੋਲਾਟਾਈਲ ਹੈਗੀ ਹੈ, ਕਿਉਂ? ਕਿਉਂਕਿ ਰੈਮ ਨੇ ਰੱਖੀ ਹੋਈ ਹੈ, ਰੈਮ ਖੁਦ ਵੋਲਾਟਾਈਲ ਹੈ ਬਈ, ਜਦੋਂ ਸਿਸਟਮ ਆਫ ਹੋਇਆ ਰੈਮ ਚੋਂ ਵੀ ਡਾਟਾ ਡਿਲੀਟ ਹੋ ਜਾਂਦਾ ਹੈ ਤੇ ਕੈਸ਼ ਤੋਂ ਵੀ ਹੋ ਜਾਊਗਾ, ਕਿਉਂਕਿ ਇੱਥੇ ਇੱਕ ਕਾਪੀ ਐਕਸਟਰਾ ਬਣਾ ਕੇ ਰੈਮ ਨਹੀਂ ਤਾਂ ਰੱਖੀ ਹੈ, ਜਦੋਂ ਰੈਮ ਕੋਲ ਹੀ ਨਹੀਂ ਰਹੀ ਤਾਂ ਕੈਸ਼ ਕੋਲ ਵੀ ਨਹੀਂ ਰਹਿਣੀ, ਠੀਕ ਹੈ। ਹਾਈ ਮਤਲਬ ਹਾਈ ਐਕਸਪੈਂਸਿਵ ਹੁੰਦੀ ਹੈ, ਸਮਾਲਰ ਇਨ ਸਾਈਜ਼ ਹੁੰਦੀ ਹੈ, ਆ ਜਾਂਦਾ ਕੁਐਸਚਨ, ਕੋਈ ਇਹੋ ਜਿਹਾ ਪੁਆਇੰਟ ਹੈਗਾ ਨਹੀਂ ਹੋਰ। ਬਾਕੀ ਕੰਪਿਊਟਰ ਹੈਵ ਕੈਸ਼ ਮੈਮਰੀ ਆਫ ਸਾਈਜ਼, ਇਹ ਵੀ ਯਾਦ ਰੱਖ ਲਿਓ, ਠੀਕ ਹੈ, ਇਹ ਦੋ ਪੁਆਇੰਟ ਯਾਦ ਰੱਖਣੇ, ਰੱਖ ਲਿਓ। ਮੇਨ ਜਿਹੜਾ ਪੁਆਇੰਟ ਹੈ ਨਾ ਸਭ ਤੋਂ ਜ਼ਿਆਦਾ, ਇਹ ਤਿੰਨ ਯਾਦ ਰੱਖਣੇ ਆ ਆਪਾਂ ਨੇ, ਹਿੱਟ ਕੀ ਹੁੰਦਾ ਹੈ, ਇਨਕਨਸਿਸਟੈਂਟ ਕੀ ਹੁੰਦਾ ਹੈ, ਤੇ ਇਹਨਾਂ ਦੇ ਲੈਵਲ ਕਿੰਨੇ ਹੁੰਦੇ ਆ। ਕੈਸ਼ ਮੈਮਰੀ ਦੇ 3 ਲੈਵਲ ਹੁੰਦੇ ਆ, ਲੈਵਲ 1, ਲੈਵਲ 2, ਲੈਵਲ 3, ਤੇ ਇਹਨਾਂ ਵਿੱਚੋਂ ਵੀ ਸਭ ਤੋਂ ਨਜ਼ਦੀਕ ਜਿਹੜਾ ਹੁੰਦਾ ਹੈ ਉਹ ਹੁੰਦਾ ਹੈ ਲੈਵਲ 1, ਤੇ ਸਭ ਤੋਂ ਫਾਸਟ ਵੀ ਇਹੀ ਹੈ, ਇਹ ਯਾਦ ਰੱਖਣਾ ਹੈ, ਡਾਇਰੈਕਟ ਕੁਐਸਚਨ ਪੁੱਛਿਆ ਜਾਂਦਾ ਹੈ। ਸਭ ਤੋਂ ਫਾਸਟ ਕਿਹੜੀ ਕੈਸ਼ ਮੈਮਰੀ ਹੈ? ਲੈਵਲ 1। ਰੈਮ ਅਤੇ ਕੈਸ਼ ਮੈਮਰੀ ਚੋਂ ਫਾਸਟ ਕਿਹੜੀ ਹੈ? ਰੈਮ ਅਤੇ ਕੈਸ਼ ਮੈਮਰੀ ਚੋਂ ਫਾਸਟ ਹੈਗੀ ਹੈ ਕੈਸ਼ ਮੈਮਰੀ, ਤੇ ਕੈਸ਼ ਮੈਮਰੀ ਦੇ ਅੱਗੇ 3 ਲੈਵਲ ਹੁੰਦੇ ਆ, ਲੈਵਲ 1, 2, 3, ਉਹਨਾਂ ਵਿੱਚੋਂ ਵੀ ਸਭ ਤੋਂ ਫਾਸਟ ਹੈਗੀ ਹੈ ਲੈਵਲ 1, ਤੇ ਸਭ ਤੋਂ ਸਲੋ ਹੈਗੀ ਹੈ ਲੈਵਲ 3, ਠੀਕ ਹੈ। ਹਿੱਟ ਵਰਡ ਕੀ ਹੁੰਦਾ ਹੈ ਤੇ ਇਨਕਨਸਿਸਟੈਂਟ ਕੀ ਹੁੰਦਾ ਹੈ, ਇਹ ਯਾਦ ਰੱਖਣੇ ਆ, ਕੁਐਸਚਨ ਬਣਦਾ ਇਹਨਾਂ ਦੇ ਉੱਤੇ। ਦੇਖੋ ਜਦੋਂ ਵੀ ਰੈਮ ਨੇ ਕੋਈ ਫਾਈਲ ਸਰਚ ਕਰਨੀ ਹੈ, ਮੇਨ ਮੈਮਰੀ ਤੋਂ ਚੱਕਣੀ ਹੈ, ਪਹਿਲਾਂ ਉਹ ਕੈਸ਼ ਕੋਲ ਦੇਖੂਗੀ ਕਿ ਕੀ ਕੈਸ਼ ਕੋਲ ਪੜੀ ਹੈ ਫਾਈਲ, ਜੇ ਪਈ ਹੈ ਤਾਂ ਉਹਨੂੰ ਆਪਾਂ ਬੋਲਾਂਗੇ ਹਿੱਟ। ਜਦੋਂ ਰੈਮ ਨੂੰ ਉਹ ਫਾਈਲ ਮਿਲ ਗਈ ਤਾਂ ਮਤਲਬ ਕੀ ਹੈ? ਹਿੱਟ। ਜੇ ਨਹੀਂ ਮਿਲੀ ਤਾਂ ਇਨਕਨਸਿਸਟੈਂਟ, ਬਸ ਸਿੰਪਲ ਹੈ। ਹਿੱਟ ਕੀ ਹੈ? ਰੈਮ ਨੇ ਕੈਸ਼ ਮੈਮਰੀ ਕੋਲ ਜਾ ਕੇ ਫਾਈਲ ਦੇਖੀ ਹੈ, ਜੇ ਮਿਲ ਗਈ ਤਾਂ ਉਹਨੂੰ ਆਪਾਂ ਕਹਾਂਗੇ ਹਿੱਟ, ਜੇ ਨਹੀਂ ਮਿਲੀ ਤਾਂ ਇਨਕਨਸਿਸਟੈਂਟ। ਕੁਐਸਚਨ ਕਿੱਦਾਂ ਬਣਦਾ ਮੈਂ ਤੁਹਾਨੂੰ ਕੁਐਸਚਨ ਦੇ ਵਿੱਚ ਕਵਰ ਕਰਾ ਦੂੰ ਇਸੇ ਵੀਡੀਓ ਦੇ ਵਿੱਚ। ਨੈਕਸਟ ਹੈ ਜੀ ਰਜਿਸਟਰ, ਇਹ ਵੀ ਬਹੁਤ ਇੰਪੋਰਟੈਂਟ ਹੈ, ਇਹ ਸਭ ਤੋਂ ਛੋਟੀ ਹੁੰਦੀ ਹੈ ਤੇ ਕੈਸ਼ ਮੈਮਰੀ ਤੋਂ ਵੀ ਫਾਸਟ ਹੁੰਦੀ ਹੈ, ਠੀਕ ਹੈ। ਦੇਖੋ ਰੈਮ ਫਾਸਟ ਹੁੰਦੀ ਹੈ, ਰੈਮ ਤੋਂ ਛੋਟੀ ਹੁੰਦੀ ਹੈ ਅੱਗੇ ਕੈਸ਼ ਮੈਮਰੀ ਜਿਹੜੀ ਕਿ ਰੈਮ ਤੋਂ ਵੀ ਫਾਸਟ ਹੁੰਦੀ ਹੈ। ਫਿਰ ਕੈਸ਼ ਮੈਮਰੀ ਤੋਂ ਅੱਗੇ ਆਉਂਦੇ ਆ ਰਜਿਸਟਰ, ਜਿਹੜੇ ਕੈਸ਼ ਤੋਂ ਵੀ ਛੋਟੇ ਹੁੰਦੇ ਆ ਤੇ ਕੈਸ਼ ਤੋਂ ਵੀ ਫਾਸਟ ਹੁੰਦੇ ਆ, ਯਾਨੀ ਸਭ ਤੋਂ ਫਾਸਟ ਹੁੰਦੇ ਆ ਰਜਿਸਟਰ। ਯਾਦ ਰੱਖਣਾ ਹੈ, ਸਭ ਤੋਂ ਫਾਸਟ ਕੀ ਹੁੰਦੇ ਆ? ਰਜਿਸਟਰ ਹੁੰਦੇ ਆ, ਤੇ ਸਭ ਤੋਂ ਛੋਟੇ ਵੀ ਰਜਿਸਟਰ ਹੀ ਹੁੰਦੇ ਆ, ਸਭ ਤੋਂ ਛੋਟੇ ਵੀ ਰਜਿਸਟਰ ਹੁੰਦੇ ਆ ਤੇ ਸਭ ਤੋਂ ਫਾਸਟ ਵੀ। ਉਸ ਤੋਂ ਅੱਗੇ ਵਾਰੀ ਆਊਗੀ ਕੈਸ਼ ਦੀ, ਕੈਸ਼ ਰਜਿਸਟਰ ਤੋਂ ਵੱਡੀ ਹੋਊਗੀ ਤੇ ਰਜਿਸਟਰ ਤੋਂ ਥੋੜੀ ਜਿਹੀ ਸਪੀਡ ਹੈ ਥੋੜੀ ਘੱਟ ਹੋ ਜੂਗੀ ਉਹਦੀ, ਹਨੀ ਇਦਾਂ ਹੈ ਵੀ। ਉਸ ਤੋਂ ਉੱਪਰ ਫਿਰ ਰੈਮ ਹੈ, ਠੀਕ ਹੈ। ਤਾਂ ਰਜਿਸਟਰ ਮੈਮਰੀ ਇਜ਼ ਦੀ ਸਮਾਲੈਸਟ ਐਂਡ ਫਾਸਟੈਸਟ ਮੈਮਰੀ ਇਨ ਏ ਕੰਪਿਊਟਰ। ਸੁਪਰ ਇੰਪੋਰਟੈਂਟ ਲਾਈਨ ਹੈ, ਰਜਿਸਟਰ ਮੈਮਰੀ ਇਜ਼ ਦੀ ਸਮਾਲੈਸਟ, ਸਭ ਤੋਂ ਛੋਟੀ, ਤੇ ਫਾਸਟੈਸਟ, ਸਭ ਤੋਂ ਤੇਜ਼ ਮੈਮਰੀ ਹੈਗੀ ਹੈ ਕੰਪਿਊਟਰ ਦੇ ਵਿੱਚ। ਸੁਪਰ ਇੰਪੋਰਟੈਂਟ ਹੈ, ਠੀਕ ਹੈ। ਬਸ ਇਹ ਪੁਆਇੰਟ ਯਾਦ ਰੱਖਣਾ ਹੈ। ਇਹ ਥੋੜੇ ਟਾਈਮ ਵਾਸਤੇ ਟੈਂਪਰੇਰੀ ਤੌਰ ਤੇ ਡਾਟਾ ਹੈ ਜਿਹੜਾ ਹੋਲਡ ਕਰਦੀ ਹੈ, ਡਾਟਾ ਇੰਸਟਰਕਸ਼ਨ ਕੁਝ ਵੀ ਹੈ ਜਿਹੜਾ ਉਹ ਹੋਲਡ ਕਰਦੀ ਹੈ ਥੋੜੇ ਟਾਈਮ ਵਾਸਤੇ, ਠੀਕ ਹੈ। ਬਸ ਇਹ ਯਾਦ ਰੱਖਣਾ ਹੈ। ਕੈਸ਼ ਤੋਂ ਵੀ ਅੱਗੇ ਕੀ ਹੁੰਦੀ ਹੈ? ਰਜਿਸਟਰ ਹੁੰਦੀ ਹੈ। ਬਸ ਬਹੁਤ ਤਰ੍ਹਾਂ ਦੇ ਹੁੰਦੇ ਆ, ਮੈਂ ਕੁਝ ਸਿਲੈਕਟਡ ਜੇ ਲਿਖੇ ਆ ਰਜਿਸਟਰ, ਤੇ ਹਰ ਇੱਕ ਰਜਿਸਟਰ ਦਾ ਆਪਣਾ ਕੰਮ ਹੁੰਦਾ ਹੈ, ਉਹਦਾ ਮੈਂ ਟੇਬਲ ਤੁਹਾਨੂੰ ਅੱਗੇ ਦਿਖਾऊं, ਇਹ ਨਾ ਤੁਸੀਂ ਦੇਖ ਲਓ। MER ਮੈਮਰੀ ਐਡਰੈਸ ਰਜਿਸਟਰ, ਇਹ ਇੱਕ ਰਜਿਸਟਰ ਹੁੰਦਾ ਹੈ ਜਿਹਦਾ ਕੰਮ ਕੀ ਹੁੰਦਾ ਹੈ? ਜੋ ਵੀ ਆਪਣੀ ਡਾਟਾ ਹੈਗਾ, ਜਿਹੜਾ ਆਪਾਂ ਨੇ ਡਾਟਾ ਅਸੈਸ ਕਰਿਆ, ਉਹਦਾ ਐਡਰੈਸ ਹੈ ਜਿਹੜਾ, ਉਹਦੀ ਲੋਕੇਸ਼ਨ ਹੈ ਨਾ, ਉਸ ਨੂੰ ਇਹ ਹੋਲਡ ਕਰਕੇ ਰੱਖਦਾ ਹੈ, ਠੀਕ ਹੈ, ਉਹਨੂੰ ਹੋਲਡ ਕਰਕੇ ਰੱਖਦਾ ਹੈ। ਇਹਦੇ ਨਾਂ ਤੋਂ ਹੀ ਕਲੀਅਰ ਹੋ ਰਿਹਾ ਐਡਰੈਸ ਰਜਿਸਟਰਸ, ਮੈਮਰੀ ਐਡਰੈਸ ਰਜਿਸਟਰ, ਐਡਰੈਸ ਹੈ ਜਿਹੜਾ ਉਹਨੂੰ ਯਾਦ ਰੱਖਦਾ ਹੈ। ਪ੍ਰੋਗਰਾਮ ਕਾਊਂਟਰ, ਇਹ ਸੀਕੁਐਂਸ ਯਾਦ ਰੱਖਦਾ ਹੈ। ਇੰਸਟਰਕਸ਼ਨ ਦਿੰਦਾ ਹੈ। ਅਕਮੂਲੇਟਰ ਹੈ ਜਿਹੜਾ, ਅਕਮੂਲੇਟਰ ਜਿਹੜੀ ਅਰਥਮੈਟਿਕਲ ਲੌਜੀਕਲ ਯੂਨਿਟ ਦੇ ਆਪਰੇਸ਼ਨ ਹੁੰਦੇ ਆ ਉਹਨਾਂ ਨੂੰ ਸੋਲਵ ਕਰਦਾ ਹੈ, ਠੀਕ ਹੈ। ਬਸ ਇਦਾਂ ਆ, ਬਾਕੀ ਇਹਦਾ ਟੇਬਲ ਤੁਸੀਂ ਦੇਖ ਲਓ, ਇਹ ਹੈਗਾ ਆ, ਠੀਕ ਹੈ, ਇਹ ਹੈਗਾ ਆ ਬਈ, ਇਹ ਯਾਦ ਰੱਖਣਾ। ਦੇਖੋ ਜਿੰਨੇ ਵੀ ਰਜਿਸਟਰ ਹੈਗੇ ਆ ਉਹਨਾਂ ਦੇ ਨਾਂ ਇੱਥੇ ਲਿਖੇ ਹੋਏ ਆ, ਡਾਟਾ ਰਜਿਸਟਰ, ਐਡਰੈਸ ਰਜਿਸਟਰ, ਅਕਮੂਲੇਟਰ, ਹਨਾ, ਇੰਸਟਰਕਸ਼ਨ ਰਜਿਸਟਰ। ਉਹ ਕਿੰਨੇ ਬਿਟ ਦੇ ਹੁੰਦੇ ਆ? ਹੁਣ ਮੈਮਰੀ ਸਟੋਰੇਜ 'ਚ ਤੁਹਾਨੂੰ ਦੱਸੂ ਬਿਟ ਕੀ ਹੁੰਦਾ ਹੈ।
ਬੇਸਿਕਲੀ ਇੱਕ ਬਿਟ ਹੁੰਦਾ ਹੈ ਜਿਹੜਾ ਇੱਕ ਬਾਈਨਰੀ ਕੋਡ ਹੁੰਦਾ ਹੈ ਨਾ, ਬਾਈਨਰੀ ਕੋਡ 0 ਤੇ 1 ਦਾ ਹੁੰਦਾ ਹੈ, ਉਹੀ ਇੱਕ ਬਿਟ ਹੁੰਦੀ ਹੈ। ਕੀ ਹੁੰਦੀ ਆ ਉਹ? ਇੱਕ ਬਿਟ। ਇੱਕ ਬਾਈਨਰੀ ਕੋਡ ਇੱਕ ਬਿਟ ਦੇ ਬਰਾਬਰ ਹੁੰਦਾ ਹੈ। ਤਾਂ 16 ਬਿਟ ਦਾ ਹੁੰਦਾ ਹੈ ਡਾਟਾ ਰਜਿਸਟਰ। ਡਾਟਾ ਰਜਿਸਟਰ ਦਾ ਸਿੰਬਲ ਕੀ ਹੈ? DR। ਕੰਮ ਕੀ ਹੈ ਇਹਦਾ? ਮੈਮਰੀ ਆਪਰੇਸ਼ਨ ਜਿਹੜੇ ਹੈਗੇ ਆ ਉਹਨਾਂ ਨੂੰ ਹੋਲਡ ਕਰਨਾ ਹੈ, ਠੀਕ ਹੈ। ਐਡਰੈਸ ਰਜਿਸਟਰ 12 ਬਿਟ ਦਾ ਹੁੰਦਾ ਹੈ, AR ਜਿਹਨੂੰ ਆਪਾਂ ਲਿਖ ਦਿੰਦੇ ਆ, ਇਹ ਐਡਰੈਸ ਨੂੰ ਹੋਲਡ ਕਰਦਾ ਹੈ। ਬਸ ਇਦਾਂ ਕਰਕੇ ਇਹਨਾਂ ਦੇ ਕੰਮ ਯਾਦ ਰੱਖਣੇ ਆ, ਤੇ ਬਿਟ ਵਗੈਰਾ ਦੇ ਉੱਤੇ ਵੀ ਕਈ ਵਾਰ ਆ ਜਾਂਦਾ ਹੈ ਕੁਐਸਚਨ, ਠੀਕ ਹੈ। ਇਹ ਹੈਗਾ ਆ ਬਈ, ਇਹ ਯਾਦ ਰੱਖਣ ਵਾਲੇ ਪੁਆਇੰਟ ਹੈ। ਤੇ ਆਪਣੇ ਕੰਪਿਊਟਰ ਵਗੈਰਾ ਤੁਸੀਂ ਦੇਖੇ ਆ 16 ਬਿਟ ਦੇ 32 ਬਿਟ ਦੇ, ਉਹ ਰਜਿਸਟਰਾਂ ਕਰਕੇ ਹੀ ਹੁੰਦੇ ਆ। ਜੇ ਪ੍ਰੋਸੈਸਰ ਹੈ, ਪ੍ਰੋਸੈਸਰ ਪਹਿਲਾਂ 16 ਬਿਟ ਦਾ ਸੀਗਾ, ਫਿਰ 32 ਬਿਟ, ਜਿੰਨੇ ਰਜਿਸਟਰ ਹੈ ਉਨੇ ਬਿਟ ਹੋ ਗਏ ਬਾਈ, ਠੀਕ ਹੈ। ਹੁਣ 64 ਬਿਟ ਹੈ ਤੇ ਐਡਵਾਂਸ ਹੁੰਦੇ ਜਾਣਗੇ, ਜਿਵੇਂ 32 ਹੈ 32 ਤੋਂ ਐਡਵਾਂਸ ਹੋ ਕੇ 64 ਬਿਟ ਦਾ ਆ ਗਿਆ ਆਪਣਾ ਕੰਪਿਊਟਰ, ਹਨਾ। ਤੁਸੀਂ ਦੇਖਿਆ ਹੋਣਾ ਕੋਈ ਵੀ ਪ੍ਰੋਗਰਾਮ ਤੁਸੀਂ ਇੰਸਟਾਲ ਕਰਦੇ ਹੋ, ਉਹ ਕਹਿੰਦਾ ਕਿ 32 ਬਿਟ ਚ ਕਰਨਾ ਹੈ ਜਾਂ 64 ਬਿਟ ਚ ਇੰਸਟਾਲ ਕਰਨਾ ਹੈ, ਇਦਾਂ ਕਰਕੇ, ਹਨਾ। ਤਾਂ 64 ਵਾਲੇ 32 ਚ ਹੋ ਜਾਂਦੇ ਆ, ਪਰ 32 ਵਾਲੇ 64 ਚ ਨਹੀਂ ਹੁੰਦੇ, ਠੀਕ ਹੈ। ਐਡਵਾਂਸ ਹੋ ਗਿਆ ਨਾ, ਇਹ ਯਾਦ ਰੱਖ ਲੈਣਾ ਬਸ, ਹੋਰ ਤਾਂ ਕੁਝ ਨਹੀਂ ਹੈ। ਬਾਕੀ ਜਿੱਦਾਂ ਕੁਐਸਚਨ ਬਣਦੇ ਆ ਉਹ ਵੀ ਤੁਹਾਨੂੰ ਦੱਸ ਦੂੰ ਬਾਈ। ਉਸ ਤੋਂ ਬਾਅਦ ਵੀ ਇੱਕ ਵਰਚੁਅਲ ਮੈਮਰੀ ਵੀ ਹੁੰਦੀ ਹੈ। ਕੈਸ਼ ਮੈਮਰੀ ਪੜ੍ਹ ਲਈ, ਰਜਿਸਟਰ ਪੜ੍ਹ ਲਈ, ਰਜਿਸਟਰ ਪੜ੍ਹ ਲਈ, ਹੁਣ ਵਾਰੀ ਹੈ ਵਰਚੁਅਲ ਮੈਮਰੀ ਪੜ੍ਹਨ ਦੀ। ਇਹਦੇ ਉੱਤੇ ਇੱਕ ਕੁਐਸਚਨ ਪੁੱਛਿਆ ਜਾਂਦਾ ਹੈ। ਕੁਐਸਚਨ ਕੀ ਹੈ? ਕੁਐਸਚਨ ਹੈਗਾ ਬਈ, ਵਰਚੁਅਲ ਮੈਮਰੀ ਜਿਹੜੀ ਹੈਗੀ ਹੈ ਇਹ ਇੱਕ ਤਰ੍ਹਾਂ ਦਾ ਇਲੂਜ਼ਨ ਹੈ, ਆਭਾਸੀ, ਮਤਲਬ ਸੱਚੀ ਨੂੰ ਨਹੀਂ ਹੈਗੀ, ਇੱਕ ਇਲੂਜ਼ਨ ਹੈ ਆਫ ਐਕਸਟ੍ਰੀਮਲੀ ਲਾਰਜ ਮੇਨ ਮੈਮਰੀ। ਐਨ ਇਲੂਜ਼ਨ ਆਫ ਐਕਸਟ੍ਰੀਮਲੀ ਲਾਰਜ ਮੈਮਰੀ। ਇਹ ਡਾਇਰੈਕਟ ਕੁਐਸਚਨ ਆਉਂਦਾ ਹੈ ਵੀ ਵਰਚੁਅਲ ਮੈਮਰੀ ਕਿਹੋ ਜਿਹੀ ਹੁੰਦੀ ਹੈ, ਜਾਂ ਵਰਚੁਅਲ ਮੈਮਰੀ ਕੀ ਹੈ? ਤਾਂ ਐਨ ਇਲੂਜ਼ਨ ਆਫ ਐਕਸਟ੍ਰੀਮਲੀ ਲਾਰਜ ਮੇਨ ਮੈਮਰੀ ਦਾ ਇਲੂਜ਼ਨ ਹੈ। ਹੁੰਦਾ ਕੀ ਹੈ? ਦੇਖੋ, ਕੰਪਿਊਟਰ ਦੇ ਵਿੱਚ ਰੈਮ ਹੁੰਦੀ ਹੈ ਤੇ ਸਾਰੇ ਕੰਮ ਰੈਮ ਦੇ ਵਿੱਚ ਹੀ ਹੁੰਦੇ ਆ ਨਾ। ਜੋ ਵੀ ਆਪਾਂ ਕਰ ਰਹੇ ਹਾਂ ਕੰਪਿਊਟਰ ਦੇ ਵਿੱਚ ਸਾਰਾ ਕੁਝ ਰੈਮ ਦੇ ਵਿੱਚ ਹੀ ਹੁੰਦਾ ਹੈ। ਜਦੋਂ ਰੈਮ ਮੈਮਰੀ ਫੁੱਲ ਹੋ ਜਾਂਦੀ ਹੈ, ਮੰਨ ਲਓ ਰੈਮ ਹੈਗੀ ਹੈ 4 GB ਦੀ, ਤੇ ਮੈਂ ਕੰਮ ਕਰੀ ਜਾ ਰਿਹਾ ਕੰਪਿਊਟਰ ਦੇ ਵਿੱਚ, ਉਹ 4 ਮੈਮਰੀ ਹੈ ਜਿਹੜੀ ਭਰ ਗਈ, 4 GB ਹੈ ਜਿਹੜੀ ਉਹ ਭਰੀ ਹੋਈ ਹੈ। ਉਸ ਤੋਂ ਇਲਾਵਾ ਵੀ ਮੈਂ ਫਿਰ ਹੋਰ ਕੰਮ ਕਰਾਂਗਾ ਨਾ, ਤਾਂ ਸਿਸਟਮ ਦੇ ਵਿੱਚ ਕੀ ਹੈ, ਸਲੋ ਵਗੈਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ, ਠੀਕ ਹੈ। ਤੇ ਫਿਰ ਕੀ ਕਰਦਾ ਹੈ, ਜਿਹੜੇ ਪ੍ਰੋਗਰਾਮ ਹੋਰ ਰਨ ਕਰਨੇ ਹੁੰਦੇ ਆ ਤਾਂ ਕੰਪਿਊਟਰ ਕੀ ਕਰਦਾ ਹੈ, ਜਿਹੜੀ ਮੇਨ ਮੈਮਰੀ ਐਕਸਟਰਾ ਪਈ ਹੈ ਨਾ, ਉਹਨੂੰ ਐਜ਼ ਏ ਰੈਮ ਵਰਤਣ ਦੀ ਕੋਸ਼ਿਸ਼ ਕਰਦਾ ਹੈ, ਠੀਕ ਹੈ। ਉਹ ਇੱਕ ਤਰ੍ਹਾਂ ਦਾ ਮਤਲਬ ਇੱਕ ਕਨਸੈਪਟ ਹੈ, ਇਹ ਕੋਈ ਰੀਅਲ ਚ ਨਹੀਂ ਮੈਮਰੀ ਹੈਗੀ ਕਿ ਤੁਸੀਂ ਜਾਓ ਕਿ ਰੈਮ ਖਰੀਦ ਲਿਆਓ ਜਾਂ ਰੋਮ ਖਰੀਦ ਲਿਆਓ, ਉਹ ਕੰਪਿਊਟਰ ਚ ਪਾ ਦਿਓ ਤੁਸੀਂ, ਹੈ ਨਾ। ਵਰਚੁਅਲ ਮੈਮਰੀ ਕਿਤੇ ਮਿਲਦੀ ਨਹੀਂ, ਇਹ ਕੋਈ ਮਤਲਬ ਇੱਕ ਤਰ੍ਹਾਂ ਦਾ ਕਨਸੈਪਟ ਹੈ, ਕੋਈ ਚੀਜ਼ ਨਹੀਂ ਹੈਗੀ ਕਿ ਆਪਾਂ ਖਰੀਦ ਕੇ ਕੰਪਿਊਟਰ ਦੇ ਵਿੱਚ ਐਡ ਕਰ ਦਾਂਗੇ ਇਹਨੂੰ, ਠੀਕ ਹੈ। ਬਸ ਇਹਦੇ ਤੇ ਇਹ ਕੁਐਸਚਨ ਬਣਦਾ, ਇਹਨੂੰ ਯਾਦ ਰੱਖਣਾ ਹੈ, ਹੋਰ ਕੁਝ ਨਹੀਂ ਫालतू ਟੈਨਸ਼ਨ ਲੈਣ ਦੀ, ਠੀਕ ਹੈ। ਉਸ ਤੋਂ ਬਾਅਦ ਬਾਈ ਦੇਖੋ, ਹੁਣ ਆਪਾਂ ਮੈਮਰੀ ਪੜ੍ਹ ਚੁੱਕੇ ਹਾਂ, ਠੀਕ ਹੈ। ਮੈਮਰੀ ਇੱਕ ਅਲੱਗ ਚੀਜ਼ ਹੈ, ਉਹ ਇੱਕ ਟੈਂਪਰੇਰੀ ਹੁੰਦੀ ਹੈ। ਉਸੇ ਮੈਮਰੀ ਨੂੰ ਮਤਲਬ ਜਦੋਂ ਉਹ ਡਾਟਾ ਹੈਗਾ, ਡਾਟਾ ਨੂੰ ਸਟੋਰ ਕਰਨ ਵਾਸਤੇ ਆਪਾਂ ਜਿਹੜੀ ਵਰਤਦੇ ਹਾਂ ਚੀਜ਼, ਉਹ ਸਟੋਰੇਜ ਹੁੰਦੀ ਹੈ। ਦੋਹਾਂ ਦੇ ਵਿੱਚ ਫਰਕ ਹੈ, ਮੈਮਰੀ ਅਲੱਗ ਚੀਜ਼ ਹੈ, ਸਟੋਰੇਜ ਅਲੱਗ ਚੀਜ਼ ਹੈ, ਠੀਕ ਹੈ ਨਾ। ਮੈਮਰੀ ਅਲੱਗ ਚੀਜ਼ ਹੁੰਦੀ ਹੈ, ਸਟੋਰੇਜ ਹੈ ਜਿਹੜੀ ਉਹ ਅਲੱਗ ਚੀਜ਼ ਹੁੰਦੀ ਹੈ, ਠੀਕ ਹੈ। ਸਟੋਰੇਜ ਕੀ ਹੈ? ਡਾਟੇ ਨੂੰ ਪਰਮਾਨੈਂਟਲੀ ਸਟੋਰ ਕਰਨ ਵਾਸਤੇ ਆਪਾਂ ਸਟੋਰੇਜ ਵਰਤਦੇ ਆ। ਡਾਟੇ ਨੂੰ ਪਰਮਾਨੈਂਟਲੀ ਸਟੋਰ ਕਰਨ ਵਾਸਤੇ ਆਪਾਂ ਸਟੋਰੇਜ ਹੈ ਜਿਹੜੀ ਵਰਤਦੇ ਆ। ਮੈਮਰੀ ਜਿਹੜੀ ਹੁੰਦੀ ਹੈ, ਯਾਦ ਰੱਖਣਾ ਹੈ, ਮੈਮਰੀ ਹਮੇਸ਼ਾ ਟੈਂਪਰੇਰੀ ਹੁੰਦੀ ਹੈ। ਮੈਮਰੀ ਹਮੇਸ਼ਾ ਟੈਂਪਰੇਰੀ ਹੁੰਦੀ ਹੈ। ਸਟੋਰੇਜ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਪਰਮਾਨੈਂਟ ਹੁੰਦੀ ਹੈ। ਕੋਈ ਵੀ ਚੀਜ਼ ਆਪਾਂ ਆਪਣੇ ਮੈਮਰੀ ਕਾਰਡ ਦੇ ਵਿੱਚ ਸਟੋਰ ਕਰਤੀ ਤਾਂ ਉਹ ਪਰਮਾਨੈਂਟਲੀ ਹੋਗੀ ਨਾ, ਠੀਕ ਹੈ। ਯਾਦ ਰੱਖਣਾ ਹੈ, ਸਟੋਰੇਜ ਹਮੇਸ਼ਾ ਪਰਮਾਨੈਂਟ ਹੁੰਦੀ ਹੈ ਤੇ ਮੈਮਰੀ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਟੈਂਪਰੇਰੀ ਹੁੰਦੀ ਹੈ। ਮੈਮਰੀ ਜਿਹੜੀ ਹੁੰਦੀ ਹੈ ਉਹ ਫਾਸਟ ਹੁੰਦੀ ਹੈ, ਸਟੋਰੇਜ ਹੈ ਜਿਹੜੀ ਇਹ ਸਲੋ ਹੁੰਦੀ ਹੈ। ਇਹ ਵੀ ਚਲੋ ਯਾਦ ਰੱਖ ਲਈ, ਓਕੇ। ਹੁਣ ਆਪਾਂ ਸਟੋਰੇਜ ਦੇਖਦੇ ਹਾਂ, ਆਪਾਂ ਸਟੋਰੇਜ ਵਾਸਤੇ ਕੀ ਕੀ ਵਰਤਦੇ ਹਾਂ, ਮੈਮਰੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਜਿਹੜੀ ਮੈਮਰੀ ਸਟੋਰੇਜ ਹੈ ਉਹ ਆਪਾਂ ਦੇਖਦੇ ਹਾਂ। ਜਿਹੜਾ ਇੱਕ ਬਹੁਤ ਇੰਪੋਰਟੈਂਟ ਸਲਾਈਡ ਹੈ, ਬਹੁਤ ਹੀ ਜ਼ਿਆਦਾ ਜਿਹੜੀ ਬਾਈਨਰੀ ਡਿਜਿਟ ਹੁੰਦੀ ਹੈ, ਬਾਈਨਰੀ ਕੋਡ ਜਿਹੜਾ ਹੁੰਦਾ ਹੈ 0 ਤੇ 1 ਦਾ, ਉਹ ਹੁੰਦਾ 1 ਬਿਟ ਦੇ ਬਰਾਬਰ, ਠੀਕ ਹੈ। ਯਾਦ ਰੱਖਣਾ ਹੈ। ਤੇ ਜਦੋਂ 4 ਬਿਟ ਇਕੱਠੀ ਹੋ ਜਾਂਦੀ ਹੈ ਫਿਰ ਬਣਦਾ ਇੱਕ ਨਿਬਲ। ਕੀ ਬਣਦਾ? ਇੱਕ ਨਿਬਲ ਬਣਦਾ ਬਾਈ। ਫਿਰ ਜੇ 8 ਬਿਟ ਇਕੱਠੀ ਹੋ ਜਾਣ ਤਾਂ ਬਣਦੀ ਹੈ ਇੱਕ ਬਾਈਟ। ਕੀ ਬਣਦੀ ਹੈ? ਇੱਕ ਬਾਈਟ। ਹੁਣ ਇਹ ਦੇਖੋ ਧਿਆਨ ਨਾਲ, 8 ਬਿਟ ਦੀ ਇੱਕ ਬਾਈਟ ਹੈ ਤੇ 4 ਬਿਟ ਦਾ ਇੱਕ ਨਿਬਲ ਹੈ, ਯਾਨੀ ਕਿ ਇੱਕ ਬਾਈਟ ਦੇ ਵਿੱਚ 2 ਨਿਬਲ ਵੀ ਆ ਗਏ, ਹਨਾ। ਇਹ ਵੀ ਕੁਐਸਚਨ ਆ ਜਾਂਦਾ ਹੈ ਕਿ ਇੱਕ ਬਾਈਟ ਦੇ ਵਿੱਚ ਕਿੰਨੇ ਨਿਬਲ ਹੁੰਦੇ ਨੇ, ਤਾਂ ਇੱਕ ਬਾਈਟ ਦੇ ਵਿੱਚ 2 ਨਿਬਲ ਹੁੰਦੇ ਆ ਬਾਈ। ਇਸ ਤੋਂ ਇਲਾਵਾ ਕੁਐਸਚਨ ਆ ਜਾਂਦਾ ਹੈ ਕਿ ਹਾਫ ਬਾਈਟ ਦੇ ਵਿੱਚ ਕਿੰਨੀ ਬਿਟ ਹੁੰਦੀਆਂ, ਤਾਂ ਹਾਫ ਬਾਈਟ ਦੇ ਵਿੱਚ 4 ਬਿਟ ਹੁੰਦੀਆਂ ਜਾਂ ਇੱਕ ਨਿਬਲ ਹੁੰਦਾ ਹੈ, ਠੀਕ ਹੈ। ਉਸ ਤੋਂ ਬਾਅਦ ਬਾਈ 1024 ਬਾਈਟਾਂ ਜੇ ਮਿਲ ਜਾਣ, 1024 ਬਾਈਟਾਂ ਜੇ ਮਿਲ ਜਾਣ ਤਾਂ ਬਣਦੀ ਹੈ 1 ਕਿਲੋ ਬਾਈਟ। 1 ਕਿਲੋ ਬਾਈਟ ਮਤਲਬ 1 KB, ਠੀਕ ਹੈ, 1 KB। ਉਸ ਤੋਂ ਬਾਅਦ
1024 ਕਿਲੋਬਾਈਟਾਂ 1024 केवी मिल के बनाती है 1 MB 1 मेगाबाइट, ठीक है। तो 1024 MB तो बनती है 1 GB, बस फिर अगे तो ईजी है। 1024 तो बनती है 1 TB, तो 1024 TB मतलब टेराबाइट, ठीक है। GB मतलब गीगाबाइट। इन्हां दी फुल फॉर्म भी तुहानूं पता होनी चाहिए है, KB MB GB TB। तो 1000 TB तो बनती है 1000 PB यानी पेटाबाइट। बहुत बहुत ही ज़्यादा इंपोर्टेंट ये हैगा आ। तुहानूं क्वेश्चन डायरैक्ट आते हैं कि 1024 KB किहदे बराबर हुंदी है, 1 MB दे बराबर हुंदी है, जां 1024 MB किहदे बराबर हुंदी है, 1 GB दे बराबर हुंदी है। तो ये सारा कुछ याद रखने वाला हैगा बई। तो इस मैमरी की कैपेसिटी है जिहड़ी वो वधदी जाऊगी, ठीक है। KB तक पता आपां नूं, KB तो बाद MB हुंदी है, ये भी पता है ना। KB तो बाद MB तो बाद GB इन्ने तो साडे मोबाइलों दे विच आम हुंदी है। हुण TB तक पहुंच चुके हैं, GB तो बाद TB तक बहुत सारे लैपटॉप जिहड़े हैगे उन्हां दी कैपेसिटी 1 TB आ चुकी है, ठीक है। 1 TB 2 TB इदां करके ये तुहानूं जिहड़ी हार्ड डिस्क या हार्ड ड्राइव आपां एक्सट्रा लैंदे आ उहदे च मिल जांदी है 1 TB, ठीक है। TB तो बाद आंदा है बई PB, ते PB तो बाद फिर आ गया EB यानी एक्साबाइट। 1024 PB मिलके 1024 PB मिलके की बनाते हैं 1 EB मतलब एक्साबाइट। ते 1024 EB मिलके बनाते हैं 1 ZB यानी जेटाबाइट। 1024 ZB मिलके बनाती है 1 YB यानी योटाबाइट। 1024 YB यानी योटाबाइट बनाती है 1 BB यानी ब्रोंटोबाइट। ते बई 1024 ब्रोंटोबाइट बनाती है 1 ग्योपबाइट। बहुत ही इंपोर्टेंट है, ठीक है। ज़्यादातर तुहानूं इत्थों तक दस्सिया जाता है, बट मैं तुहानूं उस तो अगे का भी दस्सिया, बहुत इंपोर्टेंट है, ठीक है। यानी सब तो वड्डी मैमरी किहड़ी होगी, ग्योपबाइट होगी, ठीक है। ग्योपबाइट याद रखना है बई, ठीक है। सुपर इंपोर्टेंट है, तुहानूं पूछा जाता है इन्हां चों क्वेश्चन डायरैक्टली। क्वेश्चन तो शुरू तो लेके एंड तक बिल्कुल याद रखने हैं, बिल्कुल, ठीक है। इत्थों तक तो सारिਆਂ ਨੂੰ याद रहिंदा, ये वाला टेबल तो याद रहिंदा ही है सारिਆਂ ਨੂੰ, ठीक है। क्योंकि ये बस यही तो याद रखना है ये कि जो बाइनरी कोड होंगे 0 ते 1 का वो होंगे 1 बिट, तो 4 बिट तो 1 निबल बनता है, 2 निबल यानी 8 बिट की बनती है, 1 बाइट यानी 2 निबलों की। बस उस तो बाद सिंपल है, फिर 1024 बाइट का बन गया 1 KB, 1024 KB का बन गया 1 MB, 1024 MB का बन गया 1 GB, 1024 GB का बन गया 1 TB, ठीक है। तो 1024 TB का बन गया 1 PB। ये तो याद ही रहिंदा है, इनू याद रखना है, ठीक है। ओके, चलिए फिर अगे। तो यह तो स्टोरेज एक तरह की कैपेसिटी होगी, है ना। हुण डिवाइसां देखते हैं आप कित्थे कित्थे ये चीज़ यूज़ करते हैं, मतलब कित्थे कित्थे स्टोर कर सकते हैं डाटा, है ना। किस तरह किन्नी तरह की स्टोरेज डिवाइस है जिहड़ी हुंदी है। तो स्टोरेज डिवाइसां जिहड़ी हुंदियां वो 3 तरह की हुंदियां बई, वो देख लो तुसी। एक मैगनेटिक स्टोरेज डिवाइस हुंदी है, ऑप्टिकल हुंदी है, ते सॉलिड स्टेट स्टोरेज डिवाइसां जिहड़ी हुंदी है। मैगनेटिक स्टोरेज इहदे च मैगनेटिक फील्ड का इस्तेमाल कराया जाता है डाटे नूं स्टोर करने वास्ते। ऑप्टिकल दे विच लेजर का कराया जाता है, इत्थे मैगनेटिक का कराया जाता है, इत्थे लेजर का कराया जाता है। इत्थे सिलिकॉन की चिप वरती जाती है, सॉलिड स्टेट। तिन्नां दे विच इह मेजर डिफरेंस हैगा बई। मैगनेटिक स्टोरेज डिवाइसां जिहड़ी हुंदियां उन्हां दे विच मैगनेटिक फील्ड का इस्तेमाल कराया जाता है डाटे नूं स्टोर करने वास्ते। ऑप्टिकल स्टोरेज दे विच लेजर का इस्तेमाल कराया जाता है डाटे नूं स्टोर करने वास्ते। सॉलिड स्टेट दे विच सिलिकॉन की चिप हुंदी है, उन्हां दा इस्तेमाल कराया जाता है डाटे नूं स्टोर करने वास्ते, ठीक है। हुण देखो इन्हां दी एग्जांपल, मैगनेटिक स्टोरेज की एग्जांपल हैगी है मैगनेटिक डिस्क, फ्लोपी डिस्क ते मैगनेटिक टेप। इन्हां बारे पढ़ांगे अगे। मैगनेटिक डिस्क मतलब जिहड़ी आपां यूज़ नहीं करते कंप्यूटर दे विच, हार्ड ड्राइव, है ना, हार्ड ड्राइव। फ्लोपी पहलां आंदी सी, मैगनेटिक टेप ये जिहड़ी डैक वाली रीलां हुंदी सी पहलां, ये सारे मैगनेटिक स्टोरेज सीगी बई। ऑप्टिकल स्टोरेज जिहदे च लेजर का इस्तेमाल होंदा है, यानी CD DVD ब्लू रे डिस्क वगैरह। तो सॉलिड स्टेट दे विच आपां पेन ड्राइव मैमरी कार्ड वगैरह, या फिर SSD अजकल तुसीं सुनिया होना लैपटॉप कंप्यूटर दे विच आपां SSD का इस्तेमाल करते हैं, जिहड़ी कि फास्ट दसी जा रही है, ठीक है। तो ये 3 तरह की स्टोरेज डिवाइसां जिहड़ी हुंदियां। हुण इहनूं आपां पढ़ांगे एक एक करके बई। सब तो पहला देखो, हुण ये तो आपां पढ़ चुके हैं, बस आपां ने ये पढ़नी है मैगनेटिक डिस्क, फ्लोपी डिस्क, मैगनेटिक टेप, CD DVD, ये सारा आपां ने पढ़ना बई, ठीक है ना। मैगनेटिक डिस्क की है भाई, देखो, दिस इज वाइडली यूज्ड पॉपुलर स्टोरेज मीडियम फॉर डायरैक्ट असैस सैकेंडरी स्टोरेज। पहली गल तो यह है मैगनेटिक डिस्क जिहड़ी हुंदी है, इहदे च जिहड़ा भी डाटा हुंदा है
ਉਹਨੂੰ ਆਪਾਂ ਡਾਇਰੈਕਟਲੀ ਅਸੈਸ ਕਰ ਸਕਦੇ ਹਾਂ, ਸੀਕੁਐਂਸਵਲੀ ਨਹੀਂ ਕਰਦੇ। ਯਾਦ ਆ ਗਿਆ ਤੁਹਾਨੂੰ ਡਾਇਰੈਕਟਲੀ ਤੇ ਸੀਕੁਐਂਸਲੀ ਚ ਕੀ ਫਰਕ ਹੈ? ਤੁਹਾਡੇ ਮੋਬਾਈਲ ਜਾਂ ਤੁਹਾਡੇ ਮੈਮਰੀ ਕਾਰਡ ਦੇ ਵਿੱਚ 4 ਗਾਣੇ ਪਏ ਆ, ਤੁਸੀਂ ਚੌਥਾ ਸੁਣਨਾ ਹੈ, ਪੰਜਵਾਂ ਸੁਣਨਾ ਹੈ, ਜਾਂ 10 ਗਾਣੇ ਪਏ ਆ ਤੇ 10ਵਾਂ ਸੁਣਨਾ ਹੈ, ਸਿੱਧਾ ਤੁਸੀਂ ਉਸ ਗਾਣੇ ਦੇ ਉੱਤੇ ਜਾਓਗੇ, ਸਿੱਧਾ ਉਹਨੂੰ ਪਲੇ ਕਰੋਗੇ। ਇਹ ਨਹੀਂ ਹੈਗਾ ਕਿ ਜੇ 10ਵਾਂ ਸੁਣਨਾ ਸੀ ਤਾਂ ਪਹਿਲਾਂ 9 ਸੁਣਨੇ ਪੈਣਗੇ, ਹਨਾ? ਉਹ ਡਾਇਰੈਕਟਲੀ ਹੋ ਗਿਆ। ਸੀਕੁਐਂਸਲੀ ਚ ਜੇ 10ਵਾਂ ਗਾਣਾ ਸੁਣਨਾ ਸੀ ਤਾਂ ਪਹਿਲਾਂ 9 ਵੀ ਸੁਣ ਕੇ ਆਣੇ ਪੈਣੇ, ਜਾਂ ਫਿਰ ਸਪੀਡ ਉਹਨਾਂ ਦੀ ਜ਼ਿਆਦਾ ਕਰੋ, ਫਿਰ ਉਹਨਾਂ ਨੂੰ ਸਕਿਪ ਕਰਕੇ, ਮਤਲਬ ਉਹਨਾਂ ਨੂੰ ਤੇਜ਼ ਦੀ ਸਪੀਡ ਤੇਜ਼ ਕਰਕੇ, ਜਿਵੇਂ ਵੀਡੀਓ ਕਰ ਲੈਂਦੇ ਨਾ ਆਪਾਂ YouTube ਤੇ, ਇਦਾਂ ਸੁਣ ਕੇ ਫਿਰ ਤੁਸੀਂ 10ਵੇਂ ਦੇ ਉੱਤੇ ਪਹੁੰਚਣਾ। ਤਾਂ ਮੈਗਨੈਟਿਕ ਡਿਸਕ ਠੀਕ ਹੈ ਜੀ, ਨੋਨ ਵੋਲਾਟਾਈਲ ਹੁੰਦੀ ਹੈ, ਯਾਨੀ ਕਿ ਹੁਣ ਦੇਖੋ ਜਿੰਨੀ ਵੀ ਸਟੋਰੇਜ ਡਿਵਾਈਸ ਹੈਗੀ ਹੈ ਤਾਂ ਸਾਰੀ ਦੀ ਸਾਰੀ ਨੋਨ ਵੋਲਾਟਾਈਲ ਹੀ ਹੋਣੀ ਹੈ ਨਾ। ਤੁਹਾਡੇ ਮੈਮਰੀ ਕਾਰਡ ਹੋ ਗਏ, ਡਰਾਈਵਾਂ ਹੋ ਗਈ, ਜਿੰਨੀ ਵੀ ਹੈਗੀਆਂ, CD ਹੋ ਗਈ, DVD, ਸਾਰੀ ਨੋਨ ਵੋਲਾਟਾਈਲ ਹੈਗੀਆਂ। ਇਹਨਾਂ ਦਾ ਸਿਸਟਮ ਦੇ ਨਾਲ, ਸਿਸਟਮ ਦੇ ਪਾਵਰ ਔਨ ਆਫ ਨਾਲ ਕੀ ਲੈਣਾ ਦੇਣਾ ਇਹਨਾਂ ਦਾ? ਇਹ ਤਾਂ ਸਾਰੀ ਨੋਨ, ਕਿਉਂਕਿ ਇਹ ਸਾਰੀ ਦੀ ਸਾਰੀ ਸੈਕੰਡਰੀ ਹੈ, ਸਾਰੀ ਦੀ ਸਾਰੀ ਮੈਮਰੀਆਂ ਸੈਕੰਡਰੀ ਹੈਗੀਆਂ, ਠੀਕ ਹੈ ਨਾ? ਯਾਦ ਆ ਗਿਆ ਤੁਹਾਨੂੰ? ਮੈਂ ਤੁਹਾਨੂੰ ਸਟਾਰਟਿੰਗ ਵੀਡੀਓ ਦੇ ਸਟਾਰਟਿੰਗ ਚ ਕਿਹਾ ਸੀ ਕਿ ਆਪਾਂ ਸੈਕੰਡਰੀ ਮੈਮਰੀਆਂ ਨੂੰ ਬਿਲਕੁਲ ਐਂਡ ਦੇ ਵਿੱਚ ਜਾ ਕੇ ਪੜਾਂਗੇ, ਸੈਕੰਡਰੀ ਦੀ ਜਿੰਨੀ ਵੀ ਐਗਜ਼ਾਮਪਲਾਂ ਸੀਗੀ, ਠੀਕ ਹੈ? ਤਾਂ ਉਹੀ ਹੈਗਾ ਬਈ ਉਹ। This is the storage device where we mainly store or install operating systems, ਠੀਕ ਹੈ? ਮਤਲਬ ਕੰਪਿਊਟਰ ਦੇ ਵਿੱਚ RAM ROM ਤੋਂ ਇਲਾਵਾ ਸਟਾਰਟਿੰਗ ਦੇ ਵਿੱਚ ਆਪਾਂ ਇੱਕ ਹੋਰ ਮੈਮਰੀ ਨੂੰ ਇੰਸਟਾਲ ਕਰਦੇ ਹਾਂ ਜਾਂ ਐਡ ਕਰਕੇ ਰੱਖਦੇ ਹਾਂ, ਜਿਹਨੂੰ ਆਪਾਂ ਹਾਰਡ ਡਰਾਈਵ ਬੋਲਦੇ ਹਾਂ। ਕੀ ਬੋਲਦੇ ਆ? ਹਾਰਡ ਡਰਾਈਵ, ਠੀਕ ਹੈ? ਜਿਹੜੀ ਆਪਾਂ ਕਹਿੰਦੇ ਆ ਨਾ ਕਿ ਮੇਰੇ ਕੰਪਿਊਟਰ ਦੀ ਮੈਮਰੀ ਹੈਗੀ ਆ ਵੀ 320 GB ਹੈਗੀ ਆ, 180 GB, ਜਿੰਨੀ ਵੀ ਹੁੰਦੀ ਹੈ ਨਾ, ਅੱਜ ਕੱਲ ਕੋਈ 520 GB ਵਾਲਾ ਹੈਗਾ, ਕੋਈ 1 TB ਵਾਲਾ। ਉਹ ਇਹੀ ਹੈ ਕਿ ਆਪਾਂ ਐਕਸਟਰਾ ਇਹ ਜਿਹੜੀ ਹਾਰਡ ਡਿਸਕ ਹੈ ਨਾ, ਹਾਰਡ ਡਿਸਕ ਜੋੜ ਦਿੰਦੇ ਆ, ਠੀਕ ਹੈ ਨਾ? ਕਿਉਂਕਿ ਆਪਾਂ ਨੇ ਵਿੰਡੋ ਵਗੈਰਾ ਕਰਨੀ ਹੁੰਦੀ ਹੈ, ਜਿਹੜੀ ਵਿੰਡੋ ਹੁੰਦੀ ਹੈ ਉਸੇ ਨੂੰ ਆਪਾਂ ਆਪਰੇਟਿੰਗ ਸਿਸਟਮ ਹੈ ਜਿਹੜਾ ਉਹ ਬੋਲਦੇ ਆ। ਇੱਕ ਅਲੱਗ ਤੋਂ ਚੈਪਟਰ ਆਊਗਾ, ਠੀਕ ਹੈ? ਤੁਸੀਂ ਆਪਣਾ ਮੋਬਾਈਲ ਔਨ ਕਰੋਗੇ ਤਾਂ ਐਂਡਰੋਇਡ ਓਪਨ ਹੋਊਗਾ ਨਾ। ਜੇ ਤੁਸੀਂ ਐਂਡਰੋਇਡ ਮੋਬਾਈਲ ਯੂਜ਼ ਕਰ ਰਹੇ ਹੋ, ਐਪਲ ਦਾ ਯੂਜ਼ ਕਰ ਰਹੇ ਹੋ, ਤਾਂ ਉਹਨਾਂ ਦਾ iOS ਹੋਣਾ ਹੈ, ਤਾਂ ਉਹ ਆਪਰੇਟਿੰਗ ਸਿਸਟਮ ਹੈਗਾ ਆ, ਠੀਕ ਹੈ? ਉਹਦੇ ਉੱਤੇ ਹੀ ਸਿਸਟਮ ਤੁਹਾਡਾ ਸਾਰਾ ਆਪਰੇਟ ਕਰਦਾ ਹੈ। ਇਦਾਂ ਹੀ ਕੰਪਿਊਟਰ ਦੇ ਵਿੱਚ ਆਪਾਂ ਵਿੰਡੋ ਪਾਉਂਦੇ ਆ, ਪਹਿਲਾਂ ਵਿੰਡੋ ਪੜਨ ਤੋਂ ਬਾਅਦ ਹੀ ਸਾਰਾ ਕੰਪਿਊਟਰ ਚੱਲਦਾ ਹੈ। ਇਦਾਂ ਨਹੀਂ ਹੈਗਾ ਕਿ ਤੁਸੀਂ ਕੰਪਿਊਟਰ ਲਿਆਏ ਤੇ ਵਿੰਡੋ ਕਰੀ ਨਹੀਂ, ਤੁਸੀਂ ਸਿੱਧਾ ਕੰਪਿਊਟਰ ਚਲਾ ਲੋਗੇ, ਨਹੀਂ ਚੱਲਦਾ। ਪਹਿਲਾਂ ਵਿੰਡੋ ਕਰਨੀ ਪੈਣੀ ਹੈ, ਠੀਕ ਹੈ? ਕੋਈ ਨਾ ਕੋਈ ਆਪਰੇਟਿੰਗ ਸਿਸਟਮ ਤਾਂ ਉਹਨੂੰ ਚਾਹੀਦਾ ਹੈ ਨਾ। ਵਿੰਡੋ ਨਹੀਂ ਕਰਨੀ, ਕੁਝ ਹੋਰ ਕਰ ਲਓ, ਪਰ ਕੋਈ ਨਾ ਕੋਈ ਆਪਰੇਟਿੰਗ ਸਿਸਟਮ ਉਹਨੂੰ ਚਾਹੀਦਾ ਹੈ ਕੰਮ ਕਰਨ ਵਾਸਤੇ, ਠੀਕ ਹੈ? ਤਾਂ ਉਹ ਇੱਥੇ ਹੀ ਸਟੋਰ ਹੁੰਦਾ ਹੈ ਮੈਗਨੈਟਿਕ ਡਿਸਕ ਦੇ ਵਿੱਚ। ਇਹ ਦੋ ਤਰ੍ਹਾਂ ਦੇ ਹੁੰਦੀ ਹੈ। ਹਾਰਡ ਡਿਸਕ ਇਹੀ ਵਰਤੀ ਜਾਂਦੀ ਹੈ ਮੇਨਲੀ ਹਾਰਡ ਡਿਸਕ ਹੈ ਜਿਹੜੀ ਉਹੀ ਵਰਤੀ ਜਾਂਦੀ ਹੈ। ਫਲੋਪੀ ਦਾ ਤਾਂ ਕੰਮ ਗਿਆ ਬਸ, ਠੀਕ ਹੈ? ਫਲੋਪੀ ਨਹੀਂ ਯੂਜ਼ ਹੁੰਦੀ ਹੁਣ। ਹਾਰਡ ਡਿਸਕ ਹੁੰਦੀ ਹੈ ਜਿਹਨੂੰ ਆਪਾਂ ਬੋਲਦੇ ਹਾਂ ਕਿ ਹਾਰਡ ਡਿਸਕ ਡਰਾਈਵ HDD, ਹਨਾ? ਉਹਦੇ ਬਾਰੇ ਆਪਾਂ ਪੜਾਂਗੇ ਬਾਈ। ਇਹ ਹੁੰਦੀ ਹੈ HDD, ਹਾਰਡ ਡਿਸਕ ਡਰਾਈਵ ਜਾਂ ਫਿਕਸ ਡਰਾਈਵ ਜਿਹਨੂੰ ਆਪਾਂ ਕਹਿੰਦੇ ਆ। ਇਹ ਤੁਹਾਡੇ ਕੰਪਿਊਟਰ ਦੇ ਵਿੱਚ ਏਦਾਂ ਇਹ ਜੋੜੀ ਹੁੰਦੀ ਹੈ, ਜਿਹਨੂੰ ਤੁਸੀਂ ਕਹਿੰਦੇ ਹੋ ਨਾ ਕਿ ਮੇਰੀ ਕੰਪਿਊਟਰ ਦੀ ਕੈਪੈਸਿਟੀ ਇੰਨੀ ਹੈਗੀ ਹੈ, 500 GB ਆਪਾਂ, ਜਾਂ 1000 GB, 1024, ਮਤਲਬ 1 TB ਹੋ ਗਿਆ ਨਾ ਉਹ, ਠੀਕ ਹੈ? 1 TB ਹੈਗੀ ਹੈ ਜਾਂ 320, 180, ਜਿੰਨੀ ਵੀ ਕੈਪੈਸਿਟੀ ਹੋਗੀ, ਉਹ ਸਾਰਾ ਕੁਝ ਇਹੀ ਹੁੰਦਾ ਕੀ ਹੈ ਬਈ ਇਹਦੇ ਚ? ਦੇਖ ਲਓ ਇੱਕ ਵਾਰ ਇਹਨੂੰ। ਇਟ ਇਜ਼ ਏ ਡਾਟਾ ਸਟੋਰੇਜ ਡਿਵਾਈਸ ਯੂਜ਼ਡ ਫॉर ਸਟੋਰਿੰਗ ਐਂਡ retrieving digital information using rotating disk, ਜਿਹਨੂੰ ਆਪਾਂ ਬੋਲਦੇ ਆ ਪਲੈਟਰਸ, coated with magnetic material। ਇਹਦੇ ਵਿੱਚ ਬਈ ਦੇਖੋ, ਇਹ ਇੱਕ ਡਿਸਕ ਹੋਊਗੀ, ਇਹਦੇ ਚ ਹੁੰਦੀ ਹੈ, ਠੀਕ ਹੈ? ਜਿਹੜੀ ਵੀ ਇਨਫੋਰਮੇਸ਼ਨ ਹੈ ਉਹ ਸਟੋਰ ਹੁੰਦੀ ਹੈ ਇਸ ਡਿਸਕ ਦੇ ਵਿੱਚ, ਠੀਕ ਹੈ? ਤੇ ਇਹਨੂੰ ਆਪਾਂ ਕੀ ਬੋਲ ਰਹੇ ਹਾਂ? ਇਹਨੂੰ ਆਪਾਂ ਬੋਲ ਰਹੇ ਹਾਂ ਪਲੈਟਰ, ਠੀਕ ਹੈ? ਇਹਨੂੰ ਆਪਾਂ ਕੀ ਬੋਲ ਰਹੇ ਹਾਂ? ਪਲੈਟਰ ਬੋਲ ਰਹੇ ਹਾਂ। ਇਹਦੇ ਵਿੱਚ ਹੀ ਸਾਰਾ ਕੁਝ ਹੈ ਜਿਹੜਾ ਸਟੋਰ ਹੁੰਦਾ ਹੈ। ਤੇ ਇਹ ਵਿੱਚ ਜਿਹੜੀ ਹੁੰਦੀ ਹੈ ਜਿਹਦੇ 'ਚ ਇਹ ਲੱਗੀ ਹੁੰਦੀ ਹੈ, ਇਹਨੂੰ ਆਪਾਂ ਸਪਿੰਡਲ ਬੋਲਦੇ ਹਾਂ, ਠੀਕ ਹੈ? ਇਹ ਯਾਦ ਰੱਖਣਾ ਹੈ। ਇਹ ਜਿਹੜੀ ਆਰਮ ਹੈ ਇਹ ਇਸ ਨੂੰ ਰੀਡ ਕਰਦੀ ਹੈ, ਆਰਮ ਹੈ ਜਿਹੜੀ, ਹਨਾ? ਇਹ ਆਰਮ ਹੈ ਤੇ ਇਹ ਅੱਗੇ ਰੀਡ ਰਾਈਟ ਹੈਡ ਹੈਗਾ ਇਹਦਾ, ਜਿਹੜਾ ਇਹਨੂੰ ਰੀਡ ਜਾਂ ਰਾਈਟ ਕਰਦਾ ਹੈ। ਇਹਦੇ ਬਾਰੇ ਜ਼ਿਆਦਾ ਹੋਰ ਕੁਝ ਯਾਦ ਰੱਖਣਾ ਨਹੀਂ। ਇਹਦੀ ਕੈਪੈਸਿਟੀ ਅਲੱਗ-ਅਲੱਗ ਹੋ ਸਕਦੀ ਹੈ। ਬਾਕੀ ਜਿਹੜੀ ਗੱਲਾਂ ਹੈਗੀਆਂ ਯਾਦ ਰੱਖਣ ਵਾਲੀ ਉਹ ਵੀ ਦੇਖ ਲਓ। ਜਿੰਨੇ ਵੀ ਪ੍ਰੋਗਰਾਮ ਹੈਗੇ ਆ ਸਾਰੇ ਇਹਦੇ ਵਿੱਚ ਹੀ ਸਟੋਰ ਹੁੰਦੇ ਆ, ਠੀਕ ਹੈ? ਇਟ ਕੰਸਿਸਟ ਆਫ ਅ ਸਪਿੰਡਲ ਦੈਟ ਹੋਲਡਸ ਨੋਨ ਮੈਗਨੈਟਿਕ ਫਲੈਟ ਡਿਸਕ। ਇਸ ਡਿਸਕ ਨੂੰ, ਪਲੈਟਰ ਨੂੰ ਕੌਣ ਹੋਲਡ ਕਰਦੀ ਹੈ? ਸਪਿੰਡਲ ਹੋਲਡ ਕਰਦੀ ਹੈ, ਸਪਿੰਡਲ। ਇਹ ਯਾਨੀ ਇਹ ਜਿਹੜਾ ਆਪਾਂ ਨੇ ਦੇਖਿਆ ਇਹ ਹੈਗਾ ਸਪਿੰਡਲ, ਠੀਕ ਹੈ ਜੀ? ਜਿੰਨੀ ਵੀ ਇਨਫੋਰਮੇਸ਼ਨ, ਜਿੰਨਾ ਵੀ ਡਾਟਾ ਇੱਥੇ ਰਿਕਾਰਡ ਕਰਿਆ ਜਾਂਦਾ ਉਹ ਬੈਂਡ ਦੇ ਵਿੱਚ ਕਰਿਆ ਜਾਂਦਾ। ਕਾਹਦੇ ਵਿੱਚ ਕਰਿਆ ਜਾਂਦਾ? ਬੈਂਡ ਦੇ। ਇੱਥੇ ਜੋ ਵੀ ਚੀਜ਼ਾਂ ਸੇਵ ਹੋ ਰਹੀਆਂ ਡਿਸਕ ਦੇ ਵਿੱਚ
ਉਹਨੂੰ ਆਪਾਂ ਬੋਲਦੇ ਹਾਂ ਕਿ ਇਹ ਬੈਂਡ ਦੇ ਵਿੱਚ ਸਟੋਰ ਹੋ ਰਹੀਆਂ, ਤੇ ਇੱਕ ਬੈਂਡ ਨੂੰ ਆਪਾਂ ਕਿਹਾ ਜਾਂਦਾ ਹੈ, ਇੱਕ ਬੈਂਡ ਨੂੰ ਆਪਾਂ ਬੋਲਦੇ ਹਾਂ ਟਰੈਕ। ਜਿੰਨੀ ਵੀ ਇਨਫੋਰਮੇਸ਼ਨ, ਜਿੰਨਾ ਵੀ ਡਾਟਾ ਇੱਥੇ ਸਟੋਰ ਹੋ ਰਿਹਾ ਉਸ ਨੂੰ ਆਪਾਂ ਬੋਲਦੇ ਹਾਂ ਕਿ ਬੈਂਡ, ਤੇ ਇਕੱਲੇ ਬੈਂਡ ਨੂੰ ਬੋਲਿਆ ਜਾਂਦਾ ਟਰੈਕ। ਠੀਕ ਹੈ, ਟਰੈਕ ਦੇ ਵਿੱਚ ਹੋ ਰਿਹਾ, ਬਸ ਇੰਨਾ ਯਾਦ ਰੱਖੋ। ਤੇ ਅੱਗੇ ਜਿਹੜੇ ਟਰੈਕ ਹੈਗੇ ਆ ਉਹ ਡਿਵਾਈਡਡ ਹੁੰਦੇ ਆ ਸੈਕਟਰਸ ਦੇ ਵਿੱਚ। ਅੱਗੇ ਜਿੰਨੇ ਵੀ ਟਰੈਕ ਹੈਗੇ ਆ ਉਹ ਡਿਵਾਈਡਡ ਹੁੰਦੇ ਆ ਸੈਕਟਰਸ ਦੇ ਵਿੱਚ। ਇਹ ਕੁਝ ਗੱਲਾਂ ਸੀਗੀ ਐਡਵਾਂਸ ਜੀ, ਅਦਰਵਾਈਜ਼ ਇੰਨਾ ਯਾਦ ਰੱਖਣ ਦੀ ਲੋੜ ਹੈਗੀ ਨਹੀਂ, ਬਸ ਸਿੰਪਲ ਯਾਦ ਰੱਖੋ। ਇਹ ਜਿਹੜੀ ਹਾਰਡ ਡਿਸਕ ਹੁੰਦੀ ਹੈ ਆਪਣੇ ਕੰਪਿਊਟਰਾਂ ਦੇ ਵਿੱਚ, ਜਿਹਨੂੰ ਆਪਾਂ ਬੋਲਦੇ ਆ HDD ਹਾਰਡ ਡਿਸਕ ਡਰਾਈਵ, ਇਹ ਮੈਗਨੈਟਿਕ ਟਾਈਪ ਦੀ ਹੁੰਦੀ ਹੈ। ਕਿਹੋ ਜਿਹੀ ਹੁੰਦੀ ਹੈ? ਮੈਗਨੈਟਿਕ ਟਾਈਪ ਦੀ ਹੁੰਦੀ ਹੈ। ਠੀਕ ਹੈ, ਇਹ ਯਾਦ ਰੱਖਣਾ ਹੈ ਬਸ। ਇਹਦੇ 'ਚ ਇੱਕ ਡਿਸਕ ਹੁੰਦੀ ਹੈ ਜਿਹਦੇ 'ਚ ਡਾਟਾ ਜਿਹੜਾ ਸਟੋਰ ਹੁੰਦਾ ਹੈ, ਤੇ ਉਸ ਡਿਸਕ ਨੂੰ ਆਪਾਂ ਪਲੇਟਰਸ ਬੋਲਦੇ ਹਾਂ। ਕੀ ਬੋਲਦੇ ਆ? ਪਲੈਟਰਸ। ਕੀ ਬੋਲਦੇ ਆ? ਪਲੈਟਰ। ਇਹ ਜਿਹੜੀ ਡਿਸਕ ਲੱਗੀ ਹੁੰਦੀ ਹੈ ਇਹਨੂੰ ਆਪਾਂ ਕੀ ਬੋਲਦੇ ਆ? ਪਲੈਟਰ ਬੋਲਦੇ ਆ ਬਈ, ਪਲੈਟਰ। ਤੇ ਪਲੈਟਰ ਦੇ ਵਿੱਚ ਡਾਟਾ ਜਿਹੜਾ ਸਟੋਰ ਹੁੰਦਾ ਹੈ ਉਹ ਬੈਂਡ ਦੇ ਰੂਪ ਦੇ ਵਿੱਚ ਹੁੰਦਾ ਹੈ, ਤੇ ਬੈਂਡ ਨੂੰ ਆਪਾਂ ਬੋਲਦੇ ਆ ਟਰੈਕ। ਬੈਂਡ ਨੂੰ ਆਪਾਂ ਕੀ ਬੋਲਦੇ ਆ? ਟਰੈਕ। ਤੇ ਅੱਗੇ ਜਿਹੜਾ ਟਰੈਕ ਹੈ ਉਹ ਸੈਕਟਰ ਦੇ ਵਿੱਚ ਡਿਵਾਈਡ ਹੁੰਦਾ ਹੈ। ਟਰੈਕ ਹੈ ਜਿਹੜਾ ਉਹ ਸੈਕਟਰ ਦੇ ਵਿੱਚ ਡਿਵਾਈਡ ਹੁੰਦਾ ਹੈ। ਇਹ ਆਪਣੇ ਕੰਪਿਊਟਰ 'ਚ ਮੈਮਰੀ ਹੁੰਦੀ ਹੈ। ਠੀਕ ਹੈ, ਫਲੋਪੀ ਡਿਸਕ ਪਹਿਲਾਂ ਹੁੰਦੀ ਸੀ ਯੂਜ਼, ਹੁਣ ਨਹੀਂ ਹੁੰਦੀ ਬਿਲਕੁਲ ਵੀ। ਦੇਖ ਲਓ ਇਹਦੇ ਬਾਰੇ। ਇਟ ਇਜ਼ ਯੂਜ਼ਡ ਟੂ ਸਟੋਰ ਡਾਟਾ ਬਟ ਇਟ ਕੈਨ ਸਟੋਰ ਸਮਾਲ ਅਮਾਊਂਟ ਆਫ ਡਾਟਾ ਐਂਡ ਇਟ ਇਜ਼ ਸਲੋਅਰ ਟੂ ਅਸੈਸ ਦੈਨ ਹਾਰਡ ਡਿਸਕ। ਠੀਕ ਹੈ, ਇਹ ਬਾਅਦ ਦੇ ਵਿੱਚ ਇਹ ਜਿੱਦਾਂ ਆਪਾਂ ਮੈਮਰੀ ਕਾਰਡ ਯੂਜ਼ ਕਰਦੇ ਆ, ਜਿੱਦਾਂ ਆਪਾਂ ਹੁਣ CD ਯੂਜ਼ ਕਰਦੇ ਆ ਜਾਂ ਪੈਨ ਡਰਾਈਵ ਯੂਜ਼ ਕਰਦੇ ਆ, ਉੱਦਾਂ ਯੂਜ਼ ਹੁੰਦੀ ਸੀ ਇਹ। ਠੀਕ ਹੈ, ਪੁਰਾਣੇ ਟਾਈਮ ਦੇ ਵਿੱਚ। ਅੱਜ ਕੱਲ੍ਹ ਨਹੀਂ ਯੂਜ਼ ਹੁੰਦੀ। 3 ਤਰ੍ਹਾਂ ਦੀ ਇਹ ਆਉਂਦੀ ਸੀ, 3 ਸਾਈਜ਼ਾਂ ਦੇ ਵਿੱਚ। ਇਹ ਤਿੰਨੇ ਹੈਗੀਆਂ। ਠੀਕ ਹੈ ਜੀ, ਸਾਈਜ਼ ਕੀ ਹੈ? ਇੱਕ 8 ਇੰਚ ਦੀ ਆਉਂਦੀ ਸੀ, ਇਹਦੀ ਕੈਪੈਸਿਟੀ ਬਹੁਤ ਘੱਟ ਸੀਗੀ। ਸਾਈਜ਼ ਜਿੰਨਾ ਜ਼ਿਆਦਾ ਸੀ ਕੈਪੈਸਿਟੀ ਉਨੀ ਘੱਟ ਹੈ। ਠੀਕ ਹੈ, 8 ਇੰਚ ਦੀ ਹੁੰਦੀ ਸੀ, ਇਹਦੀ ਕੈਪੈਸਿਟੀ ਨਹੀਂ ਪੁੱਛੀ ਜਾਂਦੀ। ਫਿਰ ਇੱਕ 5.25 ਇੰਚ ਦੀ ਆਉਂਦੀ ਸੀ, ਇਹਦੀ ਕੈਪੈਸਿਟੀ 1.2 MB ਸੀਗੀ। ਤੇ ਇਹ ਸਭ ਤੋਂ ਇੰਪੋਰਟੈਂਟ ਹੈ ਜਿਹਦੇ ਬਾਰੇ ਪੁੱਛਿਆ ਜਾਂਦਾ ਹੈ, 3.5 ਇੰਚ ਦੀ ਜਿਹੜੀ ਫਲੋਪੀ ਹੁੰਦੀ ਸੀ ਉਹਦੀ ਕੈਪੈਸਿਟੀ ਸੀਗੀ 1.44 MB, ਜਿਹੜਾ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ ਆ। ਡਾਇਰੈਕਟ ਪੁੱਛਿਆ ਜਾਂਦਾ। ਤੇ ਇਹਨਾਂ ਦੀ ਕੈਪੈਸਿਟੀ ਤੁਸੀਂ ਦੇਖ ਲਓ MBਆਂ ਦੇ ਵਿੱਚ ਹੁੰਦੀ ਸੀ, ਕਿਉਂਕਿ ਉਸ ਟਾਈਮ ਫੋਟੋਜ਼ ਵਗੈਰਾ ਤਾਂ, ਹੁਣ ਤਾਂ ਅੱਜ ਕੱਲ੍ਹ ਫੋਟੋ ਹੀ MB ਤੋਂ ਉੱਪਰ ਚਲੀ ਗਈ ਹੈ। ਠੀਕ ਹੈ, ਉਸ ਟਾਈਮ ਫਾਈਲਾਂ ਵਗੈਰਾ, ਵਰਡ ਦੀ ਫਾਈਲਾਂ ਜਾਂ ਜੋ ਵੀ ਫਾਈਲਾਂ ਵਗੈਰਾ ਸੀ ਉਹ ਟ੍ਰਾਂਸਫਰ ਕਰਨ ਦੇ ਲਈ ਇਹ ਯੂਜ਼ ਹੁੰਦੀ ਸੀ, ਫਾਈਲਾਂ ਵਗੈਰਾ ਵਾਸਤੇ। ਠੀਕ ਹੈ ਨਾ, ਛੋਟੀ ਫਾਈਲਾਂ। ਹੁਣ ਤਾਂ ਫੋਟੋ ਹੀ MB ਤੋਂ ਵੱਧ ਹੈ, ਤਾਂ ਇੱਕ ਫੋਟੋ ਕਿੱਥੇ ਆਊਗੀ ਇਹਦੇ ਵਿੱਚ, ਹੈ ਨਾ। ਇਹ ਯਾਦ ਰੱਖਣਾ। ਪਹਿਲਾਂ ਯੂਜ਼ ਹੁੰਦੀ ਸੀ, ਹੁਣ ਨਹੀਂ ਯੂਜ਼ ਹੁੰਦੀ। ਇਹਨਾਂ ਦੇ ਵਿੱਚੋਂ ਤੁਸੀਂ ਬਸ ਇਹ ਯਾਦ ਰੱਖ ਲੈਣਾ, ਕੈਪੈਸਿਟੀ ਪੁੱਛੀ ਜਾਂਦੀ ਹੈ ਇਹਦੀ ਸਭ ਤੋਂ ਜ਼ਿਆਦਾ। ਠੀਕ ਹੈ, 3.5 ਵਾਲੀ ਦੀ। ਵੈਸੇ 3 ਤਰ੍ਹਾਂ ਦੀ ਫਲੋਪੀ ਆਉਂਦੀ ਸੀਗੀ। ਠੀਕ ਹੈ, ਇਹਨੂੰ ਯੂਜ਼ ਕਰਿਆ ਜਾਂਦਾ ਸੀ ਜਿਵੇਂ ਅੱਜ ਕੱਲ੍ਹ ਆਪਾਂ ਮੈਮਰੀ ਕਾਰਡ ਯੂਜ਼ ਕਰਦੇ ਹਾਂ, ਪੈਨ ਡਰਾਈਵਾਂ ਯੂਜ਼ ਕਰਦੇ ਹਾਂ, ਇਦਾਂ ਕਰਕੇ। ਠੀਕ ਹੈ, ਉਸ ਤੋਂ ਬਾਅਦ ਬਈ ਮੈਗਨੈਟਿਕ ਟੇਪ। ਮੈਗਨੈਟਿਕ ਟੇਪ ਯਾਨੀ ਉਹੀ ਰੀਲਾਂ। ਇਹ ਦੇਖੋ, ਇਹ ਡੈਕ ਵਾਲੀ ਰੀਲ ਹੋ ਗਈ। ਠੀਕ ਹੈ, ਇਹਨਾਂ ਵਿੱਚ ਜੋ ਵੀ ਡਾਟਾ ਹੈ ਉਹ ਆਪਾਂ ਸੀਕੁਐਂਸਵਲੀ ਅਸੈਸ ਕਰ ਸਕਦੇ ਹਾਂ। ਠੀਕ ਹੈ ਨਾ, ਲਿਖਿਆ ਹੋਇਆ ਇੱਥੇ ਕਿਤੇ। ਹਾਂਜੀ, ਡਾਟਾ ਜਿਹੜਾ ਹੈਗਾ ਉਹਨੂੰ ਆਪਾਂ ਅਸੈਸ ਕਰ ਸਕਦੇ ਹਾਂ ਸੀਕੁਐਂਸਵਲੀ। ਠੀਕ ਹੈ ਨਾ, ਉਹਨੂੰ ਡਾਇਰੈਕਟ ਨਹੀਂ ਆਪਾਂ ਕਰ ਸਕਦੇ। ਮੰਨ ਲਓ ਇਹਦੇ 'ਚ ਕੋਈ 4 ਗਾਣੇ ਹੈਗੇ ਆ, A B C ਤੇ D। ਮੈਂ ਚੌਥਾ ਗਾਣਾ ਸੁਣਨਾ ਹੈ, D ਸੁਣਨਾ ਹੈ, ਤਾਂ A ਵੀ ਸੁਣਨਾ ਪੈਣਾ, B ਵੀ, C ਵੀ, D ਤੇ ਪਹੁੰਚਣਾ ਫਿਰ। ਠੀਕ ਹੈ, ਇਹਨੂੰ ਆਪਾਂ ਸੀਕੁਐਂਸ ਦੇ ਵਿੱਚ ਅਸੈਸ ਕਰ ਸਕਦੇ ਹਾਂ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹਦੇ ਬਾਰੇ। ਠੀਕ ਹੈ, ਬਾਕੀ ਇਹਦੀ ਲੈਂਥ ਲੂੰਥ ਇਹ ਕੁਛ ਨਹੀਂ ਆਉਂਦਾ ਪੇਪਰ ਦੇ ਵਿੱਚ। ਠੀਕ ਹੈ, ਉਹ ਜਸਟ ਲਿਖਤਾ, ਕੋਈ ਚੱਕਰ ਨਹੀਂ, ਛੱਡ ਦਿਓ ਇਹਨੂੰ, ਚਾਹੇ ਨਾ ਵੀ ਲਿਖਿਓ ਤੁਸੀਂ ਆਪਣੇ ਉਹਦੇ ਵਿੱਚ। ਬਸ ਇੰਨਾ ਯਾਦ ਰੱਖੋ, ਹੈ ਨਾ, ਮੈਗਨੈਟਿਕ ਟੇਪ ਬਾਰੇ। ਠੀਕ ਹੈ, ਮੈਗਨੈਟਿਕ ਟੇਪ ਕਲੀਅਰ ਹੋ ਗਿਆ ਤੁਹਾਨੂੰ। ਨੈਕਸਟ ਆ ਜਾਓ। ਉਸ ਤੋਂ ਬਾਅਦ ਬਈ ਇਹ ਜਿੰਨੇ ਵੀ ਸੀਗੇ ਇਹ ਸਾਰੇ ਦੇ ਸਾਰੇ ਮੈਗਨੈਟਿਕ ਸੀਗੇ। ਦੇਖੋ ਆਪਾਂ ਨੇ ਦੇਖਿਆ ਨਾ, ਜਿਹੜੀ ਸਟੋਰੇਜ ਡਿਵਾਈਸ ਹੈਗੀ 3 ਤਰ੍ਹਾਂ ਦੀ ਹੈਗੀ ਆ, ਮੈਗਨੈਟਿਕ, ਆਪਟੀਕਲ ਤੇ ਸੋਲਿਡ। ਮੈਗਨੈਟਿਕ ਵਾਲੀ ਇਹ ਸਾਰੀ ਹੋ ਗਈ ਜਿਨ੍ਹਾਂ 'ਚ ਮੈਗਨੈਟਿਕ ਦਾ ਯੂਜ਼ ਹੋ ਰਿਹਾ। ਮੈਗਨੈਟਿਕ ਡਿਸਕ ਆਪਾਂ ਨੇ ਦੇਖੀ, ਜਿਹਦੇ 'ਚ ਹਾਰਡ ਡਿਸਕ ਡਰਾਈਵ, ਫਲੋਪੀ ਆ ਗਈ, ਮੈਗਨੈਟਿਕ ਟੇਪ ਹੋ ਗਈ। ਠੀਕ ਹੈ, ਹੁਣ ਬਾਰੀ ਹੈ ਆਪਟੀਕਲ ਪੜ੍ਹਨ ਦੀ। ਆਪਟੀਕਲ ਦੇ ਵਿੱਚ ਕੀ ਹੈ? ਲੇਜ਼ਰ ਦਾ ਇਸਤੇਮਾਲ ਹੁੰਦਾ ਹੈ ਆਪਟੀਕਲ ਦੇ ਵਿੱਚ, ਲੇਜ਼ਰ ਦਾ। ਤੇ ਲੇਜ਼ਰ ਵੀ ਕਿਹੋ ਜੀ? ਰੈੱਡ। ਲੇਜ਼ਰ ਵੀ ਕਿਹੋ ਜੀ? ਰੈੱਡ। CD, ਸਭ ਤੋਂ ਪਹਿਲਾਂ CD ਦਾ ਸਭ ਤੋਂ ਜੋ ਬੇਸਿਕ ਕੁਐਸਚਨ ਹੈ ਬਈ ਉਹ ਆਂਦਾ ਇਹਦੀ ਫੁੱਲ ਫਾਰਮ ਕੰਪੈਕਟ ਡਿਸਕ। ਠੀਕ ਹੈ, ਕੰਪੈਕਟ ਡਿਸਕ, ਨਾ ਕਿ ਸਰਕੂਲਰ ਡਿਸਕ। ਜੇ ਉਹਦਾ ਸਾਈਜ਼, ਜੇ ਉਹਦਾ ਆਕਾਰ ਪੁੱਛਦੇ ਆ ਕਿਹੋ ਜਿਹਾ ਹੈਗਾ, ਸ਼ੇਪ ਪੁੱਛਦੇ ਆ, ਫਿਰ ਤੁਸੀਂ ਕਹਿ ਸਕਦੇ ਹੋ ਕਿ ਸਰਕੂਲਰ ਹੈਗੀ ਹੈ, ਯਾਨੀ ਗੋਲਾਕਾਰ ਹੈਗੀ ਹੈ, ਸਰਕੂਲਰ। ਬਟ ਜੇ ਇਹਦੀ ਫੁੱਲ ਫਾਰਮ ਪੁੱਛਦੇ ਆ ਫਿਰ ਆਨਸਰ ਹੁੰਦਾ ਕੰਪੈਕਟ ਡਿਸਕ। ਠੀਕ ਹੈ, ਯਾਦ ਰੱਖਣਾ। ਬਹੁਤ ਪਪੂਲਰ ਹੋਈ ਹੈ, ਬਹੁਤ ਘੱਟ ਪ੍ਰਾਈਸ ਸੀਗਾ ਇਹਦਾ, ਲੈਸ
ਲੀਸਟ ਐਕਸਪੈਂਸਿਵ ਸੀਗੀ ਇਹ। ਜਿਹੜਾ ਡਾਟਾ ਇਹਦੇ ਚ ਸਟੋਰ ਹੁੰਦਾ ਹੈ ਉਹ ਪਿਟਸ ਦੇ ਰੂਪ ਦੇ ਵਿੱਚ ਹੁੰਦਾ ਹੈ, ਪਿਟਸ ਦੇ ਰੂਪ ਦੇ ਵਿੱਚ, ਠੀਕ ਹੈ। ਕੈਪੈਸਿਟੀ 700 MB, ਖੋਜ ਕਿਹਨੇ ਕਰੀ ਹੈ? ਜੇਮਸ ਰੂਸੇਲ ਨੇ ਕਰੀ ਹੈ। 3 ਤਰ੍ਹਾਂ ਦੀ ਹੁੰਦੀ ਹੈ, CD ROM, ROM ਦਾ ਮਤਲਬ ਯਾਦ ਰੱਖਣਾ ਰੀਡ ਓਨਲੀ ਮੈਮਰੀ, ਕੰਪੈਕਟ ਡਿਸਕ ਰੀਡ ਓਨਲੀ ਮੈਮਰੀ, CDR ਯਾਨੀ ਕੰਪੈਕਟ ਡਿਸਕ ਰਿਕਾਰਡੇਬਲ, ਤੇ CDRW ਯਾਨੀ ਕੰਪੈਕਟ ਡਿਸਕ ਰੀਡ ਐਂਡ ਰਾਈਟ ਵੀ ਇਹਨੂੰ ਕਹਿ ਦਿੰਦੇ ਆ, ਰੀ ਰਾਈਟੇਬਲ ਵੀ ਕਹਿ ਦਿੰਦੇ ਆ, ਠੀਕ ਹੈ। ਇਹ ਆਪਸ਼ਨ ਦੇ ਉੱਤੇ ਡਿਪੈਂਡ ਕਰਦਾ ਹੈ ਕੀ ਆਪਸ਼ਨ ਦੇ ਵਿੱਚ ਆਇਆ ਹੋਇਆ, ਠੀਕ ਹੈ। ਕਈ ਵਾਰ ਇਦਾਂ ਆ ਜਾਂਦਾ ਹੈ CDRW, ਇਹਨੂੰ ਆਪਾਂ ਇਦਾਂ ਵੀ ਬੋਲ ਸਕਦੇ ਹਾਂ ਰੀਡ ਐਂਡ ਰਾਈਟ, ਰੀਡ ਐਂਡ ਰਾਈਟ, ਠੀਕ ਹੈ ਨਾ, ਉਹ ਵੀ ਕੋਈ ਚੱਕਰ ਨਹੀਂ ਹੈਗਾ। ਓਕੇ, ਤਾਂ ਇਹ ਯਾਦ ਰੱਖਣਾ, ਇਹ CD ਹੋ ਗਈ ਬਾਈ। ਇਸ ਤੋਂ ਬਾਅਦ ਇਹਦੀ ਕੈਪੈਸਿਟੀ ਘੱਟ ਸੀ, ਫਿਰ ਇੱਕ ਹੋਰ ਚੀਜ਼ ਆਈ ਹੈ DVD। DVD ਦੀ ਫੁੱਲ ਫਾਰਮ ਯਾਦ ਰੱਖਣੀ ਹੈ ਡਿਜੀਟਲ ਵਰਸੇਟਾਈਲ ਡਿਸਕ, ਵੀਡੀਓ ਨਹੀਂ ਹੈਗਾ, ਠੀਕ ਹੈ। ਜੇ ਆਪਸ਼ਨ ਦੇ ਵਿੱਚ ਤੁਹਾਨੂੰ ਵਰਸੇਟਾਈਲ ਹੈ ਤਾਂ ਰਾਈਟ ਆਨਸਰ ਵਰਸੇਟਾਈਲ ਹੀ ਹੋਊਗਾ। ਹਾਂ, ਉਹ ਗੱਲ ਹੋਰ ਹੈ ਕਿ ਆਪਸ਼ਨ ਦੇ ਵਿੱਚ ਹੈਗਾ ਹੀ ਨਹੀਂ ਡਿਜੀਟਲ ਵਰਸੇਟਾਈਲ ਡਿਸਕ, ਫਿਰ ਭਾਵੇਂ ਤੁਸੀਂ ਡਿਜੀਟਲ ਵੀਡੀਓ ਡਿਸਕ ਕਰ ਲਓ, ਬਟ ਜਿਹੜੀ ਅਸਲੀ ਫੁੱਲ ਫਾਰਮ ਹੈਗੀ ਹੈ ਉਹ ਹੈਗੀ ਹੈ ਡਿਜੀਟਲ ਵਰਸੇਟਾਈਲ ਡਿਸਕ, ਜਾਂ ਇਹਨੂੰ ਆਪਾਂ ਸੁਪਰ ਡੈਂਸਿਟੀ ਡਿਸਕ ਯਾਨੀ SDD ਵੀ ਬੋਲ ਦਿੰਦੇ ਆ। ਇਹਦੀ ਸਟੋਰੇਜ ਕੈਪੈਸਿਟੀ ਜ਼ਿਆਦਾ ਹੈ CD ਦੇ ਨਾਲੋਂ, 4.7 GB ਹੁੰਦੀ ਹੈ। ਇਹ ਵੀ 3 ਤਰ੍ਹਾਂ ਦੀ ਹੁੰਦੀ ਹੈ, ਉਹ ਵੀ ਤੁਸੀਂ ਦੇਖ ਲਿਓ, ਸੇਮ ਹੈਗਾ ਜਿੱਦਾਂ ਆਪਾਂ ਪਿੱਛੇ ਦੇਖਿਆ CD ਦੇ ਵਿੱਚ ਉਦਾਂ ਹੀ ਇੱਥੇ ਹੈ, ਠੀਕ ਹੈ। ਇੱਥੋਂ ਤੱਕ ਕਲੀਅਰ ਹੈ। ਉਸ ਤੋਂ ਬਾਅਦ ਇਹ 2 ਲਾਈਨਾਂ ਵੀ ਬਹੁਤ ਇੰਪੋਰਟੈਂਟ ਹੈ। The rate at which data is written to the disk or read from disk is called data transfer rate। Most important line ਹੈ। ਜਿਸ ਰੇਟ ਦੇ ਉੱਤੇ ਡਾਟਾ ਪਾਇਆ ਜਾਂਦਾ ਡਿਸਕ ਦੇ ਵਿੱਚ ਜਾਂ ਉਹਨੂੰ ਰੀਡ ਕਰਿਆ ਜਾਂਦਾ, ਮਤਲਬ ਲੋਡ ਕਰਿਆ ਜਾਂਦਾ ਹੈ ਜਾਂ ਡਾਊਨਲੋਡ ਕਰਿਆ ਜਾਂਦਾ, ਜੋ ਮਰਜ਼ੀ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਲਿਖ ਲਓ, ਲਿਖਿਆ ਜਾਂਦਾ ਹੈ ਜਾਂ ਉਸਨੂੰ ਪੜ੍ਹਿਆ ਜਾਂਦਾ ਹੈ, ਉਸ ਨੂੰ ਰੇਟ ਨੂੰ ਆਪਾਂ ਬੋਲਦੇ ਹਾਂ ਡਾਟਾ ਟ੍ਰਾਂਸਫਰ ਰੇਟ, ਠੀਕ ਹੈ। ਇੱਕ ਤਾਂ ਇਹ ਪੁਆਇੰਟ ਹੋ ਗਿਆ। ਦੂਜਾ ਜੀ, ਰੂਟ ਡਾਇਰੈਕਟਰੀ ਹੁੰਦੀ ਹੈ ਉਹ ਵਾਲਾ ਫੋਲਡਰ ਜਿੱਥੇ ਸਾਰੀ ਇਨਫੋਰਮੇਸ਼ਨ ਸਟੋਰ ਹੁੰਦੀ ਹੈ, ਠੀਕ ਹੈ, ਯਾਦ ਰੱਖਣਾ ਹੈ। ਰੂਟ ਡਾਇਰੈਕਟਰੀ ਮੇਨ ਫੋਲਡਰ ਹੁੰਦਾ ਹੈ ਡਿਸਕ ਦਾ, ਰੂਟ ਡਾਇਰੈਕਟਰੀ ਮੇਨ ਫੋਲਡਰ ਹੁੰਦਾ ਹੈ ਡਿਸਕ ਦਾ, ਜਿੱਥੇ ਸਾਰੀ ਇਨਫੋਰਮੇਸ਼ਨ, ਸਾਰੇ ਫੋਲਡਰਾਂ ਦੀ ਇਨਫੋਰਮੇਸ਼ਨ ਰੱਖੀ ਹੁੰਦੀ ਹੈ ਡਿਸਕ ਦੀ। ਯਾਦ ਰੱਖਣਾ ਹੈ ਇਹ ਦੋਨੇ ਪੁਆਇੰਟ, ਠੀਕ ਹੈ। ਇਹ ਡਿਸਕ ਵਾਸਤੇ ਮਤਲਬ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਦੋਨੇ ਕੁਐਸਚਨ ਡਾਇਰੈਕਟ ਪੁੱਛੇ ਜਾਂਦੇ ਆ ਤੁਹਾਨੂੰ, ਡਾਟਾ ਟ੍ਰਾਂਸਫਰ ਰੇਟ ਵੀ ਤੇ ਰੂਟ ਡਾਇਰੈਕਟਰੀ ਦੇ ਉੱਤੇ ਵੀ ਡਾਇਰੈਕਟ ਕੁਐਸਚਨ ਆਉਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਬਈ CD ਦੇਖੀ ਆਪਾਂ ਨੇ, DVD ਦੇਖੀ ਹੈ, ਹੁਣ ਆ ਗਈ ਇੱਕ ਹੋਰ ਐਡਵਾਂਸ ਚੀਜ਼, ਬਲੂ ਰੇ ਡਿਸਕ। ਇਹਦਾ ਨਾਮ ਬਲੂ ਰੇ ਕਿਉਂ ਹੈ? ਕਿਉਂਕਿ ਇਹਦੇ 'ਚ ਜਿਹੜੀ ਲੇਜ਼ਰ ਇਸਤੇਮਾਲ ਕਰੀ ਗਈ ਹੈ ਉਹ ਬਲੂ ਕਰੀ ਗਈ ਹੈ। ਪਹਿਲੇ ਵਾਲੀ 'ਚ ਰੈੱਡ ਹੁੰਦਾ ਸੀ, ਇਹਦੇ 'ਚ ਬਲੂ ਕਰੀ ਗਈ ਹੈ, ਇਸ ਕਰਕੇ ਇਹਨੂੰ ਬਲੂ ਰੇ ਡਿਸਕ ਕਿਹਾ ਗਿਆ। ਇਹਦੀ ਜਿਹੜੀ ਕੈਪੈਸਿਟੀ ਹੈ ਉਹ ਬਹੁਤ ਜ਼ਿਆਦਾ ਹੋਗੀ CD ਤੇ DVD ਤੋਂ। CD ਦੀ ਤਾਂ ਬਹੁਤ ਘੱਟ ਸੀ, 700 MB ਦੇ ਨੇੜੇ ਤੇੜੇ, DVD ਦੀ 4.7 GB ਹੁੰਦੀ ਸੀ, ਬਟ ਇਹਦੀ ਜਿਹੜੀ ਕੈਪੈਸਿਟੀ ਹੈ ਉਹ ਬਹੁਤ ਜ਼ਿਆਦਾ ਹੋਗੀ, 25 ਤੋਂ ਲੈ ਕੇ 50 GB ਤੱਕ ਚਲੀ ਗਈ ਹੈ। ਤੇ ਜਿਹੜੀ ਡਿਊਲ ਵਾਲੀ ਆਈ ਹੈ, ਡਿਊਲ ਲੇਅਰ ਵਾਲੀ ਬਲੂ ਰੇ ਡਿਸਕ ਆਈ ਸੀ, ਉਹ 100 GB ਤੱਕ ਡਾਟਾ ਹੋਲਡ ਕਰ ਸਕਦੀ ਸੀ। ਹਾਲਾਂਕਿ ਇਹਨਾਂ ਦੀ ਕੈਪੈਸਿਟੀ ਦੇ ਉੱਤੇ ਕੁਐਸਚਨ ਨਹੀਂ ਪੁੱਛੇ ਜਾਂਦੇ ਕਿ ਇਹਦੀ ਕੈਪੈਸਿਟੀ ਕਿੰਨੀ ਹੈ, ਕਿਉਂਕਿ ਇਹ ਵੇਰੀ ਕਰਦੀ ਹੈ, ਚੇਂਜ ਕਰਦੀ ਹੈ, ਠੀਕ ਹੈ, ਤੇ ਬੁੱਕਸ ਦੇ ਵਿੱਚ ਵੀ ਤੁਹਾਨੂੰ ਅਲੱਗ-ਅਲੱਗ ਹੀ ਮਿਲਦੀ ਹੈ। ਹਾਂ, ਇਹ ਜ਼ਰੂਰ ਪੁੱਛਿਆ ਜਾ ਸਕਦਾ ਹੈ CD, DVD ਤੇ ਬਲੂ ਰੇ ਡਿਸਕ ਦੇ ਵਿੱਚੋਂ ਕੈਪੈਸਿਟੀ ਕਿਹਦੀ ਜ਼ਿਆਦਾ ਹੈ, ਤਾਂ ਤੁਸੀਂ ਇਹਦਾ ਆਨਸਰ ਬਲੂ ਰੇ ਡਿਸਕ ਹੀ ਕਰੋਗੇ। ਓਕੇ, ਯਾਦ ਰੱਖਣਾ ਹੈ ਬਈ, ਬਾਕੀ ਉਹੀ ਹੈ, ਬਸ ਕੁਛ ਨਹੀਂ ਯਾਦ ਰੱਖਣਾ। DVD ਨਾਲੋਂ ਬਸ ਹਾਇਰ ਕੈਪੈਸਿਟੀ ਇਹਨਾਂ ਦੀ ਸੀਗੀ। ਉਸ ਤੋਂ ਬਾਅਦ ਬਈ ਪੈਨ ਡਰਾਈਵ, ਜਾਂ ਹੁਣ ਵਾਰੀ ਆ ਗਈ ਸੋਲਿਡ ਸਟੇਟ ਡਰਾਈਵਾਂ ਦੀ। ਓਪਟੀਕਲ ਆਪਾਂ ਨੇ ਪੜ੍ਹ ਲਏ, ਉਸ ਤੋਂ ਪਹਿਲਾਂ ਮੈਗਨੈਟਿਕ ਪੜ੍ਹੇ ਸੀਗੇ, ਹੁਣ ਵਾਰੀ ਆ ਗਈ ਸੋਲਿਡ ਸਟੇਟ ਵਾਲਿਆਂ ਦੀ, ਯਾਨੀ USB ਫਲੈਸ਼ ਡਰਾਈਵ, ਜਿਹਨੂੰ ਆਪਾਂ ਪੈਨ ਡਰਾਈਵ ਬੋਲਦੇ ਹਾਂ, ਥੰਬ ਡਰਾਈਵ ਵੀ ਕਿਹਾ ਜਾਂਦਾ ਹੈ, ਹਨਾ। ਇਹ ਸੈਕੰਡਰੀ ਡਰਾਈਵਾਂ ਹੋ ਗਈ ਨਾ ਸਾਰੀ ਦੀ ਸਾਰੀ। ਰਿਮੂਵੇਬਲ ਹੈ, ਹਟਾ ਸਕਦੇ ਆ, ਰੀਰਾਈਟੇਬਲ ਹੈ, ਜਿੰਨੀ ਮਰਜ਼ੀ ਵਾਰ ਡਾਟਾ ਪਾਓ ਹਟਾਓ, ਜੋ ਮਰਜ਼ੀ ਕਰੋ, ਠੀਕ ਹੈ। ਤੇ ਬਹੁਤ ਜ਼ਿਆਦਾ ਸਮਾਲ ਇਹਨਾਂ ਦਾ ਸਾਈਜ਼ ਹੋ ਗਿਆ, ਫਲੋਪੀ ਨਾਲੋਂ ਵੀ, ਡਿਸਕ ਨਾਲੋਂ ਵੀ, ਤੁਹਾਨੂੰ ਪਤਾ ਹੀ ਹੈ ਪੈਨ ਡਰਾਈਵ ਦਾ, ਠੀਕ ਹੈ। USB ਪੋਰਟ ਦੇ ਵਿੱਚ ਇਹ ਲੱਗਦੀਆਂ, ਕੰਪਿਊਟਰ ਦੇ ਵਿੱਚ USB ਪੋਰਟ ਹੁੰਦਾ, ਇਹਦੀ ਫੁੱਲ ਫਾਰਮ ਪੁੱਛੀ ਜਾਂਦੀ ਹੈ ਯੂਨੀਵਰਸਲ ਸੀਰੀਅਲ ਬਸ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਤੇ ਇਹਨਾਂ ਦੇ ਵਰਜ਼ਨ ਬਹੁਤ ਹੈ, ਟਾਈਪ ਬਹੁਤ ਹੈ। USB 1 ਇਹਦੀ ਸਪੀਡ 12 Mbps ਦੀ ਹੁੰਦੀ ਹੈ, USB 2.0 ਸਪੀਡ 480 Mbps ਹੋ ਗਈ, ਤੇ ਹੁਣ ਚੱਲਦਾ ਹੈ USB 3.0 ਸਪੀਡ ਹੈ ਜਿਹੜੀ 4.8 GB ਪਰ ਸੈਕਿੰਡ ਹੈਗੀ ਹੈ। ਤਾਂ ਇਹ ਕੁਝ ਪੁਆਇੰਟ ਹੈ ਜਿਹੜੇ ਯਾਦ ਰੱਖਣੇ ਆ ਬਸ, ਠੀਕ ਹੈ। ਨੈਕਸਟ ਆ ਜਾਓ, ਮੈਮਰੀ ਕਾਰਡ, ਜਿਹਨੂੰ ਆਪਾਂ SD ਕਾਰਡ ਵੀ ਬੋਲਦੇ ਆ।
SD ਦੀ ਫੁੱਲ ਫਾਰਮ ਯਾਦ ਰੱਖਣੀ ਹੈ, ਸਿਕਿਉਰ ਡਿਜੀਟਲ ਕਾਰਡ। ਇਹ ਵੀ 3 ਤਰ੍ਹਾਂ ਦੇ ਹੁੰਦੇ ਆ। ਪਹਿਲਾਂ ਇੰਨੇ ਵੱਡੇ ਸਾਈਜ਼ ਦੇ ਆਉਂਦੇ ਸੀਗੇ ਬਈ ਇਹ 32 mm ਦੇ, ਬਾਅਦ ਦੇ ਵਿੱਚ ਮਿੰਨੀ ਆਣੇ ਸ਼ੁਰੂ ਹੋਏ ਆ 21.5 mm ਦੇ, ਤੇ ਅੱਜ ਕੱਲ ਇਹ ਕਾਰਡ ਆਪਾਂ ਮੈਮਰੀ ਕਾਰਡ ਯੂਜ਼ ਕਰਦੇ ਆ ਬਿਲਕੁਲ ਛੋਟੇ ਵਾਲਾ, ਜਿਹਨੂੰ ਆਪਾਂ ਬੋਲਦੇ ਆ ਮਾਈਕਰੋ SD ਕਾਰਡ। ਠੀਕ ਹੈ, ਕੀ ਬੋਲਦੇ ਆ ਇਹਨੂੰ ਆਪਾਂ? ਮਾਈਕਰੋ SD ਕਾਰਡ। ਯਾਦ ਰੱਖਣਾ ਹੈ ਅੱਜ ਕੱਲ ਆਪਾਂ ਕਿਹੜੇ ਮੈਮਰੀ ਕਾਰਡ ਯੂਜ਼ ਕਰਦੇ ਆ? ਮਾਈਕਰੋ SD ਕਾਰਡ। ਠੀਕ ਹੈ, ਇਹੀ ਅੱਜ ਕੱਲ ਸਾਰੇ ਯੂਜ਼ ਕਰਦੇ ਆ, ਇਹ ਨਹੀਂ ਗਾ ਯੂਜ਼ ਕਰਦੇ। ਠੀਕ ਹੈ, ਓਕੇ। ਇਹ ਸਿਲੀਕੋਨ ਚਿਪ ਵਾਲੇ ਹੈਗੇ ਆ ਸਾਰੇ ਦੇ ਸਾਰੇ। ਸਮਾਰਟ ਕਾਰਡ ਬਾਰੇ ਕੁਝ ਨਹੀਂ, ਇਹ ਇਦਾਂ ਦੇ ਕਾਰਡ ਜਿਹੜੇ ਤੁਹਾਡੇ ਕੋਲ ਹੁੰਦੇ ਆ, ਕ੍ਰੈਡਿਟ ਕਾਰਡ, ਡੈਬਿਟ ਕਾਰਡ, ਜਿਨ੍ਹਾਂ ਦੇ ਵਿੱਚ ਇਹ ਇਦਾਂ ਦੀ ਚਿਪ ਲੱਗੀ ਹੁੰਦੀ ਹੈ, ਹਨਾ। ਇਹ ਸਮਾਰਟ ਕਾਰਡ ਹੁੰਦੇ ਆ, ਥੋੜੀ ਜਿਹੀ ਇਨਫੋਰਮੇਸ਼ਨ ਇਹਦੇ ਚ ਸਟੋਰ ਹੁੰਦੀ ਹੈ, ਬਸ ਹੋਰ ਕੁਝ ਨਹੀਂ। ਉਸ ਤੋਂ ਬਾਅਦ ਇਹ ਵੀ ਬਹੁਤ ਇੰਪੋਰਟੈਂਟ ਹੈ। ਠੀਕ ਹੈ, ਇਹ ਜਿੰਨੇ ਕਿ ਵੀ ਤੁਸੀਂ ਦੇਖਿਓ ਸਾਰਿਆਂ ਦੀ ਕੈਪੈਸਿਟੀ ਵਗੈਰਾ ਇਸ ਦੇ ਵਿੱਚ ਤੁਹਾਨੂੰ ਮਿਲ ਜੂਗੀ, ਤੇ ਕਿਸ ਟਾਈਪ ਦੀ ਹੈਗੀ ਆ ਉਹ ਤੁਹਾਨੂੰ ਪਤਾ ਲੱਗ ਜੂਗਾ, ਹਨਾ। ਫਲੋਪੀ ਜਿੰਨੀ ਵੀ ਸੀਗੀ ਬਈ ਸਾਰੀ ਦੀ ਸਾਰੀ ਮੈਗਨੈਟਿਕ ਹੈ, ਕੈਪੈਸਿਟੀ ਲਿਖੀ ਹੋਈ ਹੈ ਕੈਪੈਸਿਟੀ, ਬਟ ਯਾਦ ਕਿਹੜੀ ਰੱਖਣੀ ਹੈ? ਫਲੋਪੀ ਵਾਲੀ ਯਾਦ ਰੱਖਿਓ। ਇਹ 3.5 ਇੰਚ ਵਾਲੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। CD ਤੇ DVD ਦੋਨੇ ਆਪਟੀਕਲ ਹੈਗੀਆਂ, ਜਿਨ੍ਹਾਂ 'ਚ ਲੇਜ਼ਰ ਦਾ ਇਸਤੇਮਾਲ ਹੁੰਦਾ ਹੈ। ਕੈਪੈਸਿਟੀ ਉਹ ਵੀ ਦੇਖ ਲਓ ਇੱਕ ਵਾਰ। ਪੈਨ ਡਰਾਈਵ ਸੋਲਿਡ ਸਟੇਟ ਹੈ, ਤੇ ਪੈਨ ਡਰਾਈਵ ਦੀ ਕੈਪੈਸਿਟੀ ਇਸ ਤੋਂ ਜ਼ਿਆਦਾ ਵੀ ਆ ਗਈ ਅੱਜ ਕੱਲ੍ਹ। ਠੀਕ ਹੈ, ਤੇ ਮੈਗਨੈਟਿਕ ਟੇਪ, ਇਹ ਮੈਗਨੈਟਿਕ ਹੈ, ਉੱਪਰ ਲਿਖਣਾ ਚਾਹੀਦਾ ਸੀ, ਚਲੋ ਕੋਈ ਗੱਲ ਨਹੀਂ। ਠੀਕ ਹੈ, ਤਾਂ ਇਹ ਮੈਗਨੈਟਿਕ ਟੇਪ ਵਾਲੀ ਹੋ ਗਈ ਬਾਈ। ਤੇ ਅੱਜ ਕੱਲ੍ਹ ਕੰਪਿਊਟਰ ਦੇ ਵਿੱਚ ਦੇਖੋ, ਅੱਜ ਕੱਲ੍ਹ ਕੰਪਿਊਟਰ ਦੇ ਵਿੱਚ ਕੀ ਹੈ, ਚਲੋ ਇਹ ਤਾਂ ਆਪਾਂ ਬਾਅਦ ਚ ਪੜਾਂਗੇ। ਦੇਖੋ ਕੰਪਿਊਟਰ ਦੇ ਵਿੱਚ ਜਿਹੜੀ ਮੈਮਰੀ ਹੁੰਦੀ ਹੈ ਨਾ ਤੁਹਾਡੇ ਕੋਲ, ਉਹਨੂੰ ਆਪਾਂ ਬੋਲਦੇ ਆ HDD, ਹਾਰਡ ਡਿਸਕ ਡਰਾਈਵ। ਬਟ ਇਸ ਤੋਂ ਇਲਾਵਾ ਹੁਣ SDD ਵੀ ਆ ਗਈ, ਸੋਲਿਡ ਸਟੇਟ SSD ਸੋਲਿਡ ਸਟੇਟ ਡਰਾਈਵ, ਹਨਾ। ਉਹ ਕੀ ਹੈ? ਇਹ ਮੈਗਨੈਟਿਕ ਹੈ, ਬਟ ਇਹ ਮੈਗਨੈਟਿਕ ਨਹੀਂ ਹੈਗੀ, ਇਹ ਸਿਲੀਕੋਨ ਵਾਲੀ ਹੈਗੀ ਹੈ। ਇਹਨਾਂ ਦੀ ਸਪੀਡ ਹੈ ਜਿਹੜੀ ਇਹ ਜ਼ਿਆਦਾ ਹੈ, ਕਿਉਂਕਿ ਇਹਦੇ ਚ ਕੀ ਹੈ, ਸਰਕੂਲਰ ਡਿਸਕ ਬਣੀ ਹੋਈ ਹੈ, ਉਹੀ ਜਿਹਦੀ ਫੋਟੋ ਮੈਂ ਤੁਹਾਨੂੰ ਇੱਥੇ ਦਿਖਾਈ ਸੀ। ਦੇਖੋ ਇਹ ਪੜ੍ਹ ਕੇ ਹਟੇ ਆ ਨਾ ਆਪਾਂ, ਇਹ ਵਾਲੀ। ਠੀਕ ਹੈ, ਇਹ ਸਰਕੂਲਰ ਡਿਸਕ ਹੈਗੀ ਸੀ ਮੈਗਨੈਟਿਕ। ਇੱਥੇ ਡਾਟਾ ਹੈ ਜਿਹੜਾ ਉਹ ਸਟੋਰ ਤਾਂ ਹੁੰਦਾ ਹੈ, ਵਧੀਆ ਹੈ, ਸਭ ਕੁਝ ਸਹੀ ਹੈ, ਸੀਕੁਐਂਸਲੀ ਹੈਗਾ ਇਹ, ਬਟ SSD ਦੇ ਮੁਕਾਬਲੇ ਇਹ ਸਲੋ ਹੁੰਦੀ ਹੈ ਚੀਜ਼। ਠੀਕ ਹੈ, ਹੁਣ ਅੱਜ ਕੱਲ ਕੀ ਹੈ, SSD ਦਾ ਯੂਜ਼ ਆ ਗਿਆ, SSD ਦਾ ਜ਼ਮਾਨਾ ਆਇਆ ਹੋਇਆ। ਠੀਕ ਹੈ, ਚਲੋ ਜੀ ਆਪਣੇ ਟੌਪਿਕ ਦੇ ਉੱਤੇ ਆ ਜਾਓ। ਹੁਣ ਇੱਕ ਛੋਟਾ ਜਿਹਾ ਟੌਪਿਕ ਕੀ ਹੈ, ਬਸ ਕੁਐਸਚਨ ਹੀ ਮੈਂ ਤੁਹਾਨੂੰ ਇੱਥੇ ਦੱਸੂ। ਮੈਮਰੀ ਹਾਇਰਾਰਕੀ, ਇਹ ਦੇਖ ਲਓ ਇੱਕ ਵਾਰ ਫੋਟੋ ਨੂੰ ਬਸ ਧਿਆਨ ਨਾਲ, ਹੋਰ ਕੁਝ ਨਹੀਂ ਹੈ। ਸਪੀਡ ਇਹਨਾਂ ਦੀ ਸਭ ਤੋਂ ਜ਼ਿਆਦਾ ਹੁੰਦੀ ਹੈ, ਮਤਲਬ ਜਿੱਦਾਂ ਜਿੱਦਾਂ ਆਪਾਂ ਉੱਪਰ ਨੂੰ ਜਾਵਾਂਗੇ ਸਪੀਡ ਵੱਧਦੀ ਜਾਊਗੀ, ਬਟ ਉਹਦਾ ਸਾਈਜ਼ ਹੈ ਜਿਹੜਾ ਉਹ ਘਟਦਾ ਜਾਊਗਾ। ਠੀਕ ਹੈ, ਯਾਨੀ ਰਜਿਸਟਰ ਮੈਮਰੀ ਜਿਹੜੀ ਹੁੰਦੀ ਹੈ, ਇਹਦੀ ਸਪੀਡ ਸਭ ਤੋਂ ਜ਼ਿਆਦਾ, ਸਪੀਡ ਮੈਕਸਿਮਮ ਹੁੰਦੀ ਹੈ, ਬਟ ਸਾਈਜ਼ ਜਿਹੜਾ ਉਹ ਮਿਨੀਮਮ ਹੁੰਦਾ ਹੈ। ਉਸ ਤੋਂ ਬਾਅਦ ਕੈਸ਼ ਮੈਮਰੀ, ਉਸ ਤੋਂ ਬਾਅਦ ਫਿਰ ਮੇਨ ਮੈਮਰੀ, ਜਿਹਨੂੰ ਆਪਾਂ ਰੈਮ ਰੋਮ ਜਿਹੜੀ ਹੁੰਦੀ ਹੈ ਕੰਪਿਊਟਰ ਦੇ ਵਿੱਚ ਉਹ ਹੋਗੀ, ਤੇ ਬਾਕੀ ਇਹ ਤਾਂ ਮੈਗਨੈਟਿਕ ਡਿਸਕ ਵਗੈਰਾ ਸਟੋਰੇਜ ਵਾਸਤੇ ਆਪਾਂ ਵਰਤਦੇ ਆ। ਇਹਨਾਂ ਦਾ ਸਾਈਜ਼ ਤਾਂ ਬਹੁਤ ਜ਼ਿਆਦਾ ਵੱਡਾ ਹੁੰਦਾ ਹੀ ਹੈ, ਤੁਹਾਨੂੰ ਪਤਾ। ਹੁਣ ਤਾਂ 1 TB ਤੱਕ ਇਹ ਪਹੁੰਚ ਚੁੱਕਿਆ, 2 TB ਤੱਕ, ਜਿੰਨਾ ਮਰਜ਼ੀ ਵਧਾ ਲਓ ਇਹਨੂੰ, ਮੈਗਨੈਟਿਕ ਡਿਸਕ, ਮੈਗਨੈਟਿਕ ਟੇਪ ਨੂੰ। ਠੀਕ ਹੈ, ਤਾਂ ਇਹ ਇਹਨਾਂ ਦੀ ਮੈਮਰੀ ਸਭ ਤੋਂ ਜ਼ਿਆਦਾ ਹੁੰਦੀ ਹੈ, ਬਟ ਇਹਨਾਂ ਦੀ ਸਪੀਡ ਹੈ ਜਿਹੜੀ ਸਭ ਤੋਂ ਘੱਟ ਹੁੰਦੀ ਹੈ। ਫਿਰ ਆਪਣੀ ਮੇਨ ਮੈਮਰੀ ਆ ਗਈ, ਰੈਮ ਰੋਮ ਵਾਲੀ। ਠੀਕ ਹੈ, ਜਿਹਨੂੰ ਆਪਾਂ ਪ੍ਰਾਇਮਰੀ ਮੈਮਰੀ ਬੋਲਦੇ ਆ, ਹਨਾ। ਰੈਮ ਤੇ ਰੋਮ ਹੁਣ ਵੀ ਪੜ੍ਹ ਕੇ ਹਟੇ ਆਪਾਂ ਇਹਨੂੰ। ਠੀਕ ਹੈ, ਉਸ ਤੋਂ ਬਾਅਦ ਕੈਸ਼ ਮੈਮਰੀ ਹੁੰਦੀ ਹੈ, ਰਜਿਸਟਰ ਹੁੰਦੀ ਹੈ। ਇਹ ਬਹੁਤ ਛੋਟੀ ਹੁੰਦੀ ਹੈ, ਬਟ ਇਹਨਾਂ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ। ਯਾਦ ਰੱਖਣਾ ਹੈ ਬਈ, ਸਭ ਤੋਂ ਜ਼ਿਆਦਾ ਸਪੀਡ ਕਿਹਦੀ ਹੋਊਗੀ? ਰਜਿਸਟਰ ਦੀ, ਉਸ ਤੋਂ ਬਾਅਦ ਕੈਸ਼ ਦੀ। ਠੀਕ ਹੈ, ਓਕੇ। ਹੁਣ ਆਪਾਂ ਕੁਐਸਚਨਾਂ ਦੇ ਉੱਤੇ ਆਉਂਦੇ ਆ ਬਈ, ਬਹੁਤ ਇੰਪੋਰਟੈਂਟ ਕੁਐਸਚਨ ਹੈਗੇ ਆ, ਬਹੁਤ ਚਾਂਟ ਕੇ ਕੁਐਸਚਨ ਪਾਏ ਆ ਬਈ ਪ੍ਰੀਵੀਅਸ ਈਅਰ ਜਿੰਨੇ ਵੀ ਹੈਗੇ ਆ, ਹਨਾ। ਤੇ ਸਾਰੇ ਕੁਐਸਚਨ ਤਾਂ ਆਪਾਂ ਕਵਰ ਵੀ ਨਹੀਂ ਕਰ ਸਕਦੇ, ਫਿਰ ਵੀ ਮਤਲਬ ਇਹ ਟੌਪਿਕ ਦੇ ਨਾਲ ਨਾਲ ਜਿੰਨੇ ਕੁ ਕੁਐਸਚਨ ਬਣਦੇ ਆ ਮੈਂ ਕਵਰ ਕਰੇ ਆ। ਤੇ ਜਦੋਂ ਸਾਰਾ ਕੰਪਿਊਟਰ ਆਪਾਂ ਕਰ ਲਾਂਗੇ, ਫਿਰ ਮੈਂ ਤੁਹਾਡੇ ਵਾਸਤੇ ਸੈੱਟ ਵਾਈਜ਼, ਮਤਲਬ ਹਰ ਇੱਕ ਪੇਪਰ ਦੇ ਜਿੰਨੇ ਕੁਐਸਚਨ ਆਏ ਹੋਏ ਆ ਸੈੱਟ ਵਾਈਜ਼ ਤੁਹਾਨੂੰ ਕਰਾਉਂਗਾ ਸੋਲਵ। ਠੀਕ ਹੈ, ਸਭ ਤੋਂ ਤੇਜ਼ ਮੈਮਰੀ ਕਿਹੜੀ ਹੈ? ਦੇਖੋ ਵੈਸੇ ਸਭ ਤੋਂ ਤੇਜ਼ ਮੈਮਰੀ ਕਿਹੜੀ ਹੈ? ਰਜਿਸਟਰ ਹੈ, ਹਨਾ। ਹੁਣੇ ਤਾਂ ਕਰਕੇ ਹਟੇ ਆ ਕਿ ਸਭ ਤੋਂ ਤੇਜ਼ ਮੈਮਰੀ ਕਿਹੜੀ ਹੁੰਦੀ ਹੈ? ਰਜਿਸਟਰ। ਆਪਸ਼ਨ ਦੇ ਵਿੱਚ ਤਾਂ ਹੈ ਹੀ ਨਹੀਂ ਰਜਿਸਟਰ। ਇਹਨਾਂ ਨੇ ਪੁੱਛਿਆ ਹੇਠਾਂ ਲਿਖਿਆਂ ਵਿੱਚੋਂ ਸਭ ਤੋਂ ਤੇਜ਼ ਮੈਮਰੀ ਕਿਹੜੀ ਹੈ? ਹੇਠਾਂ ਲਿਖਿਆਂ ਵਿੱਚੋਂ, ਤਾਂ ਹੇਠਾਂ ਲਿਖਿਆਂ ਵਿੱਚੋਂ ਹੈਗੀ ਹੈ ਕੈਸ਼ ਮੈਮਰੀ। ਠੀਕ ਹੈ ਨਾ, ਕਿਹੜੀ ਹੈ? ਕੈਸ਼। ਜੇ ਰਜਿਸਟਰ ਹੁੰਦਾ ਆਪਸ਼ਨ ਦੇ ਵਿੱਚ ਤਾਂ ਰਜਿਸਟਰ ਹੋ ਜਾਣਾ ਸੀਗਾ। ਠੀਕ ਹੈ, ਆਪਸ਼ਨ ਦੇ ਉੱਤੇ ਇਹੋ ਜਿਹਾ ਕੁਐਸਚਨ ਡਿਪੈਂਡ ਕਰਦਾ ਹੈ। ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਸਭ ਤੋਂ ਤੇਜ਼ ਮੈਮਰੀ ਕਿਹੜੀ ਹੈ, ਉਹਨਾਂ ਨੇ ਪੁੱਛਿਆ ਹੇਠਾਂ ਲਿਖਿਆਂ ਵਿੱਚੋਂ ਕਿਹੜੀ ਹੈ, ਤਾਂ ਹੇਠਾਂ ਲਿਖਿਆਂ ਵਿੱਚੋਂ ਕੈਸ਼ ਹੈਗੀ ਹੈ। ਹੇਠਾਂ ਲਿਖਿਆਂ ਵਿੱਚੋਂ ਸਭ ਤੋਂ ਤੇਜ਼ ਮੈਮਰੀ ਤਾਂ ਕੈਸ਼ ਦੇ ਨਾਲ ਨਾਲ ਹੁਣ ਆਪਸ਼ਨ ਦੇ ਵਿੱਚ ਰਜਿਸਟਰ ਵੀ ਆ ਗਿਆ, ਤਾਂ ਫਿਰ ਰਾਈਟ ਆਨਸਰ ਰਜਿਸਟਰ ਹੋ ਜਾਊਗਾ ਬਾਈ। ਠੀਕ ਹੈ, ਨੈਕਸਟ ਆ ਆਕਸਿਲਰੀ ਮੈਮਰੀ ਕਿਹੜੀ ਹੁੰਦੀ ਹੈ ਬਾਈ? ਉਹੀ ਮੈਮਰੀ ਜਿਹਨੂੰ ਆਪਾਂ ਬਾਅਦ ਚ ਐਡ ਕਰ ਸਕਦੇ ਹਾਂ, ਯਾਨੀ ਸੈਕੰਡਰੀ ਮੈਮਰੀ। ਠੀਕ ਹੈ, ਸੈਕੰਡਰੀ ਮੈਮਰੀ ਨੂੰ ਪਲੱਗ ਮੈਮਰੀ ਵੀ ਬੋਲਦੇ ਆ,
ਆਕਸੀਲਰੀ ਮੈਮਰੀ ਬੋਲਦੇ ਆ, ਐਡੀਸ਼ਨਲ ਮੈਮਰੀ ਬੋਲਦੇ ਆ, ਬੈਕਅਪ ਮੈਮਰੀ ਬੋਲਦੇ ਆ, ਪਲੱਗ ਮੈਮਰੀ ਬੋਲਦੇ ਆ, ਸਾਰੇ ਕੁਛ ਇਹਦੇ ਹੀ ਨਾਮ ਹੈ। ਨੈਕਸਟ ਆ ਵੇਅਰ ਇਜ਼ ਡਾਟਾ ਸੇਵਡ ਪਰਮਾਨੈਂਟਲੀ ਡਾਟਾ ਕਿੱਥੇ ਸਟੋਰ ਹੁੰਦਾ ਹੈ? ਮੈਮਰੀ ਦੇ ਵਿੱਚ ਨਹੀਂ, ਸਟੋਰੇਜ ਦੇ ਵਿੱਚ ਹੁੰਦਾ ਹੈ। ਬਹੁਤ ਵਧੀਆ ਕੁਐਸਚਨ ਹੈ, ਉਹ ਬੱਚਾ ਗਲਤ ਕਰਦਾ ਹੈ। ਠੀਕ ਹੈ, ਮੈਮਰੀ ਟੈਂਪਰੇਰੀ ਹੁੰਦੀ ਹੈ, ਮੈਂ ਤੁਹਾਨੂੰ ਕਿਹਾ ਨਾ ਮੈਮਰੀ ਟੈਂਪਰੇਰੀ ਹੁੰਦੀ ਹੈ, ਸਟੋਰੇਜ ਪਰਮਾਨੈਂਟ ਹੁੰਦੀ ਹੈ। ਤਾਂ ਉਹਨਾਂ ਨੇ ਡਾਟੇ ਨੂੰ ਪਰਮਾਨੈਂਟ ਸਟੋਰ ਕਰਨਾ ਹੈ, ਪਰਮਾਨੈਂਟ, ਤਾਂ ਉਹ ਸਟੋਰੇਜ ਦੇ ਵਿੱਚ ਜਾਊਗਾ, ਸਟੋਰੇਜ ਦੇ ਵਿੱਚ। ਠੀਕ ਹੈ, ਸੈਕੰਡਰੀ ਮੈਮਰੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਸੈਕੰਡਰੀ ਮੈਮਰੀ ਨੂੰ ਬਈ ਆਪਾਂ ਐਡੀਸ਼ਨਲ ਮੈਮਰੀ ਬੋਲਦੇ ਆ, ਬੈਕਅਪ ਬੋਲਦੇ ਆ, ਪਲੱਗ ਬੋਲਦੇ ਆ, ਯਾਨੀ ਆਪਸ਼ਨ ਕੀ ਹੋ ਗਿਆ? ਡੀ ਹੋ ਗਿਆ ਭਾਈ, ਡੀ ਹੋ ਗਿਆ। ਨੈਕਸਟ ਆ ਜਾਓ, ਵਟ ਇਜ਼ ਦ ਡਿਫਰੈਂਸ ਬਿਟਵੀਨ ਏ ਮੈਮਰੀ ਐਂਡ ਸਟੋਰੇਜ? ਦੋਹਾਂ 'ਚ ਕੀ ਫਰਕ ਹੈ? ਤਾਂ ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ, ਮੈਮਰੀ ਜਿਹੜੀ ਹੁੰਦੀ ਹੈ ਉਹ ਟੈਂਪਰੇਰੀ ਹੁੰਦੀ ਹੈ, ਸਟੋਰੇਜ ਹੈ ਜਿਹੜੀ ਉਹ ਪਰਮਾਨੈਂਟ ਹੁੰਦੀ ਹੈ। ਮੈਮਰੀ ਇਜ਼ ਟੈਂਪਰੇਰੀ, ਸਟੋਰੇਜ ਇਜ਼ ਪਰਮਾਨੈਂਟ। ਰਾਈਟ ਆਂਸਰ ਬੀ। ਓਕੇ, ਨੈਕਸਟ ਆ ਜਾਓ, ਪ੍ਰਾਇਮਰੀ ਸਟੋਰੇਜ ਇਜ਼ ਡੈਸ਼ ਐਜ਼ ਕੰਪੇਅਰ ਟੂ ਸੈਕੰਡਰੀ ਸਟੋਰੇਜ। ਪ੍ਰਾਇਮਰੀ ਸਟੋਰੇਜ ਕੀ ਹੈਗੀ ਹੈ ਜੇ ਉਹਨੂੰ ਆਪਾਂ ਕੰਪੇਅਰ ਕਰੀਏ ਸੈਕੰਡਰੀ ਦੇ ਨਾਲ? ਤਾਂ ਪ੍ਰਾਇਮਰੀ ਤੇ ਸੈਕੰਡਰੀ, ਹੁਣ ਤੁਹਾਨੂੰ ਦੋਹਾਂ 'ਚ ਫਰਕ ਪਤਾ ਹੋਣਾ ਚਾਹੀਦਾ ਹੈ। ਪ੍ਰਾਇਮਰੀ ਹੁੰਦੀ ਹੈ ਮੇਨ ਮੈਮਰੀ, ਜਿਹੜੀ ਕਿ ਆਪਣੀ ਹੁੰਦੀ ਹੈ ਤੁਹਾਡੇ ਸਿਸਟਮ ਦੀ, ਤੇ ਸੈਕੰਡਰੀ ਹੁੰਦੀ ਹੈ ਜਿਹੜੀ ਆਪਾਂ ਬਾਅਦ 'ਚ ਐਡ ਕਰਦੇ ਹਾਂ। ਠੀਕ ਹੈ ਨਾ, ਤਾਂ ਪ੍ਰਾਇਮਰੀ ਮੈਮਰੀ ਫਾਸਟ ਹੋਊਗੀ ਤੇ ਐਕਸਪੈਂਸਿਵ ਹੋਊਗੀ। ਠੀਕ ਹੈ ਨਾ, ਤੇਜ਼ ਵੀ ਹੁੰਦੀ ਹੈ ਤੇ ਐਕਸਪੈਂਸਿਵ ਵੀ ਹੁੰਦੀ ਹੈ। ਤੇ ਜਿਹੜੀ ਸੈਕੰਡਰੀ ਹੁੰਦੀ ਹੈ ਉਹ ਸਸਤੀ ਹੁੰਦੀ ਹੈ, ਹਨਾ। ਪੈਨ ਡਰਾਈਵ ਵਗੈਰਾ ਜੋ ਵੀ ਆਪਾਂ ਬਾਅਦ 'ਚ ਚੀਜ਼ਾਂ ਐਡ ਕਰਦੇ ਹਾਂ ਉਹ ਸਸਤੀ ਹੁੰਦੀ ਹੈ, ਪਰ ਉਹ ਸਲੋ ਹੁੰਦੀ ਹੈ। ਠੀਕ ਹੈ ਨਾ, ਤਾਂ ਇਹਦਾ ਰਾਈਟ ਆਂਸਰ ਸੀ ਹੋ ਗਿਆ। ਫਿਰ ਸਮਾਲੈਸਟ ਯੂਨਿਟ ਆਫ ਸਟੋਰੇਜ ਇਜ਼, ਸਭ ਤੋਂ ਛੋਟੀ ਇਕਾਈ ਕਿਹੜੀ ਹੈ ਸਟੋਰ ਕਰਨ ਦੀ? ਤਾਂ ਆਪਾਂ ਨੂੰ ਪਤਾ ਹੈ ਕਿ ਸਭ ਤੋਂ ਛੋਟਾ ਜਿਹੜਾ ਬਾਈਨਰੀ ਹੁੰਦਾ, ਮਤਲਬ ਇੱਕ ਬਾਈਨਰੀ ਕੋਡ ਜਿਹੜਾ ਹੁੰਦਾ ਹੈ 1 ਬਿਟ ਦੇ ਬਰਾਬਰ ਹੁੰਦਾ ਹੈ। ਤਾਂ ਰਾਈਟ ਆਂਸਰ ਫਿਰ ਕੀ ਹੋ ਗਿਆ? ਦਾ ਬਿਟ ਹੋ ਗਿਆ। ਨੈਕਸਟ, ਵਟ ਇਜ਼ ਅਪਰੋਕਸੀਮੇਟਲੀ ਏ ਮਿਲੀਅਨ ਬਾਈਟਸ? ਇਹੋ ਜਿਹੇ ਕੁਐਸਚਨ ਬਹੁਤ ਆਏ ਆ ਪਿਛਲੀ ਵਾਰ। 1 ਮਿਲੀਅਨ ਬਾਈਟ ਅਪਰੋਕਸੀਮੇਟਲੀ ਕਿਹਦੇ ਬਰਾਬਰ ਹੈ? ਮਿਲੀਅਨ ਤੁਹਾਨੂੰ ਪਤਾ ਹੈ ਬਈ, 1 ਮਿਲੀਅਨ ਦੇ ਵਿੱਚ 10 ਲੱਖ ਹੁੰਦੇ ਆ। ਇਹ ਕਿੰਨੇ ਹੋ ਗਏ? 10,000 ਹੋ ਗਏ। 10 ਲੱਖ ਕਿੰਨੇ ਹੋ ਗਏ? ਹੁਣ ਹੋ ਗਏ। ਠੀਕ ਹੈ, ਇਹਦਾ ਫਿਰ ਰਾਈਟ ਆਂਸਰ ਕੀ ਹੈ? ਦੇਖੋ, ਇੰਨੀ ਬਾਈਟ, ਇਹ ਤੁਹਾਨੂੰ ਸਾਰੇ ਮੈਂ ਕਰਾਣੇ ਪੈਣੇ ਆ, ਜਿੰਨੇ ਕਿ ਵੀ ਕੁਐਸਚਨ ਪੁੱਛੇ ਗਏ ਆ। ਹੁਣ ਤੁਸੀਂ ਕੈਲਕੂਲੇਟ ਕਰਨ ਬੈਠੋਗੇ, ਟਾਈਮ ਵੇਸਟ ਹੈ, ਮੈਂ ਰੱਟਾ ਲਾ ਲਿਓ ਬਸ। ਮਿਲੀਅਨ ਬਿਲੀਅਨ ਕਿੰਨੇ ਹੈਗੇ ਆ? ਤਾਂ ਜੇ ਮਿਲੀਅਨ ਪੁੱਛਿਆ ਐਮ ਤੋਂ ਮਿਲੀਅਨ, ਐਮ ਤੋਂ ਹੀ ਮੈਗਾ ਬਾਈਟ। ਠੀਕ ਹੈ, MB, ਇਹ ਯਾਦ ਰੱਖਣਾ ਹੈ। ਬਾਕੀ ਜਿੰਨੇ ਕਿ ਕੁਐਸਚਨ ਹੋਰ ਆਏ ਹੋਏ ਆ, ਇੱਕ ਵਾਰ ਸਾਰਿਆਂ ਤੇ ਨਿਗਾਹ ਮਾਰ ਕੇ ਨਾ ਮੈਂ ਤੁਹਾਨੂੰ ਪ੍ਰੈਕਟਿਸ ਚ ਕਰਾ ਦੂ ਸਾਰੇ। ਇਹ ਮਿਲੀਅਨ ਬਿਲੀਅਨ ਵਾਲੇ ਕਾਫੀ ਪੁੱਛੇ ਹੋਏ ਸੀਗੇ। ਠੀਕ ਹੈ, ਨੈਕਸਟ, ਹਾਫ ਬਾਈਟ। ਠੀਕ ਹੈ ਜੀ, ਪਹਿਲਾਂ ਇਹ ਦੇਖੋ, 0 ਤੇ 1 ਹੁੰਦਾ ਹੈ, ਇੱਕ ਬਾਈਨਰੀ ਕੋਡ ਯਾਨੀ 1 ਬਿਟ। ਠੀਕ ਹੈ, ਤੇ ਜਦੋਂ 4 ਬਿਟ ਬਣਦੀ ਹੈ, ਮਿਲਦੀ ਹੈ 4 ਬਿਟ, ਤਾਂ ਬਣਦਾ ਹੈ 1 ਨਿਬਲ, ਇਹੀ ਹੈ ਨਾ। ਤੇ ਜਦੋਂ 8 ਬਿਟ ਮਿਲਦੀ ਹੈ ਤਾਂ ਬਣਦਾ ਹੈ 1 ਬਾਈਟ। ਹੁਣ ਇਹਨਾਂ ਨੇ ਪੁੱਛਿਆ ਹਾਫ ਬਾਈਟ ਦੇ ਵਿੱਚ ਆਣਗੇ 4 ਬਿਟ ਯਾਨੀ 1 ਨਿਬਲ। ਤਾਂ ਹਾਫ ਬਾਈਟ ਕਾਦੇ ਬਰਾਬਰ ਹੈ? 1 ਨਿਬਲ ਦੇ ਬਰਾਬਰ ਹੈ। ਠੀਕ ਹੈ, ਮੈਂ ਤੁਹਾਨੂੰ ਉੱਥੇ ਵੀ ਜਦੋਂ ਕਰਾਇਆ ਉੱਥੇ ਵੀ ਕਿਹਾ ਸੀ, ਇੱਥੇ ਦੁਬਾਰਾ ਫੇਰ ਸਮਝਾਇਆ ਤੁਹਾਨੂੰ। ਵਰਚੁਅਲ ਮੈਮਰੀ ਕੀ ਹੈ? ਮੈਂ ਤੁਹਾਨੂੰ ਕਿਹਾ ਸੀ ਵਰਚੁਅਲ ਮੈਮਰੀ ਦੇ ਉੱਤੇ ਇੱਕ ਕੁਐਸਚਨ ਆਉਂਦਾ ਹੈ ਤੇ ਆਨਸਰ ਕੀ ਹੈ? ਸੀ। ਐਨ ਇਲੂਜ਼ਨ ਆਫ ਐਕਸਟ੍ਰੀਮਲੀ ਲਾਰਜ ਮੇਨ ਮੈਮਰੀ। ਹੋਰ ਕੁਝ ਨਹੀਂ, ਮੈਂ ਕੁਐਸਚਨ ਬਸ ਇਹੀ ਕੁਐਸਚਨ ਯਾਦ ਰੱਖੋ। ਠੀਕ ਹੈ, ਉਸ ਤੋਂ ਬਾਅਦ ਵੀ ਵਿਚ ਆਫ ਦਾ ਫੋਲੋਇੰਗ ਮੈਮਰੀਜ਼ ਮਸਟ ਬੀ ਰੀਫਰੈਸ਼ਡ ਮੈਨੀ ਟਾਈਮ ਪਰ ਸੈਕਿੰਡ। ਬਾਰ-ਬਾਰ ਰੀਫਰੈਸ਼ ਕਰਨ ਦੀ ਲੋੜ ਕਿਹਨੂੰ ਪੈਂਦੀ ਹੈ? ਡੀ ਰੈਮ ਦੀ ਗੱਲ ਹੋ ਰਹੀ ਹੈ, ਡਾਇਨਾਮਿਕ ਰੈਮ ਦੀ। ਨੈਕਸਟ ਆ ਜਾਓ, the programs which are as permanent as hardware and stored in ROM। ਕਿਹੜੇ ਪ੍ਰੋਗਰਾਮ ਰੋਮ ਦੇ ਵਿੱਚ ਸਟੋਰ ਕਰੇ ਜਾਂਦੇ ਆ ਪਰਮਾਨੈਂਟਲੀ? ਉਹਨੂੰ ਆਪਾਂ ਕਹਿੰਦੇ ਆ ਫਰਮਵੇਅਰ। ਠੀਕ ਹੈ, ਨੈਕਸਟ, which storage device is mounted on the mounted on reels। ਰੀਲ ਦੇ ਉੱਤੇ ਕਿਹੜੀ ਹੁੰਦੀ ਹੈ? ਮੈਗਨੈਟਿਕ ਟੇਪ। ਤੁਹਾਨੂੰ ਕਿਹਾ ਸੀ ਨਾ, ਮੈਗਨੈਟਿਕ ਟੇਪ ਉਹ ਜਿਹੜੀ ਹੁੰਦੀ ਹੈ ਡੈਕ ਵਾਲੀ ਰੀਲ, ਬਸ ਉਹੀ ਹੈ। ਨੈਕਸਟ, what is the high speed memory between the main memory and the CPU। ਠੀਕ ਹੈ ਜੀ, ਮੇਨ ਮੈਮਰੀ ਤੇ CPU ਵਿਚਕਾਰ ਕਿਹੜੀ ਹਾਈ ਸਪੀਡ ਮੈਮਰੀ ਹੁੰਦੀ ਹੈ? ਤਾਂ ਇਹ ਹੁੰਦੀ ਹੈ ਕੈਸ਼ ਮੈਮਰੀ। ਠੀਕ ਹੈ, ਕੈਸ਼ ਮੈਮਰੀ ਜਿਹੜੀ ਰੈਮ ਤੋਂ ਤੇਜ਼ ਹੁੰਦੀ ਹੈ, ਹਨਾ। ਰੈਮ ਤੋਂ ਵੀ ਫਾਸਟ ਹੁੰਦੀ ਹੈ ਕੈਸ਼ ਮੈਮਰੀ, ਤੇ ਕੈਸ਼ ਤੋਂ ਵੀ ਫਾਸਟ ਹੁੰਦੀ ਹੈ ਰਜਿਸਟਰ। ਯਾਦ ਰੱਖਣਾ, ਸਭ ਤੋਂ ਫਾਸਟ ਕਿਹੜੀ ਹੁੰਦੀ ਹੈ? ਰਜਿਸਟਰ ਹੁੰਦੀ ਹੈ।
ਨੈਕਸਟ, whenever the data is found in the cache memory is called, ਜਦੋਂ ਡਾਟਾ ਫਾਊਂਡ ਹੋ ਜਾਂਦਾ ਹੈ ਕੈਸ਼ ਮੈਮਰੀ ਦੇ ਵਿੱਚ, ਜਦੋਂ ਰੈਮ ਫਾਊਂਡ ਕਰਦੀ ਹੈ ਤਾਂ ਕੀ ਬੋਲਦੇ ਆ ਉਹਨੂੰ? ਜੇ ਮਿਲ ਜਾਂਦਾ ਹੈ ਤਾਂ ਹਿੱਟ, ਨਹੀਂ ਮਿਲਿਆ ਤਾਂ ਇਨਕਨਸਿਸਟੈਂਟ। ਠੀਕ ਹੈ, ਜੇ ਮਿਲ ਗਿਆ ਤਾਂ ਹਿੱਟ ਹੈ, ਨਹੀਂ ਮਿਲਿਆ ਤਾਂ ਇਨਕਨਸਿਸਟੈਂਟ ਹੈਗਾ ਆ। ਉਸ ਤੋਂ ਬਾਅਦ ਬਈ the transfer between CPU and cache is, ਠੀਕ ਹੈ ਜੀ, ਕੈਸ਼ ਮੈਮਰੀ ਤੁਹਾਨੂੰ ਪਤਾ ਹੈ ਬਈ ਇਹ ਕੈਸ਼ ਮੈਮਰੀ ਹੈ, ਇਹ CPU ਹੋ ਗਿਆ, ਇਹ ਰੈਮ ਹੋ ਗਈ। ਠੀਕ ਹੈ ਨਾ, ਰੈਮ ਤੇ CPU ਦੇ ਵਿਚਕਾਰ ਹੁੰਦੀ ਹੈ ਕੈਸ਼ ਮੈਮਰੀ ਜਿਹੜੀ ਫਾਸਟ ਹੁੰਦੀ ਹੈ ਨਾ। ਰੈਮ ਨੇ ਇੱਕ ਕਾਪੀ ਇੱਥੇ ਬਣਾ ਕੇ ਰੱਖੀ ਹੁੰਦੀ ਹੈ, ਮੈਂ ਤੁਹਾਨੂੰ ਕਿਹਾ ਸੀ। ਤਾਂ ਜਿਹੜਾ ਟ੍ਰਾਂਸਫਰ ਹੁੰਦਾ ਹੈ ਨਾ ਉਹਨੂੰ ਆਪਾਂ ਬੋਲਦੇ ਆ ਵਰਡ ਟ੍ਰਾਂਸਫਰ। ਕੀ ਬੋਲਦੇ ਆ? ਵਰਡ ਟ੍ਰਾਂਸਫਰ। ਠੀਕ ਹੈ, ਇਹ ਇੱਥੇ ਰੱਖ ਲਓ ਤੁਸੀਂ, ਕੁਐਸਚਨ ਯਾਦ ਉੱਥੇ ਨਹੀਂ ਦੱਸਿਆ ਸੀ। ਠੀਕ ਹੈ, ਉਹਨੂੰ ਆਪਾਂ ਬੋਲਦੇ ਆ ਵਰਡ ਟ੍ਰਾਂਸਫਰ, ਯਾਦ ਰੱਖਣਾ ਹੈ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਐ ਵਿਜ਼ੀਬਲ ਰਜਿਸਟਰ। ਤਾਂ ਮੈਂ ਤੁਹਾਨੂੰ ਕਿਹਾ ਸੀ ਕਿ ਰਜਿਸਟਰ ਜਿਹੜੇ ਹੁੰਦੇ ਆ ਬਹੁਤ ਤਰ੍ਹਾਂ ਦੇ ਹੁੰਦੇ ਆ, ਉਹਨਾਂ ਵਿੱਚੋਂ ਵਿਜ਼ੀਬਲ ਕਿਹੜਾ ਨਹੀਂ ਹੁੰਦਾ, ਯੂਜ਼ਰ ਵਾਸਤੇ ਵਿਜ਼ੀਬਲ ਕਿਹੜਾ ਨਹੀਂ ਹੁੰਦਾ? MAR। ਠੀਕ ਹੈ, MAR ਰਜਿਸਟਰ ਜਿਹੜਾ ਹੈਗਾ ਮੈਮਰੀ ਐਡਰੈਸ ਰਜਿਸਟਰ, ਇਹ ਯੂਜ਼ਰ ਵਾਸਤੇ ਵਿਜ਼ੀਬਲ ਨਹੀਂ ਹੁੰਦਾ ਬਈ। ਉਸ ਤੋਂ ਬਾਅਦ ਬਈ the main directory of a disk is called the dash directory। ਜਿਹੜੀ ਮੇਨ ਡਾਇਰੈਕਟਰੀ ਹੁੰਦੀ ਹੈ ਉਹਨੂੰ ਆਪਾਂ ਬੋਲਦੇ ਆ ਰੂਟ ਡਾਇਰੈਕਟਰੀ। ਕਿ ਆਹ ਅਸੀਂ ਤੁਹਾਨੂੰ ਯਾਦ ਰੱਖਣਾ ਹੈ ਨਾ। ਇਹ ਸਾਰੇ ਕੁਐਸਚਨ ਪ੍ਰੀਵੀਅਸ ਈਅਰ ਹੈਗੇ ਆ ਬਈ। ਨੈਕਸਟ ਆ ਜਾਓ, which of the following register is used to store values of arithmetic and logical operations। ਤਾਂ ਉਹ ਹੈਗਾ ਬਈ ਅਕੂਮੂਲੇਟਰ ਰਜਿਸਟਰ। ਉਹ ਕਿਹੜਾ ਰਜਿਸਟਰ ਹੈਗਾ? ਅਕੂਮੂਲੇਟਰ, ਜਿਹੜਾ ALU ਦੇ ਜਿਹੜੇ ਆਪਰੇਸ਼ਨ ਵੈਲਿਊ ਹੈਗੀ ਉਹਨਾਂ ਨੂੰ ਹੋਲਡ ਕਰਨ ਵਾਸਤੇ, ਸਟੋਰ ਕਰਨ ਵਾਸਤੇ ਅਕੂਮੂਲੇਟਰ ਜਿਹੜਾ ਵਰਤਿਆ ਜਾਂਦਾ ਹੈ। which of the following pair of storage type relative speed is correct। ਤਾਂ ਰਜਿਸਟਰ ਬਾਰੇ ਲਿਖਿਆ ਹੋਇਆ ਕਿ ਫਾਸਟੈਸਟ ਹੈਗੀ ਹੈ, ਬਿਲਕੁਲ ਸਹੀ ਹੈ। ਸਭ ਤੋਂ ਫਾਸਟ ਕਿਹੜੀ ਹੈਗੀ ਹੈ? ਰਜਿਸਟਰ। ਸੈਕੰਡਰੀ ਸਟੋਰੇਜ ਜਿਹੜੀ ਆਪਾਂ ਬਾਅਦ ਚ ਐਡ ਕਰਦੇ ਆ ਤਾਂ ਉਹਨਾਂ ਦੀ ਸਪੀਡ ਹੈ ਜਿਹੜੀ ਮੋਡਰੇਟ। ਠੀਕ ਹੈ, ਇਹ ਵੀ ਗੱਲ। ਤਾਂ ਰਾਈਟ ਆਨਸਰ ਕੀ ਹੋ ਗਿਆ? ਬੋਥ 1 and 2। ਇੱਥੋਂ ਤੱਕ ਕਲੀਅਰ ਹੈ ਬਈ? ਤਾਂ ਠੀਕ ਹੈ, ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਸੀ ਤੇ ਉਮੀਦ ਹੈ ਜੋ ਵੀ ਤੁਹਾਨੂੰ ਸਮਝਾਇਆ ਸਮਝ ਆਇਆ ਹੋਣਾ। ਵਧੀਆ ਤਰੀਕੇ ਨਾਲ ਨੋਟਸ ਬਣਾਉਣੇ ਆ ਬਈ। ਉਸ ਤੋਂ ਬਾਅਦ ਨੈਕਸਟ ਇੰਪੋਰਟੈਂਟ ਟੌਪਿਕ ਆਊਗਾ ਸੌਫਟਵੇਅਰ ਤੇ ਹਾਰਡਵੇਅਰ, ਬਹੁਤ ਜ਼ਿਆਦਾ ਇੰਪੋਰਟੈਂਟ ਹੋਣਾ ਇਹ ਵੀ। ਅੱਜ ਦੀ ਵੀਡੀਓ 'ਚ ਕੋਈ ਡਾਊਟ ਰਿਹਾ ਹੋਣਾ ਤਾਂ ਇੱਥੇ ਮੈਸੇਜ ਕਰ ਲਿਓ। ਠੀਕ ਹੈ, ਇੱਥੇ ਮੈਸੇਜ ਕਰ ਸਕਦੇ ਹੋ। ਤੇ ਬਾਕੀ ਠੀਕ ਹੈ, ਮਿਲਦੇ ਹਾਂ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ।